ਵਰਗਾ ਸੱਚ। ਪੂਰੋ ਦੇ ਮਨ ਤੋਂ ਉਤਰਦੀਆਂ ਦੀਆਂ ਸੱਟਾਂ ਲੱਗਦੀਆਂ ਰਹੀਆਂ ਸਨ ਤੇ ਉਸ ਦਾ ਦਿਲ ਦਿਮਾਗ ਘੱਟ ਤੋਂ ਘੱਟ 10 ਵਰ੍ਹੇ ਵੱਡਾ ਹੋ ਗਿਆ ਸੀ। ਪੂਰੋ ਦੀ ਉਮਰ 20 ਨੂੰ ਵੀ ਨਹੀਂ ਸੀ ਟੱਪੀ, ਪਰ ਉਸ ਨੂੰ ਜੋ ਕੁਝ ਉਮਰ ਨਹੀਂ ਸੀ ਸਿਖਾ ਸਕਦੀ, ਉਸ ਨੂੰ ਉਸ ਦੇ ਜੀਵਨ ਦੀਆਂ ਸੱਟਾਂ ਨੇ ਉਹ ਕੁਝ ਸਿਖਾ ਦਿੱਤਾ। ਇੱਕ ਸਿਆਣੇ ਵਿਚਾਰਵਾਨ ਵਾਂਗੂਰ ਪੂਰੋ ਗਹਿਰ ਗੰਭੀਰ ਹੋ ਗਈ। ਉਸਦਾ ਮਨ ਬੜਾ ਤਿੱਖਾ ਤਿੱਖਾ ਸੋਚਦਾ ਸੀ, ਕਈ ਕੁਝ ਸੋਚਦਾ ਸੀ, ਪਰ ਉਸ ਨੂੰ ਕਹਿਣਾ ਨਹੀਂ ਸੀ ਆਉਂਦਾ। ਉਸ ਦੇ ਸਾਰੇ ਵਲਵਲੇ ਪਾਣੀ ਦੀ ਟੱਕਰ ਵਿੱਚੋਂ ਬਣਦੀ ਝੱਗ ਵਾਂਗਰ ਉੱਠਦੇ ਤੇ ਫਿਰ ਪਾਣੀ ਦੇ ਵਿੱਚ ਸਮੋ ਜਾਂਦੇ। ਕਦੇ ਕਦਾਈ ਪੂਰੋ ਰਹੀਮੇ ਉਰਾਂ ਦੇ ਘਰ ਉਹਦੀਆਂ ਤੀਵੀਆਂ ਕੋਲ ਜਾਂਦੀ ਹੁੰਦੀ ਸੀ। ਉਹਨਾਂ ਦੇ ਗੁਆਂਢ ਇੱਕ ਜਵਾਨ ਜਿਹੀ ਕੁੜੀ ਦਾ ਪੀਲਾ ਮੂੰਹ ਉਸਨੂੰ ਬੜਾ ਖਿੱਚਦਾ ਹੁੰਦਾ ਸੀ। ਪੂਰੋ ਕਈ ਵਾਰ ਹੌੜਦੀ ਸੀ ਉਹਨੂੰ ਬੁਲਾ ਲਵੇ, ਖੌਰੇ ਕਿਸੇ ਦੁਖਾਈ ਨੂੰ ਦੁਖਾਈ ਦੀ ਸਾਰ ਹੁੰਦੀ ਹੈ। ਕੁੜੀ ਦੇ ਪੀਲੇ ਮੂੰਹ ਉੱਤੇ ਬੜੀਆਂ ਲਖੀਆਂ ਹੋਈਆਂ ਅੱਖੀਆਂ ਸਨ ਤੇ ਉਹ ਵੀ ਪੂਰੋ ਵੰਨੀ ਕੁਝ ਇਸ ਤਰ੍ਹਾਂ ਉਲਰ ਪੈਂਦੀਆਂ ਸਨ ਜਿਵੇਂ ਉਹਨਾਂ ਨੂੰ ਵੀ ਪੂਰੋ ਦੀ ਕੋਈ ਲੋੜ ਸੀ। ਹੁੰਦਿਆਂ ਹੁੰਦਿਆਂ ਪੂਰੋ ਨੂੰ ਪਤਾ ਲੱਗਾ ਪਿਛਲੇ ਤੋਂ ਪਿਛਲੇ ਸਾਲ ਇਸ ਕੁੜੀ ਦਾ ਵਿਆਹ ਹੋਇਆ ਸੀ। ਕੋਈ ਕਹਿੰਦਾ ਸੀ ਉਸ ਨੂੰ ਜਿੰਨ ਭੂਤ ਦੀ ਪਕੜ ਹੋ ਗਈ ਸੀ, ਕੋਈ ਕਹਿੰਦਾ ਸੀ ਉਸ ਨੂੰ ਕੋਈ ਅੰਦਰੂਨੀ ਬਿਮਾਰੀ ਲੱਗ ਗਈ ਸੀ। ਪਤਾ ਨਹੀਂ ਉਸ ਨੂੰ ਕੀ ਵਰਤਿਆ ਸੀ, ਪਰ ਗੰਢੇ ਦੀ ਭੁੱਖ ਵਾਂਗਣ ਉਸ ਕੁੜੀ ਦਾ ਪਿੰਡਾ ਹੋ ਗਿਆ ਸੀ। ਵਸਾਰ ਦੀ ਗੰਢੀ ਵਾਂਗਣ ਉਸ ਕੁੜੀ ਦਾ ਮੂੰਹ ਹੋ ਗਿਆ ਸੀ। ਪੂਰੋ ਨੇ ਲੰਘਦਿਆਂ ਜਾਂਦਿਆਂ ਕੁੜੀ ਨਾਲ ਵਾਕਫੀ ਕਰ ਲਈ ਤੇ ਅੱਗੋਂ ਇੱਕ ਵਾਕਫੀ ਕੁੜੀ ਦੀ ਮਾਂ ਦੇ ਰਾਹੀਂ ਆਪਣੇ ਖੇਸ ਉਟਵਾ ਕੇ ਵਧਾ ਲਈ ਸੀ। ਕੁੜੀ ਨੂੰ ਸਾਰੇ ਤਾਰੋ ਸੱਦਦੇ ਸਨ। ਥੋੜ੍ਹੇ ਜਿਹੇ ਦਿਹਾੜਿਆਂ ਵਿੱਚ ਪੂਰੋ ਨੇ ਸੁਣਿਆ ਤਾਰੋ ਨੂੰ ਕਈ ਵਾਰ ਗਾਸ਼ਾਂ ਵੀ ਪੈਂਦੀਆਂ ਜਾਂਦੀਆਂ ਸਨ। ਉਹਨਾਂ ਦਿਨਾਂ ਵਿੱਚ ਤਾਰੋ ਪੇਕੇ ਆਈ ਹੋਈ ਸੀ ਤੇ ਹੁਣ ਉਹਨੇ ਆਪਣੇ ਸਹੁਰੇ ਤੁਰ ਜਾਣਾ ਸੀ। ਪੂਰੋ ਨੇ ਸੁਣਿਆ ਹਰ ਵਾਰ ਤਾਰੋ ਦੇ ਸਹੁਰੇ ਜਾਣ ਲੱਗਿਆਂ ਇਸ ਤਰ੍ਹਾਂ ਹੋ ਜਾਂਦਾ ਸੀ ਜਿਤਨੀ ਵਾਰ ਉਹ ਸਹੁਰਿਆਂ ਤੋਂ ਪਰਤ ਕੇ ਪੇਕੇ ਆਉਂਦੀ ਸੀ। ਹਰ ਵਾਰ ਉਹਦਾ ਮਾਸ ਲੱਗੇ ਨਾਲੋਂ ਵੱਧ ਸੁੱਕਾ ਹੋਇਆ ਹੁੰਦਾ, ਹਰ ਵਾਰ ਉਹਦੀਆਂ ਹੱਡੀਆਂ ਅੱਗੇ ਨਾਲੋਂ ਵੱਧ ਨਿਕਲੀਆਂ ਹੋਈਆਂ ਹੁੰਦੀਆਂ ਸਨ। ਦਿਲ ਹੀ ਦਿਲ ਵਿੱਚ ਸਾਰੇ ਵੇਖਣ ਚਾਖਣ ਵਾਲੇ ਸਮਝਦੇ ਸਨ ਬਈ ਜਿਵੇਂ 2-3 ਫੇਰਿਆਂ ਦੀ ਹੀ ਹੋਰ ਗੱਲ ਹੈ, ਫਿਰ ਹੋਰ ਸੁੱਕ ਜਾਣ ਵਾਸਤੇ ਉਹਦੇ ਪਿੰਡੇ ਉੱਤੇ ਮਾਸ ਰਹਿਣਾ ਹੀ ਨਹੀਂ ਰਹਿਣ ਲੱਗਾ, ਹੋਰ ਟੁੱਟਣ ਵਾਸਤੇ ਉਹਦੀਆਂ ਹੱਡੀਆਂ ਵਿੱਚ ਜਿੰਦ ਹੀ ਨਹੀਂ ਬਚਣ ਲੱਗੀ। ਪਰ ਮੂੰਹ ਕੋਈ ਕੁਝ ਕਹਿੰਦਾ ਨਹੀਂ ਸੀ। ਨਾ ਲੈ ਕੇ ਜਾਣ ਵਾਲੇ ਸਹੁਰੇ ਕੁਝ ਆਖਦੇ ਸਨ, ਨਾ ਭੇਜ ਦੇਣ ਵਾਲੇ ਪੇਕੇ ਕੁਝ ਬੋਲਦੇ ਸਨ। ਇੱਕ ਦਿਹਾੜੇ ਤਾਰੋ ਕੱਲੀ ਘਰ ਸੀ। ਪੂਰੋ ਉਹਦੇ ਕੋਲ ਬਹਿ ਗਈ। ਅੱਗੇ ਵੀ ਕਈ ਵਾਰ ਨਿੱਕੀ ਨਿੱਕੀ ਪੁੱਛਤਾਛ ਕਰਦੀ ਹੁੰਦੀ ਸੀ, ਅੱਜ ਉਹਦੇ ਨਾਲ ਗੱਲੀ ਪੈ ਗਈ। ਤਾਰੋ, ਕੋਈ ਸਿਆਣਾ ਤੇ ਦੱਸਦਾ ਹੋਵੇਗਾ ਤੈਨੂੰ ਕੀ ਆਹਾਰ ਹੈ? ਕੁਝ ਵੀ ਨਹੀਂ। ਕਿਸੇ ਤਾਂ ਬਾਹ ਵੇਖੀ ਹੋਵੇਗੀ। ਵਰਕਾ ਵਾਲੇ ਸੌਰਬੇ ਤੇ ਅਰਕਾ ਦੀਆਂ ਬੋਤਲਾਂ ਪੀ ਪੀ ਕੇ ਥੱਕ ਗਈ ਹਾਂ। ਤਾਰੋ, ਕੁਝ ਤੇ ਦੱਸ, ਕਿਉਂ ਆਪਣੀ ਜਾਨ ਨੂੰ ਰੋਕ ਲਾ ਲਿਆ ਹੈ? ਸਗੋਂ ਧਰਤੀ ਦਾ ਭਾਰ ਹੌਲਾ ਹੋ ਜਾਵੇਗਾ ਭੈਣੇ, ਕਿਉਂ ਚਿੰਤਾ ਕਰਨੀ ਹੈ? ਧਰਤੀ ਉੱਤੇ ਭਾਰ ਤੇ ਖੌਰੇ ਕਿੰਨਾ ਕੁ ਪਿਆ ਹੈ, ਤੇਰੇ ਨਾਲ ਕੀ ਹੌਲਾ ਹੋਣਾ ਹੈ? ਮਾਂ ਨੂੰ ਤਾਂ ਪੁੱਛ ਕੇ ਵੇਖ ਜਿੰਨੇ ਵਕਤਾਂ ਨਾਲ ਪਾਲਿਆ ਸੀ। ਪਾਲਿਆ ਹੋਵੇਗਾ, ਤਾਰੋ ਨੇ ਇੱਕ ਬੇਪਰਵਾਹੀ ਨਾਲ ਆਖਿਆ। ਆਪ 4 ਦਿਨ ਰੋ ਧੋ ਕੇ ਚੁੱਪ ਕਰ ਰਹੇਗੀ, ਹੁਣ ਕਿਹੜਾ ਉਹਦੀ ਜਾਨ ਸੁੱਖੀ ਹੈ? ਤਾਰੋ ਨੇ ਫਿਰ ਆਖਿਆ। ਪਰ ਐਡੀ ਗੱਲ ਕੀ ਹੋ ਗਈ ਹੈ? ਮਾਂ ਨੂੰ
ਅੱਖ ਅਜੇ 4 ਦਿਨ ਹੋਰ ਨਾ ਟੋਰੇ। ਫੇਰ ਕੀ ਫਰਕ ਪੈ ਜਾਵੇਗਾ, ਜਿਹੀ ਇੱਥੇ ਹਾਂ ਤੇਹੀ ਉੱਥੇ ਹਾਂ। ਹਾਂ, ਤੀਆਂ ਨੂੰ ਕੋਈ ਕਿੰਨਾ ਕੁ ਚਿਰ ਰੱਖ ਸਕਦਾ ਹੈ। ਤੀਆਂ ਨੂੰ ਤੇ ਤਾਰੋ ਇੱਕ ਵਾਰ ਬੁੜ ਕੇ ਚੁੱਪ ਕਰ ਗਈ। ਤਾਰੋ ਦੇ ਅੰਦਰ ਪਤਾ ਨਹੀਂ ਕੀ ਵਲੋਟ ਪਿਆ ਸੀ। ਤਾਰੋ ਦਾ ਪਤਾ ਨਹੀਂ ਸੀ ਕਹਿਣ ਨੂੰ ਜੀ ਸੀ ਕੀਤਾ, ਪਰ ਫਿਰ ਖੋਰੇ ਤਾਰੋ ਨੇ ਕਹਿ ਨਾ ਹੋਇਆ। ਤੀਆਂ ਦਾ ਕੀ ਹੈ, ਮਾਪੇ ਜਿਹਦੇ ਹੱਥ ਮਰਜੀ ਉਹਦੇ ਗਲ ਦੀ ਰੱਸੀ ਫੜਾ ਦੇਣ। ਤਾਰੋ ਨੇ ਆਪੇ ਹੀ ਫਿਰ ਠਹਿਰ ਕੇ ਆਖਿਆ, ਉੱਥੇ ਦਾ ਪਾਣੀ ਚੰਗਾ ਹੈ? ਪੂਰੋ ਨੇ ਫਿਰ ਪੁੱਛਿਆ। ਨਾ ਵੀ ਚੰਗਾ ਹੋਵੇ ਤਾਂ ਵੀ ਚੰਗਾ ਹੈ, ਤਾਰੋ ਨੇ ਜਵਾਬ ਦਿੱਤਾ। ਖੋਰੇ ਪਾਣੀ ਦਾ ਮਾਫਕ ਆਇਆ ਹੋਵੇ, ਪੂਰੋ ਨੇ ਗੱਲ ਨੂੰ ਚਲਾਈ ਰੱਖਣ ਵਾਸਤੇ ਕਹਿ ਦਿੱਤਾ। ਤੀਆਂ ਨੂੰ ਹਮੇਸ਼ਾ ਪਾਣੀ ਮਾਫਕ ਆਉਂਦੇ ਨੇ। ਤਾਰੋ ਨੇ ਕੁਝ ਇਸ ਤਰ੍ਹਾਂ ਆਖਿਆ, ਪੂਰੋ ਉਹਦੇ ਮੂੰਹ ਵੱਲ ਤੱਕਣ ਲੱਗ ਪਈ। ਤਾਰੋ, ਮੈਂ ਤੇਰੀ ਆਪਣੀ ਆ, ਕੁਝ ਦੱਸਦੀ ਕਿਉਂ ਨਹੀਂ? ਪੂਰੋ ਨੇ ਇੰਜ ਆਪਣਤ ਨਾਲ ਕਿਹਾ। ਤਾਰੋ ਦਾ ਜੀ ਖੁੱਲ੍ਹ ਗਿਆ। ਭੈਣੇ ਮੇਰੀਏ, ਕੀ ਮੈਂ ਦੱਸਾਂ? ਕੀ ਦੱਸਣਾ ਹੈ? ਤੀਆਂ ਨੂੰ ਕੁਝ ਦੱਸਣ ਜੋਗੀ ਜ਼ਬਾਨ ਹੀ ਨਹੀਂ ਰੱਬ ਨੇ ਕਦੀ ਦਿੱਤੀ। ਠੀਕ ਹੈ ਤਾਰੋ, ਮਾਪਿਆਂ ਕੋਲ ਮੇਰੀ ਜੋਗੀ ਥਾਂ ਨਹੀਂ ਸੀ। ਕਿਸੇ ਧੀ ਵਾਸਤੇ ਵੀ ਮਾਪਿਆਂ ਕੋਲ ਥਾਂ ਨਹੀਂ ਹੁੰਦੀ। ਮੇਰੇ ਮਰਦ ਕੋਲ ਮੇਰੀ ਜੋਗੀ ਥਾਂ ਨਹੀਂ, ਕਿਉਂਕਿ ਉਹਦਾ ਦਿਲ ਤੇ ਉਹਦਾ ਘਰ ਕਿਸੇ ਹੋਰ ਤੀਵੀਂ ਨਾਲ ਮਿਲਿਆ ਹੋਇਆ ਹੈ। ਹੈਂ ਤਾਰੋ, ਤੇਰੇ ਮਰਦ ਦਾ ਅੱਗੇ ਵੀ ਵਿਆਹ ਹੋਇਆ ਹੈ, ਤੇ ਫਿਰ ਤੇਰੇ ਮਾਪਿਆਂ ਨੇ ਤੈਨੂੰ ਕਿਉਂ ਉੱਥੇ ਦਿੱਤਾ? ਉਹਨਾਂ ਨੂੰ ਪਹਿਲਾਂ ਖਬਰ ਨਹੀਂ ਸੀ, ਨਾਲੇ ਉਹਦਾ ਪਹਿਲਾ ਵਿਆਹ ਨਹੀਂ ਹੋਇਆ। ਉਹਨੇ ਸਿਰਫ ਇੱਕ ਤੀਵੀਂ ਨੂੰ ਘਰ ਰੱਖਿਆ ਹੋਇਆ ਹੈ। ਪਰ ਉਹਦੇ ਮਾਪਿਆਂ ਨੂੰ ਤੇ ਖਬਰ ਹੋਵੇਗੀ। ਸਾਰੇ ਜਾਣਦੇ ਬੁੱਝਦੇ ਸਨ। ਸਿਰਫ ਉਹ ਤੀਵੀਂ ਉਹਨਾਂ ਦੀ ਜਾਤ ਦੀ ਨਹੀਂ, ਕਮੀਣ ਜਾਤ ਦੀ ਹੈ। ਉਹਦੇ ਮਾਪੇ ਆਖਦੇ ਸਨ, ਆਪਣੀ ਜਾਤ ਦੀ ਨੂੰਹ ਘਰ ਵਿੱਚ ਆਉਣੀ ਚਾਹੀਦੀ ਹੈ। ਪਰ ਉਹਨਾਂ ਨਾ ਸੋਚਿਆ ਕਿ ਪਰਾਈ ਧੀ ਦਾ ਕੀ ਹਾਲ ਹੋਵੇਗਾ। ਦੂਜੇ ਦੇ ਦੁੱਖ ਨੂੰ ਕੌਣ ਜਾਣਦਾ ਹੈ ਭੈਣੇ? ਨਾਲੋਂ ਉਹ ਆਂਦੇ ਨੇ, ਅਸੀਂ ਰੋਟੀ ਦੇਣੀ ਆ, ਕੱਪੜਾ ਦੇਣੇ ਆ, ਸੌਖਾ ਹੱਥ ਹੈ, ਫਿਰ ਦੁੱਖ ਕਾਹਦਾ? ਜਿਵੇਂ ਤੀਵੀਂ ਨੂੰ ਸਿਰਫ ਰੋਟੀ ਤੇ ਕੱਪੜਾ ਹੀ ਚਾਹੀਦਾ ਹੈ, ਪੂਰੋ ਨੇ ਕਿਹਾ। ਮੇਰੇ ਅੰਦਰੋਂ ਲੰਬੇ ਬਲ ਉੱਠਦੇ ਨੇ। ਤੂੰ ਵੇਖਦੀ ਨਹੀਂ, ਸਾਰੇ ਵੇਖਦੇ ਨੇ। ਪੂਰੋ 2 ਵਰ੍ਹੇ ਹੋ ਗਏ ਨੇ ਮੈਂ ਰੋਟੀ ਤੇ ਕੱਪੜੇ ਵਾਸਤੇ ਉਹਦੇ ਕੋਲ ਆਪਣਾ ਜਿਸਮ ਵੇਚਣੀ ਆ। ਦੇਖ ਮੈਂ ਵੈਸ਼ਵਾ ਹਾਂ, ਦੇਖ ਮੈਂ ਵੈਸ਼ਵਾ ਹਾਂ। ਕਹਿੰਦੀ ਤਾਰੋ ਟਹਿ ਪਈ। ਤਾਰੋ ਦੀਆਂ ਮੁੱਠਾਂ ਮਿਟੀਆਂ ਗਈਆਂ। ਤਾਰੋ ਦੇ ਆਨੇ ਉਤਾਂਹ ਨੂੰ ਚੜ੍ਹ ਗਏ। ਤਾਰੋ ਦਾ ਪਿੰਡਾ ਕਾਠ ਦੇ ਫੱਟੇ ਵਾਕਰ ਹੋ ਗਿਆ। ਪੂਰੋ ਡਰ ਗਈ। ਤਾਰੋ ਦੇ ਘਰ ਵਿੱਚ ਹੋਰ ਕੋਈ ਨਹੀਂ ਸੀ। ਪੂਰੋ ਨੂੰ ਪਤਾ ਨਹੀਂ ਸੀ ਕੀ ਕਰਨਾ। ਪੂਰੋ ਡਰਦੀ ਤੇ ਘਬਰਾਈ ਪਈ ਸੀ। ਤਾਰੋ ਦੀਆਂ ਲੱਤਾਂ ਘੁੱਟਣ ਲੱਗ ਪਈ। ਤਾਰੋ ਦੇ ਮੋਢੇ ਨਾਪਣ ਲੱਗ ਪਈ। ਤਾਰੋ ਦੀਆਂ ਤਲੀਆਂ ਝੱਸਣ ਲੱਗ ਪਈ। ਤਾਰੋ ਦੇ ਹੋਸ਼ ਪਰਤ ਆਏ। ਤੂੰ ਮੈਨੂੰ ਨਾ ਹੱਥ ਲਾ, ਮੈਂ ਵੈਸ਼ਵਾ ਹਾਂ, ਤੂੰ ਦੇਖਦੀ ਨਹੀਂ? ਤਾਰੋ ਅਜਿਹੀਆਂ ਗੱਲਾਂ ਪਈ ਕਰਦੀ ਸੀ। ਪੂਰੋ ਸੋਚ ਰਹੀ ਸੀ ਕਿ ਅਜੇ ਇਹਨੂੰ ਹੋਸ਼ ਨਹੀਂ ਆਇਆ। ਇੱਚਰ ਤਾਰੋ ਦੀ ਮਾਂ ਆ ਗਈ। ਹਾਏ ਨੀ ਕੀ ਕਰਾਂ ਮੈਂ? ਇੱਕ ਤੇ ਕਰਮਾਂ ਨੇ ਮਾਰਿਆ ਸੀ, ਦੂਜਾ ਇਹਦੀਆਂ ਗੱਲਾਂ ਨੇ ਮਾਰ ਛੱਡਿਆ। ਤਾਰੋ ਦੀ ਮਾਂ ਨਿਡਾਲ ਜਿਹੀ ਹੋ ਕੇ ਬਹਿ ਗਈ। ਪੂਰੋ ਚੁੱਪ ਦੀ ਚੁੱਪ ਰਹਿ ਗਈ। ਇਹਨੇ ਤਾਂ ਇਹਦੇ ਭਰਾ ਨੇ ਸਾਡੀ ਜਾਨ ਤੁੰਬੇ ਛੱਡੀ ਹੈ। ਲਾਹੌਰ ਕਾਲਜ ਵਿੱਚ ਪੜ੍ਹਨ ਗਿਆ ਹੈ। ਭੈਣ ਨੂੰ ਵੀ ਪੜ੍ਹਾ ਕੇ ਵਿਗਾੜ ਛੱਡਿਆਸ। ਵੇਖ ਕਿਹੋ ਜਿਹੀਆਂ ਉਤਰਈਆਂ ਗੱਲਾਂ ਕਰਦੀ ਹੈ। ਤਾਰੋ ਦੀ ਮਾਂ ਨੇ ਫਿਰ ਦੁੱਖ ਕੇ ਆਖਿਆ। ਅੰਮਾ, ਕਹਿਰ ਵੀ ਤਾਂ ਵਿਚਾਰੀ ਨਾਲ ਡਾਢਾ ਹੋਇਆ ਹੈ। ਪੂਰੋ ਕਹਿਣ ਲੱਗੀ। ਧੀਏ, ਅਸਾਂ ਧੀ ਜੋ ਦਿੱਤੀ ਹੈ, ਸਾਡਾ ਮੂੰਹ ਨੂੜਿਆ ਗਿਆ ਸੀ। ਹੁਣ ਕੀ ਬੋਲ ਸਕਦੇ ਆਂ? ਉਹ ਚੰਗੀ ਕਰੇ ਮਾੜੀ ਕਰੇ, ਮਰਦ ਦੀ ਜਾਤ ਹੈ।
ਤਾਰੋ ਦੀ ਮਾਂ ਨੇ ਫਿਰ ਆਖਿਆ, ਮੇਰਾ ਤੇ ਮੂੰਹ ਵੀ ਨੂੜਿਆ ਗਿਆ, ਪੈਰ ਵੀ ਨੂੜੇ ਗਏ, ਉਹਦਾ ਕੀ ਗਿਆ? ਉਹਨੂੰ ਤੇ ਕਿਸੇ ਰੱਬ ਨੇ ਨਾ ਨੂੜਿਆ, ਉਹਦੇ ਜੋਗਾ ਤੇ ਕੋਈ ਰੱਬ ਨਾ ਜੰਮਿਆ। ਰੱਬ ਨੇ ਸਾਰੀਆਂ ਰੱਸੀਆਂ ਮੇਰੇ ਪੈਰਾਂ ਵਿੱਚ ਹੀ ਪਾ ਦਿੱਤੀਆਂ। ਤਾਰੋ ਦੀਆਂ ਮੁੱਠਾਂ ਫਿਰ ਮਿੱਠੀਆਂ ਗਈਆਂ ਤੇ ਉਸ ਦੇ ਪੈਰ ਫਿਰ ਆਕੜ ਗਏ। ਮਾਂ ਨੇ ਪਾਣੀ ਦੇ ਕੇ ਕਈ ਛੱਟੇ ਉਸਦੇ ਮੂੰਹ ਉੱਤੇ ਮਾਰੇ, ਕਈ ਚੁੱਲੀਆਂ ਉਸਦੇ ਮੂੰਹ ਵਿੱਚ ਪਾਈਆਂ। ਪੂਰੋ ਅੱਜ ਠੰਬਰੀ ਹੋਈ ਸੀ। ਉਸਨੇ ਪਹਿਲੀ ਵਾਰ ਸੁਣਿਆ ਸੀ ਕਿ ਕੁੜੀਆਂ ਇਸ ਤਰ੍ਹਾਂ ਵੀ ਸੋਚ ਸਕਦੀਆਂ ਨੇ, ਕੁੜੀਆਂ ਇਸ ਤਰ੍ਹਾਂ ਵੀ ਬੋਲ ਸਕਦੀਆਂ ਨੇ। ਨਹੀਂ ਤਾਂ ਉਸਨੂੰ ਕਈ ਗੁਬਾਰ ਉੱਠਦੇ ਸਨ, ਪਰ ਉਸਨੂੰ ਕੂਣਾ ਨਹੀਂ ਸੀ ਆਉਂਦਾ। ਇਹ ਧੋਖਾ ਹੈ, ਨਿਰਾ ਧੋਖਾ ਹੈ। ਮੇਰਾ ਕੋਈ ਨਹੀਂ ਵਿਆਹ ਹੋਇਆ। ਤੁਸੀਂ ਸਾਰੇ ਝੂਠ ਬੋਲਦੇ ਹੋ। ਤੁਸੀਂ ਮੈਨੂੰ ਫੜਦੇ ਕਿਉਂ ਹੋ? ਪੂਰੋ ਹੋਠੋਂ ਤੇ ਬੇਸੁਰਤ ਤਾਰੋ ਦੇ ਆਪਣੇ ਪੈਰਾਂ ਨੂੰ ਪਟਕਦੀ ਧਰਤੀ ਤੇ ਮਾਰਿਆ। ਤਾਰੋ, ਹੋਸ਼ ਕਰ, ਕੀਆਂ ਗੱਲਾਂ ਮੂੰਹੋਂ ਕੱਢਣੀ ਐ? ਕੋਈ ਸੁਣੇਗਾ ਤੇ ਕੀ ਕਹੇਗਾ? ਉਹ ਖੋਂਦੇ ਐ ਤੇਰਾ ਬੰਦਾ, ਕਰ ਜਰਾ ਮੂੰਹ ਨੂੰ, ਐਵੇਂ ਨਾ ਬੋਲੀ ਜਾ। ਤਾਰੋ ਦੀ ਮਾਂ ਇਸ ਤਰ੍ਹਾਂ ਕਹਿੰਦੀ ਪਈ ਸੀ ਜਿਵੇਂ ਆਵਣੀ ਜਿਹੀ ਤਾਰੋ ਦੀ ਝਿੜਕ ਪਈ ਦਿੰਦੀ ਸੀ। ਉਂਝ ਉਹਦੀਆਂ ਆਪਣੀਆਂ ਦੋਵਾਂ ਅੱਖਾਂ ਭਰੀਆਂ ਹੋਈਆਂ ਸਨ। ਤਾਰੋ ਦੀ ਸੁਰਤ ਕਦੇ ਫਿਰ ਪੈਂਦੀ ਸੀ, ਕਦੇ ਫਿਰ ਤਾਰੋ ਬੋਰੀ ਜਿਹੀ ਹੋ ਜਾਂਦੀ ਸੀ। ਉੱਥੇ ਜਾ ਕੇ ਨਾ ਇਹੋ ਜਿਹੇ ਛਲ ਖਲੇਰੇਗੀ ਜਿਹਨੂੰ ਥਾਪੇ ਪਾ। ਉਹ ਜਾਣੇ ਭਾਵੇਂ ਨਾ ਜਾਣੇ, ਰੱਬ ਤੇ ਗਵਾਹ ਨਾ, ਤੈਨੂੰ ਉਹਨਾਂ ਵਿਆਹ ਕੇ ਖੜਿਆ ਐ। ਤਾਰੋ ਦੀ ਮਾਂ ਪਈ ਆਖਦੀ ਸੀ। ਮਾਂ ਨੀ, ਜੇ ਰੱਬ ਨੇ ਮੇਰਾ ਵਿਆਹ ਦੀ ਗਵਾਹੀ ਦਿੱਤੀ ਐ ਤਾਂ ਝੂਠੀ ਗਵਾਹੀ ਦਿੱਤੀ ਹੋਣੀ ਐ। ਮਾਂ ਨੀ, ਮੇਰਾ ਵਿਆਹ ਹੋਇਆ ਨਾ। ਤਾਰੋ ਬੋਰੀਆਂ ਵਾਕਰ ਛੱਤ ਦੀਆਂ ਲੰਮੀਆਂ ਕੜੀਆਂ ਨੂੰ ਵੇਖਣ ਲੱਗ ਪਈ। ਪੂਰੋ ਤਾਰੋ ਦੇ ਮੂੰਹ ਨੂੰ ਤੱਕਦੀ ਪਈ ਸੀ। ਜਿਹੜੀ ਤਾਰੋ ਸਭ ਕੁਝ ਸੋਚਦੀ ਹੋਈ ਸੀ ਤੇ ਵੀ ਸਭੋ ਕੁਝ ਬੋਲਦੀ ਹੋਈ ਸੀ। ਵਿਆਹ ਦੇ ਇਸ ਏਡੇ ਵੱਡੇ ਝੂਠ ਨਾਲੋਂ ਛੁੱਟ ਨਹੀਂ ਸੀ ਸਕਦੀ, ਪਰ ਉਹਦੀ ਉਮਰ ਦੇ ਦਿਨ ਬੜੀ ਕਾਲੀ ਜੀਵਨ ਦੇ ਸਾਰੇ ਸੱਚ ਝੂਠਾਂ ਨਾਲੋਂ ਤਿੱਖੜੇ ਪਏ ਤੁਰਦੇ ਸਨ। ਉੱਤੋਂ ਤਰਕਾਲਾਂ ਪੈ ਗਈਆਂ ਸਨ। ਪੂਰੋ ਭਰੇ ਹੋਏ ਦਿਲ ਨਾਲ ਉੱਠ ਬੈਠੀ। ਉਸਦਾ ਮਨ ਜਿਵੇਂ ਪਰੀ ਪਰਾਈ ਦੁਨੀਆਂ ਤੋਂ ਇੱਕ ਵਰਗੀ ਹੀ ਉਚਾਟ ਹੋ ਗਿਆ। ਪਿਛਲੇ ਕਿੰਨੇ ਦਿਨਾਂ ਤੋਂ ਉਹ ਆਪਣੇ ਘਰ ਕੋਠੇ ਦੀਆਂ ਕੰਧਾਂ ਨਾਲ ਪਰਚ ਪਈ ਸੀ। ਉਹਦੇ ਉੱਡਦੇ ਮਨ ਨੂੰ ਰਸ਼ੀਦੇ ਦੇ ਨਿੱਕੇ ਨਿੱਕੇ ਚੋਹਾਂ ਨੇ, ਘਰ ਦੇ ਨਿੱਕੇ ਮੋਟੇ ਆਹਰ ਪਾਹਰ ਨੇ, ਤੇ ਸਭਨਾਂ ਤੋਂ ਵੱਧ ਜਾਵੇਦ ਦੇ ਤੋੜਲਪਨ ਨੇ ਜਿਵੇਂ ਪਤਲੇ ਧਾਗੇ ਵਲੇਟ ਲਏ ਸਨ, ਤੇ ਉਸਦਾ ਮਨ ਕੁਝ ਟਿਕਿਆ ਹੋ ਗਿਆ ਸੀ। ਅੱਜ ਤਾਰੋ ਦੀਆਂ ਬੋਰੀਆਂ ਗੱਲਾਂ ਨੇ ਜਿਵੇਂ ਪੂਰੋ ਦੇ ਮਨ ਦੁਆਲੇ ਕਈ ਤੰਦਾਂ ਤਾਰਾਂ ਕੁੜਕਾਂ ਛੱਡੀਆਂ ਹੋਣ। ਉਸਦਾ ਮਨ ਚੈਨ ਵਿੱਚ ਨਹੀਂ ਸੀ। ਰਾਤ ਨੂੰ ਰੋਟੀ ਟੁੱਕਰ ਕਰਨ ਲੱਗਿਆਂ ਉਸਨੂੰ ਜਿਵੇਂ ਲੂਣ ਵਸਾਰ ਦਾ ਵੀ ਥਾਉ ਭੁੱਲ ਗਿਆ ਸੀ। ਉਸਦੀ ਦਾਲ ਇੱਕ ਪਿੱਕ ਜਿਹਾ ਬਣ ਕੇ ਰਹਿ ਗਈ ਸੀ। ਉਸਦੀਆਂ ਰੋਟੀਆਂ ਚਿੱਬੀਆਂ ਹੋ ਕੇ ਕੰਢਿਆਂ ਤੋਂ ਸੜ ਗਈਆਂ ਸਨ। ਅਗਲੇ ਦਿਨ ਦੀ ਅਣਗਹਿਲੀ ਕਿਸੇ ਤਰ੍ਹਾਂ ਵੀ ਪਹਿਲੇ ਦਿਨ ਨਾਲੋਂ ਨਾ ਘਟੀ। ਫਿਰ ਪਤਾ ਨਹੀਂ ਪੂਰੋ ਨੂੰ ਕੀ ਸੁੱਝਿਆ, ਉਸਨੇ ਆਪਣੀ ਰੋਟੀ 8 ਪਹਿਰੀ ਕਰ ਦਿੱਤੀ। ਰਾਤਾਂ ਅਜੇ ਪੌਣੀਆਂ ਵੀ ਨਾ ਹੁੰਦੀਆਂ ਉਹ ਜਾਗ ਪੈਂਦੀ, ਧਿਆਨ ਲਿਆਂਦੀ ਤੇ ਘੰਟਿਆਂ ਭਰ ਅੱਖੀਆਂ ਦੇ ਕੰਨੇ ਨੂੰ ਨੂੜ ਕੇ ਜਿਵੇਂ ਦੁਨੀਆਂ ਤੋਂ ਚਿੰਤ ਚੁੱਕ ਲੈਂਦੀ। ਉਸਦਾ ਸੌਣਾ ਘਟ ਗਿਆ, ਉਸਦਾ ਖਾਣਾ ਘਟ ਗਿਆ।
ਹੌਲੀ ਹੌਲੀ ਉਸ ਨੇ ਸੁੱਕੇ ਛਾਣ ਵਿੱਚ ਲੂਣ ਪਾ ਕੇ ਆਪਣੀ ਇੱਕ ਰੋਟੀ ਪਕਾਈ ਸ਼ੁਰੂ ਕਰ ਦਿੱਤੀ, ਜਿਹਨੂੰ ਖਿੰਦੇ ਦਾ ਹੱਥ ਨਾ ਲੱਗਦਾ, ਜਿਹਦੇ ਨਾਲ ਦੁੱਧ ਦਹੀਂ ਵੀ ਨਾ ਛੋਇਆ ਹੁੰਦਾ। ਉਹ ਉਸ ਰੋਟੀ ਦੇ ਆਸਰੇ ਦਿਹਾੜ ਕੱਟ ਲੈਂਦੀ। ਗਿਣਤੀ ਦੇ ਦਿਨ ਵਿੱਚ ਉਸ ਦੀਆਂ ਅੱਖਾਂ ਦੁਆਲੇ ਨੀਲੇ ਨੀਲੇ ਜਿਹੇ ਚੱਕਰ ਉਗਲ ਆਏ ਤੇ ਉਸ ਦਿਨ ਸਿਰ ਪਿੰਡਾ ਢਾਡੀ ਤਰ੍ਹਾਂ ਚਿਊ ਗਿਆ। ਪਿਛਲੇ ਕੁਝ ਦਿਨ ਰਸ਼ੀਦਾ ਗੱਲਾਂ ਕਥਾ ਪੂਰੋ ਦਾ ਜੀ ਵਲਾਂਦਾ ਰਿਹਾ ਸੀ। ਰੋਜ਼ਿਆਂ ਦੇ ਵਰਤਾਂ ਨੇਮਾਂ ਉੱਤੇ ਕਈ ਹਾਸੇ ਠੱਠੇ ਕਰਦਾ ਪੂਰੋ ਦਾ ਮਨ ਉਲਟਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਪਿਆਰ ਵੀ ਅੱਗੇ ਨਾਲੋਂ ਉਚੇਚਾ ਕਰਨ ਲੱਗ ਪਿਆ ਸੀ, ਪਰ ਰਸ਼ੀਦੇ ਦੇ ਸਾਰੇ ਹੀ ਯਤਨ ਜਿਵੇਂ ਪੂਰੋ ਦੇ ਖਿੰਦੇ ਦਿਲ ਦਿਮਾਗ ਤੋਂ ਤਿਲਕ ਗਏ। ਪੂਰੋ ਦੀਆਂ ਰੁਚੀਆਂ ਵਿੱਚ ਕੋਈ ਅੰਤਰ ਨਾ ਪਿਆ। ਰਸ਼ੀਦੇ ਦਾ ਮਨ ਜਿਵੇਂ ਰੋਜ਼ ਉਚੇਚਾ ਬਲ ਬਲ ਕੇ ਹੋਣ ਬੁਝਾਉਣ ਤੇ ਆ ਗਿਆ ਸੀ। ਪੂਰੋ ਦਾ ਦਿਨੋਂ ਦਿਨ ਲਹਿੰਦਾ ਮੂੰਹ ਰਸ਼ੀਦੇ ਕੋਲੋਂ ਤੱਕਿਆ ਨਹੀਂ ਸੀ ਜਾਂਦਾ। ਰਸ਼ੀਦੇ ਦੇ ਵਿਹੜੇ ਵਿੱਚ ਜਿਵੇਂ ਵੀਰਾਨੀ ਨੇ ਆ ਕੇ ਆਪਣੇ ਪੈਰ ਰੱਖ ਦਿੱਤੇ ਸਨ। ਰਸ਼ੀਦੇ ਦੇ ਮੂੰਹ ਉੱਤੇ ਇੱਕ ਚੁੱਪ ਜਿਹੀ ਜੰਮ ਗਈ। ਦੋਵੇਂ ਜੀਅ ਘਰ ਦੀਆਂ ਸਮਾਜ ਦੀਆਂ ਜਿਸਮ ਦੀਆਂ ਕੰਧਾਂ ਵਿੱਚ ਵਲੇਟੇ ਹੋਏ ਸਨ, ਪਰ ਦੋਹਾਂ ਦੇ ਦਰਮਿਆਨ ਜਿਵੇਂ ਇੱਕ ਪਾੜ ਪੈ ਗਿਆ ਸੀ। ਪੂਰੋ ਉਰਾਂ ਦੇ ਘਰ ਲਵੇਰਾ ਸੀ। ਉਹ ਨੇਮ ਨਾਲ ਦੁੱਧ ਜਮਾਂਦੀ, ਦਹੀਂ ਰਿੜਕਦੀ। ਰਸ਼ੀਦੇ ਦੇ ਖੇਤਾਂ ਦੇ ਕਾਮੇ ਜਦੋਂ ਦਾਣਾ ਪੱਠਾ ਲੈ ਕੇ ਆਉਂਦੀ, ਉਹ ਉਹਨਾਂ ਦੇ ਬਾਲਾਂ ਨੂੰ ਲੱਸੀਆਂ ਦੇ ਛੰਨੇ ਭਰ ਦਿੰਦੀ, ਮਖਾਣੇ ਦੇ ਪੇੜੇ ਪਾ ਦਿੰਦੀ। ਪੂਰੋ ਦੀ ਦੰਦੀ ਕੁਛ ਨਾ ਲੱਗਦਾ। ਰਸ਼ੀਦੇ ਦਾ ਮਨ ਵੀ ਜਿਵੇਂ ਖਾਣ ਪਾਣ ਤੋਂ ਲੈ ਗਿਆ ਸੀ। ਘਰ ਦੇ ਚੁੱਲ੍ਹੇ ਵਿੱਚ ਨਿੱਘੀ ਅੱਗ ਪੱਕਦੀ, ਪਰ ਘਰ ਦੀ ਬੋਲ ਚਾਲ ਉੱਤੇ ਤੇ ਜੀਵਨ ਦੀ ਸਾਰੀ ਹਰਿਆਲੀ ਉੱਤੇ ਇੱਕ ਕੋਹਰਾ ਜੰਮ ਗਿਆ। ਜਾਵੇਦ ਦੇ ਆਵਣੇ ਮੂੰਹ ਉੱਤੇ ਜਿਵੇਂ ਮਾਂ ਪਿਓ ਦੇ ਉਦਾਸ ਮੂੰਹ ਦੇ ਪਰਛਾਵੇਂ ਲਟਕ ਪਏ ਸਨ। ਜਾਵੇਦ ਵਾਸਤੇ ਕੋਈ ਉਚੇਚਾ ਚਮਲਿਆ ਹੋਇਆ ਨਹੀਂ ਸੀ। ਭਾਵੇਂ ਪੂਰੋ ਸਾਰੇ ਨੇਮ ਨਿਭਾਂਦੀ ਸੀ ਤੇ ਭਾਵੇਂ ਰਸ਼ੀਦਾ ਜਾਵੇਦ ਨੂੰ ਦਿਲੋਂ ਬੜਾ ਪਿਆਰ ਕਰਦਾ ਸੀ। ਇੱਕ ਰਾਤ ਸੁੱਤਿਆਂ ਰਸ਼ੀਦੇ ਦਾ ਪਿੰਡਾ ਭੁੱਖ ਗਿਆ। ਸਵੇਰ ਨੂੰ ਜਦੋਂ ਪੂਰੋ ਨੇ ਰਸ਼ੀਦੇ ਦੇ ਮੱਥੇ ਉੱਤੇ ਹੱਥ ਲਾ ਕੇ ਤੱਕਿਆ, ਰਸ਼ੀਦੇ ਨੂੰ ਡਾਢਾ ਬੁਖਾਰ ਚੜ੍ਹਿਆ ਹੋਇਆ ਸੀ। ਪਿੰਡ ਦੇ ਹਕੀਮ ਨੇ ਆਪਣਾ ਦਵਾ ਪਾਣੀ ਦਿੱਤਾ। ਰਸ਼ੀਦੇ ਦੇ ਤਾਪ ਨੂੰ 3 ਦਿਹਾੜੇ ਹੋ ਗਏ ਸੀ ਜਦੋਂ ਹਕੀਮ ਨੇ ਸ਼ਬਾ ਪਾਈ ਕਿ ਰਸ਼ੀਦ ਨੂੰ ਸ਼ਾਇਦ ਮਿਆਦੀ ਤਾਪ ਚੜ੍ਹਿਆ ਹੋਇਆ ਸੀ। ਪੂਰੋ ਦੇ ਸਾਰੇ ਧਿਆਨ ਦਾ ਵੈਰਾਗ ਨੂੰ ਰਸ਼ੀਦੀ ਦੀ ਬਿਮਾਰੀ ਨੇ ਖਿੱਚ ਲਿਆ ਸੀ। ਉਹ ਦਵਾ ਦਾਰੂ ਦੇਂਦੀ, ਉਹ ਕੁੱਟਦੀ ਨਾਪਦੀ, ਉਹ ਚੁੱਲ੍ਹੇ ਚੌਕ ਤੋਂ ਵਹਿੰਦੀ। ਜਾਵੇਦ ਦਾ ਮੂੰਹ ਹਿਰਾਸਿਆ ਹੋਇਆ ਸੀ। ਦੁਪਹਿਰਾਂ ਚੜ੍ਹ ਜਾਂਦੀਆਂ ਜਾਵੇਦ ਦੇ ਮੂੰਹ ਉੱਤੇ ਉਗਰਾਲਾਂ ਜੰਮ ਜਾਂਦੀਆਂ। ਪੂਰੋ ਨੂੰ ਉਹਦੀ ਸੂਰਤ ਲੈਣ ਦੀ ਵੇਲ ਨਾ ਮਿਲਦੀ। ਹੋਰ ਰਾਤਾਂ ਲੰਘ ਗਈਆਂ, ਹੋਰ ਦਿਹਾੜੇ ਪੈ ਗਏ। ਰਸ਼ੀਦ ਦਾ ਤਾਪ ਨਾ ਟੁੱਟਾ। ਪੂਰੋ, ਮੇਰਾ ਗੁਨਾਹ ਬਖਸ਼ ਦੇ। ਪੂਰੋ, ਮੇਰੀ ਤਕਸੀਰ ਮਾਫ਼ ਕਰ। ਪੂਰੋ, ਪੂਰੋ, ਰਸ਼ੀਦ ਤਾਪ ਦੀ ਕੁੱਕੀ ਵਿੱਚ ਆਖਦਾ ਪਿਆ ਸੀ। ਰਾਤ ਦਾ ਤਿਸਾਰ ਪਹਿਰ ਸੀ। ਪੂਰੋ ਘਬਰਾ ਗਈ। ਦਿਨ ਦੀ ਖੇਚਲ ਨੇ ਤਾਂ ਰਾਤਾਂ ਦੇ ਉਨੀਂਦਰੇ ਨੇ ਪੂਰੋ ਨੂੰ ਅੱਗੇ ਹੀ ਤੋੜਿਆ ਹੋਇਆ ਸੀ। ਘਬਰਾਈ ਪੂਰੋ ਉੱਠ ਕੇ ਰਸ਼ੀਦੇ ਦੀ ਮੰਜੀ ਕੋਲ ਬਹਿ ਗਈ। ਰਸ਼ੀਦੇ ਦੇ ਮੱਥੇ ਉੱਤੇ ਹੱਥ ਫੇਰਦੀ ਰਹੀ, ਰਸ਼ੀਦੇ ਦੇ ਪੈਰ ਕੁੱਟਦੀ ਰਹੀ, ਪਰ ਰਸ਼ੀਦੇ ਨੂੰ ਸੂਰਤ ਨਹੀਂ ਸੀ। ਅੱਛਾ ਪੂਰੋ, ਮੈਂ ਚੱਲਦਾ ਵਾਂ। ਪੂਰੋ, ਮੇਰੀ ਰੂਹ। ਰਸ਼ੀਦਾ ਕਈ ਟੁੱਟੇ ਹੋਏ ਬੋਲ ਬੋਲਦਾ ਰਿਹਾ। ਪੂਰੋ ਦਾ ਜੀਅ ਉੱਕਾ ਹੀ ਢੋਲਦਾ ਲੱਗ ਪਿਆ। ਬਸ ਕਰ ਰਸ਼ੀਦਿਆ, ਮੇਰਾ ਜ਼ਖ਼ਮ ਉੱਤੇ ਲੂਣ ਨਾ ਲਾ, ਪੂਰੋ ਨੇ ਵਿਲਕੇ ਕੇ ਆਖਿਆ। ਪਰ ਰਸ਼ੀਦੇ ਨੂੰ ਕੋਈ ਸੂਰਤ ਨਹੀਂ ਸੀ ਤਾਂ ਰਸ਼ੀਦਾ
ਉਸੇ ਤਰ੍ਹਾਂ ਕੋਈ ਬੋਲ ਪਿਆ ਬੋਲਦਾ ਸੀ। ਕਿਸੇ ਗੱਲ ਦੀ ਪੂਰੋ ਨੂੰ ਸਮਝ ਲੱਗਦੀ ਤਾਂ ਕਈ ਗੱਲਾਂ ਰਸ਼ੀਦੇ ਦੇ ਗਲ ਵਿੱਚ ਉੱਠ ਕੇ ਰਸ਼ੀਦੇ ਦੇ ਬੁੱਲ੍ਹਾਂ ਵਿੱਚ ਹੀ ਮੁੱਕ ਜਾਂਦੀਆਂ। ਰਾਤ ਦਾ ਹਨੇਰਾ ਕਹਿਰ ਦਾ ਕਾਲਾ ਸੀ। ਪੂਰੋ ਘਰ ਵਿੱਚ ਕਲਕਾਰੀ ਸੀ, ਪਰ ਪੂਰੋ ਨੂੰ ਇੰਜ ਪਿਆ ਲੱਗਦਾ ਸੀ ਕਿ ਉਹ ਸਾਰੀ ਦੁਨੀਆ ਵਿੱਚ ਕੱਲੀ ਕਾਰੀ ਹੈ। ਰਸ਼ੀਦੇ ਤੋਂ ਬਗੈਰ ਕਿਸੇ ਨੇ ਪੂਰੋ ਦੇ ਜ਼ਖਮ ਉੱਤੇ ਫਹੇਹਾ ਵੀ ਨਹੀਂ ਸੀ ਰੱਖਣਾ। ਕੜੇ ਦੇ ਠੰਡੇ ਪਾਣੀ ਵਿੱਚ ਟਾਕੀਆਂ ਪਿਓ ਕੇ ਪੂਰੋ ਨੇ ਰਸ਼ੀਦੇ ਦੇ ਮੱਥੇ ਉੱਤੇ ਧਰੀਆਂ। ਮੱਥਾ ਚੁੱਲ੍ਹੇ ਦੀ ਇੱਟ ਵਰਗਾ ਤੱਤਾ ਸੀ। ਟਾਕੀਆਂ ਪਾਣੀ ਵਿੱਚ ਭਿੱਜਦੀਆਂ ਰਹੀਆਂ। ਕਟੋਰੇ ਵਿੱਚ ਪਈਆਂ ਹੋਈਆਂ ਪਾਣੀ ਮਿੰਟਾਂ ਵਿੱਚ ਕਾੜਾ ਜਿਹਾ ਬਣ ਕੇ ਰਹਿ ਗਿਆ। ਪੂਰੋ ਨੇ ਹੋਰ ਪਾਣੀ ਬਦਲਦਿਆਂ ਤੇ ਉਸ ਦੀਆਂ ਅੱਖਾਂ ਵਿੱਚ ਕਈ ਬੂੰਦਾਂ ਡਹਿ ਪਈਆਂ ਤੇ ਰਸ਼ੀਦੇ ਦੇ ਮੱਥੇ ਉੱਤੇ ਪੈਂਦੀ ਰਹੀਆਂ। ਸਵੇਰ ਦੀ ਪੂਛ ਜਦੋਂ ਫੁੱਟੀ, ਉਸ ਵੇਲੇ ਤੱਕ ਪਤਾ ਨਹੀਂ ਪਾਣੀ ਦਾ ਠਾਰ ਨਾਲ ਕੀ ਅੱਥਰੂਆਂ ਦੇ ਨਿੱਘ ਨਾਲ ਰਸ਼ੀਦੇ ਦਾ ਤਾਪ ਟਲ ਗਿਆ। ਰਸ਼ੀਦੇ ਦਾ ਪਿੰਡਾ ਖੁੱਲ੍ਹਿਆ ਹੋਇਆ ਸੀ। ਰਸ਼ੀਦੇ ਦੀ ਬੇਸੁਰਤੀ ਨੀਂਦਰ ਦੇ ਆਰਾਮ ਵਿੱਚ ਬਦਲ ਗਿਆ। ਰਸ਼ੀਦੇ ਦੀ ਅੱਖ ਜਦੋਂ ਖੁੱਲ੍ਹੀ, ਉਸਨੂੰ ਆਪਣਾ ਪਿੰਡਾ ਹੌਲਾ ਜਾਪਦਾ ਪਿਆ ਸੀ। ਉਹਦੇ ਮੱਥੇ ਵਿੱਚ ਅੱਜ ਪੀੜ ਦੀਆਂ ਚੀਸਾਂ ਕੋਈ ਨਹੀਂ ਸਨ। ਰਸ਼ੀਦੇ ਨੇ ਇੱਕ ਸੌਖਾ ਜਿਹਾ ਸਾਹ ਲੈ ਕੇ ਖੱਬੇ ਵੱਲ ਪਾਸੇ ਪਰਤਿਆਂ ਪੂਰੋ ਰਸ਼ੀਦੀ ਦੀ ਸਰਹਾਂਦੀ ਵੱਲ ਪਈ ਉੱਤੇ ਬੈਠੀ ਮੰਜੀ ਦੀ ਟੇਕ ਲੈ ਕੇ ਸੌ ਗਈ ਸੀ। ਉਸ ਦੇ ਇੱਕ ਹੱਥ ਵਿੱਚ ਅਜੇ ਵੀ ਗਿੱਲੀ ਟਾਕੀ ਫੜੀ ਹੋਈ ਸੀ ਤੇ ਪੈਰਾਂ ਕੋਲ ਪਾਣੀ ਦਾ ਕਟੋਰਾ ਪਿਆ ਹੋਇਆ ਸੀ। ਰਸ਼ੀਦੇ ਨੇ ਭਰੇ ਹੋਏ ਜੀਅ ਨਾਲ ਪੂਰੋ ਦੇ ਮੂੰਹ ਵੱਲ ਤੱਕਿਆ। ਪੂਰੋ ਦਾ ਲੱਥਾ ਹੋਇਆ ਮੂੰਹ ਉਸ ਵੱਲ ਨੀਂਦਰ ਵਿੱਚ ਗੁਆਚ ਗਿਆ ਸੀ। ਆਪਣੀ ਸਾਰੀ ਬਿਮਾਰੀ, ਪੂਰੋ ਦੀ ਸਾਰੀ ਟਹਿਲ ਰਸ਼ੀਦੇ ਦੇ ਮਨ ਵਿੱਚ ਘੋਲ ਕਰਦੀ ਪਈ ਸੀ। ਬੀਤੀ ਹੋਈ ਰਾਤ ਦਾ ਔਖਾ ਵੇਲਾ ਰਸ਼ੀਦੇ ਨੇ ਪੂਰੋ ਦੇ ਮੂੰਹ ਉੱਤੇ ਦੀਆਂ ਕਟੋਰੇ ਦੀ ਟਾਕੀਆਂ ਉੱਤੇ ਚੰਗੀ ਤਰ੍ਹਾਂ ਵੇਖਿਆ। ਰਸ਼ੀਦੇ ਨੇ ਆਪਣਾ ਕਮਜ਼ੋਰ ਜਿਹਾ ਸੱਜਾ ਹੱਥ ਚੁੱਕ ਕੇ ਪੂਰੋ ਦੇ ਸਿਰ ਉੱਤੇ ਧਰ ਦਿੱਤਾ। ਪੂਰੋ ਦੇ ਖਿਲਰੇ ਹੋਏ ਵਾਲਾਂ ਵਿੱਚ ਰਸ਼ੀਦੇ ਦੀਆਂ ਉਂਗਲਾਂ ਹਿਲਦੀਆਂ ਰਹੀਆਂ। ਰਸ਼ੀਦੇ ਦੇ ਪੋਟੇ ਪੂਰੋ ਦੇ ਕੰਨਾਂ ਨੂੰ ਤੇ ਮੱਥੇ ਨੂੰ ਪੋਲੇ ਚੋਂਦੇ ਰਹੇ। ਪੂਰੋ ਦਾ ਸਾਰਾ ਬੁੱਤ ਨੀਂਦਰ ਦੀ ਝੋਲੀ ਵਿੱਚ ਡਿੱਗਾ ਹੋਇਆ ਸੀ। ਅੱਖੀਆਂ ਦੇ ਕੰਨਿਆਂ ਵਿੱਚੋਂ ਅੱਥਰੂ ਵਗ ਕੇ ਰਸ਼ੀਦੇ ਦੇ ਖੇਸ ਉੱਤੇ ਪੈਂਦੇ ਰਹੇ। ਰਸ਼ੀਦਾ ਇੱਕ ਅਜੀਬ ਜਿਹਾ ਸੁਆਦ ਵਿੱਚ ਜਾਗਦਾ ਰਿਹਾ। ਰਸ਼ੀਦੇ ਨੇ ਪੂਰੋ ਦੇ ਜਿਸਮ ਉੱਤੇ ਕਬਜ਼ਾ ਲੈ ਲਿਆ ਸੀ। ਰਸ਼ੀਦੇ ਨੂੰ ਇੱਕ ਹਿਰਸ ਸੀ ਕਿ ਪੂਰੋ ਦੀ ਰੂਹ ਵਿੱਚੋਂ ਵੀ ਉਹ ਸਾਰੇ ਹੱਕ ਲੈ ਲਵੇ। ਪੂਰੋ ਦੀਆਂ ਉਦਾਸੀਆਂ ਰਸ਼ੀਦੇ ਨੂੰ ਖੋ ਕੇ ਖਾਂਦੀਆਂ ਸਨ। ਐਸੇ ਵੇਲੇ ਪੂਰੋ ਟੁੱਟੀ ਹੋਈ ਗੰਦਲ ਵਾਂਗ ਰਸ਼ੀਦੇ ਦੀ ਮੰਜੀ ਨਾਲ ਲੱਗੀ ਹੋਈ ਸੀ। ਰਸ਼ੀਦੇ ਵਿੱਚ ਤ੍ਰਾਣ ਨਹੀਂ ਸੀ, ਪਰ ਰਸ਼ੀਦੇ ਨੂੰ ਇੱਕ ਵਲੇਲ ਪਿਆ ਆਉਂਦਾ ਸੀ ਕਿ ਉਹ ਪੂਰੋ ਨੂੰ ਕਲੇਜੇ ਨਾਲ ਘੁੱਟ ਲਵੇ। ਪਿਛਲੀਆਂ ਦਿਨਾਂ ਦੀ ਘੋਰ ਉਦਾਸੀ ਨਾਲ ਰਸ਼ੀਦੇ ਦਾ ਮਨ ਠੋਕਰਿਆ ਹੋਇਆ ਸੀ। ਐਸ ਘੜੀ ਰਸ਼ੀਦੇ ਨੂੰ ਪੂਰੋ ਦੇ ਮੂੰਹ ਉੱਤੇ ਪਿਆ ਲੱਭਦਾ ਸੀ ਕਿ ਪੂਰੋ ਦੇ ਤਨ ਮਨ ਵਿੱਚ ਰਸ਼ੀਦੇ ਤੋਂ ਬਿਨਾਂ ਕੁਝ ਨਹੀਂ ਸੀ। ਰਸ਼ੀਦੇ ਨੇ ਬਾਂਹ ਹੋਰ ਅਗਾਂਹ ਕਰਕੇ ਪੂਰੋ ਦੇ ਗਲ ਨਾਲ ਵਲਾ ਦਿੱਤੀ। ਬਾਂਹ ਸ਼ਾਇਦ ਜ਼ੋਰ ਦੀ ਘੁੱਟੀ ਗਈ। ਬਾਂਹ ਦੇ ਵੱਲ ਨੇ ਪੂਰੋ ਨੂੰ ਜਗਾ ਦਿੱਤਾ। ਪੂਰੋ ਤ੍ਰਹਿ ਗਈ, ਪਰ ਰਸ਼ੀਦਾ ਬੜੀਆਂ ਪੰਘਰੀਆਂ ਹੋਈਆਂ ਅੱਖਾਂ ਨਾਲ ਪੂਰੋ ਨੂੰ ਵੇਂਹਦਾ ਪਿਆ ਸੀ। ਪੂਰੋ 10 ਦਿਹਾੜੇ ਹੋ ਗਏ ਸਨ ਰਸ਼ੀਦੇ ਨੂੰ ਮੰਜੀ ਤੇ ਪਿਆ। ਰਸ਼ੀਦੇ ਦਾ ਤਾਪ ਪੈਰੋਂ ਪੈਰ ਲੈ ਗਿਆ। ਰਸ਼ੀਦਾ ਅੰਤ ਦਾ ਲਿੱਸਾ ਹੋ ਗਿਆ ਸੀ, ਪਰ ਰਸ਼ੀਦੇ ਦਾ ਮਨ ਡਾਢਾ ਚੰਬਲਿਆ ਹੋਇਆ ਸੀ। ਪੂਰੋ ਨੇ ਆਪਣਾ ਧਿਆਨ ਰਸ਼ੀਦੇ ਵੱਲ ਪਰਤਾ ਲਿਆ ਸੀ। ਰਸ਼ੀਦੇ ਦੇ ਕੋਲ ਬਹਿ ਕੇ ਪੂਰੋ ਦੇ ਦਿਨ ਰਾਤ ਇੱਕ ਕਰ ਛੱਡੇ ਸਨ। ਜਾਵੇਦ ਨੂੰ ਸਵਾਰ
ਬਣਾ ਕੇ ਪੂਰੋ ਰਸ਼ੀਦ ਦੇ ਕੋਲ ਬਿਠਾ ਦਿੰਦੀ ਸੀ। ਜਾਵੇਦ ਨੂੰ ਨਿੱਕੇ ਨਿੱਕੇ ਬੋਲ ਸਿਖਾ ਦਿੰਦੀ ਸੀ। ਜਾਵੇਦ ਰਸ਼ੀਦ ਦੇ ਦੁਆਲੇ ਰਿੜਦਾ ਰਿੜਦਾ ਉਹਦੀਆਂ ਨਕਲਾਂ ਲਾਂਦਾ ਸੀ। ਮਾਂ ਦੇ ਸਿਖਾਏ ਹੋਏ ਬੋਲ ਨੂੰ ਉਗੜ ਦੁਗੜ ਕਰਕੇ ਬੋਲਦਾ ਸੀ। ਰਸ਼ੀਦੇ ਦਾ ਮਨ ਉਗੜਿਆ ਹੋਇਆ ਸੀ। ਰਸ਼ੀਦੇ ਦਾ ਤਾਂ ਤਨ ਹੌਲਾ ਫੁੱਲ ਸੀ। ਰਸ਼ੀਦੇ ਦਾ ਮਨ ਹੀ ਮਨ ਵਿੱਚ ਆਪਣੀ ਬਿਮਾਰੀ ਨੂੰ ਦੁਆਵਾਂ ਦਿੰਦਾ ਸੀ। ਖੁਸ਼ੀ ਅੱਗੇ ਨਾਲੋਂ ਦੂਣੀ ਤੇ ਤੀਣੀ ਹੋ ਕੇ ਰਸ਼ੀਦੇ ਦੇ ਵਿਹੜੇ ਵਿੱਚ ਪਰਤ ਆਈ ਸੀ। ਪੂਰੋ ਦਾ ਦਿਲ ਕਰਨ ਲੱਗਾ ਕਿ ਕਿਸੇ ਦਿਨ ਸੱਚਮੁੱਚ ਹੀ ਉਹ ਭੁੱਲ ਜਾਵੇ ਕਿ ਰਸ਼ੀਦੇ ਨੇ ਉਹਦੇ ਨਾਲ ਕਹਿਰ ਕਮਾਇਆ ਸੀ। ਉਹ ਰਸ਼ੀਦੇ ਨੂੰ ਬੜਾ ਪਿਆਰ ਕਰੇ। ਰਸ਼ੀਦਾ ਉਹਦਾ ਖਾਵਦਾ ਸੀ। ਰਸ਼ੀਦਾ ਉਸ ਦੇ ਬੱਚੇ ਦਾ ਬਾਪ ਸੀ। ਬਸ ਇਹੋ ਇੱਕ ਸੱਚ ਸੀ, ਬਾਕੀ ਸਭ ਕੁਝ ਝੂਠ ਸੀ। ਇੱਕ ਹੋਰ ਪਿੰਜਰ। ਅਗਲੇ ਕੁਝ ਦਿਨਾਂ ਵਿੱਚ ਰਸ਼ੀਦੇ ਨੇ ਇੱਕ ਦੋ ਫਿਰ ਆਪਣੇ ਪਿੰਡ ਛੋਤੋਹਾਣੀ ਪਾ ਲਿਆ ਸੀ। ਉਹਦੇ ਭਰਾ ਨਾਲ ਜਿਹੜੀ ਉਸਦੀ ਸਾਂਝੀ ਜ਼ਮੀਨ ਸੀ, ਉਹਨੇ ਉਹਦਾ ਦਾਣਾ ਪੱਠ ਲੈ ਕੇ ਵੇਚ ਵਟ ਲਿਆ ਸੀ। ਪਰ ਪੂਰੋ ਜਿੱਦਣ ਦੀ ਸੜਕਾਲੇ ਆਈ ਸੀ, ਉਹਨੇ ਪਿੰਡੋਂ ਬਾਹਰ ਪੈਰ ਨਹੀਂ ਸੀ ਕੱਢਿਆ। ਕਦੇ ਰਸ਼ੀਦਾ ਕੁਝ ਆਖਦਾ ਤਾਂ ਪੂਰੋ ਹੱਸ ਕੇ ਕਹਿ ਛੱਡਦੀ, ਉਹ ਨਾ ਆਪਣੀ ਮਰਜ਼ੀ ਨਾਲ ਇਸ ਪਿੰਡ ਆਈ ਸੀ, ਨਾ ਆਪਣੀ ਮਰਜ਼ੀ ਨਾਲ ਇਸ ਪਿੰਡ ਤੋਂ ਜਾਏਗੀ। ਜਾਵੇਦ ਹੁਣ ਭੱਜਦਾ ਫਿਰਦਾ ਸੀ। ਰਸ਼ੀਦਾ ਉਂਝ ਮੁੱਢੇ ਹੀ ਸੁਭਾਅ ਦਾ ਨਰਮ ਸੀ। ਪੂਰੋ ਨੂੰ ਉਂਝ ਵੀ ਉਹ ਪਿਆਰ ਕਰਦਾ ਸੀ, ਪਰ ਜਾਵੇਦ ਨਾਲ ਉਸ ਨੂੰ ਉੜਕਾਂ ਦਾ ਪਿਆਰ ਸੀ। ਜਾਵੇਦ ਨੂੰ ਉਹ ਚੁੰਮ ਚੁੰਮ ਕੇ ਚੱਟ ਚੱਟ ਕੇ ਥੱਕਦਾ ਨਹੀਂ। ਜਾਵੇਦ ਹੁਣ ਆਲੀਆਂ ਪੋਲੀਆਂ ਗੱਲਾਂ ਵੀ ਕਰਦਾ ਸੀ। ਅੱਬਾ ਅੱਬਾ ਕਹਿੰਦਾ ਉਹ ਰਸ਼ੀਦੇ ਦੀਆਂ ਲੱਤਾਂ ਨਾਲ ਚੁੰਮਟ ਜਾਂਦਾ ਸੀ। ਪੂਰੋ ਚੁੱਲ੍ਹੇ ਨੂੰ ਚੀਕਣੀ ਮਿੱਟੀ ਨਾਲ ਪੋਚਦੀ ਜਾਪਦਾ। ਪੰਦਾ ਪੰਦਾ ਆ ਕੇ ਗਿੱਲੀ ਮਿੱਟੀ ਉੱਤੇ ਥਪੋਕਦਾ ਪੂਰੋ ਦੇ ਬਣੇ ਹੋਏ ਚੁੱਲ੍ਹੇ ਨੂੰ ਵਿਗਾੜ ਜਾਂਦਾ। ਪੂਰੋ ਲੱਸੀ ਵਿੱਚ ਲੂਣ ਖੋਰ ਕੇ ਪੀਣ ਲੱਗਦੀ। ਜਾਵੇਦ ਹਲਦੀ ਤੇ ਮਿਰਚਾਂ ਉਹਦੀਆਂ ਲੱਸੀ ਵਿੱਚ ਛਿਣ ਵਿੱਚ ਘੱਤ ਦਿੰਦਾ। ਜਾਵੇਦ ਤੱਕਾਂ ਓਲੇ ਛਿਪਦਾ ਰਹਿੰਦਾ। ਰਸ਼ੀਦਾ ਉਹਨੂੰ ਲੱਭਦਾ ਰਹਿੰਦਾ। ਜਾਵੇਦ ਦੇ ਨਿੱਕੇ ਨਿੱਕੇ ਹਾਸਿਆਂ ਨਾਲ ਰਸ਼ੀਦ ਮੱਕੀ ਦੇ ਦਾਣਿਆਂ ਵਾਂਗ ਖਿੜਦਾ ਰਹਿੰਦਾ। ਇੱਕ ਦਿਹਾੜੇ ਕੂੰਗ ਕੂਣੇ ਲੈ ਕੇ ਇੱਕ ਤ੍ਰਿਮਤਾ ਗਲੀਆਂ ਵਿੱਚ ਵੇਚਦੀ ਪਈ ਸੀ। ਜਾਵੇਦ ਨੇ ਮਿੱਟੀ ਦੇ ਨਿੱਕੇ ਖਿਡੌਣਿਆਂ ਤੇ ਕਿੰਨੀਆਂ ਦੇ ਛੂ ਛੂਨਿਆਂ ਨੂੰ ਤੱਕਿਆ। ਪੂਰੋ ਦਾ ਪਲ ਖਿੱਚਣ ਲੱਗਾ। ਪੂਰੋ ਨੇ ਦਾਣਿਆਂ ਦੀ ਮੁੱਠੀ ਦੇ ਪੁਰਾਣੇ ਲੀੜੇ ਤੇ ਕੁੰਗ ਕੋੜੇ ਲਿੱਤੇ, ਤੇ ਉਹ ਅਜੇ ਗਲੀ ਵਿੱਚ ਹੀ ਬੈਠੀ ਹੋਈ ਸੀ ਕਿ ਦੂਰੋਂ ਭੱਜਦੀ ਭੱਜਦੀ ਇੱਕ ਚੱਲੀ ਤ੍ਰੀਮਤ ਲੰਘੀ। ਜਨਾਨੀ ਨੇ ਦੌੜ ਦੌੜ ਕੇ ਆਪਣੇ ਬੱਚੇ ਛੁਪਾ ਲਏ। ਬੂਹੇ ਪੀੜ ਲਏ। ਅਣਜਾਣੇ ਚੀਕਣ ਲੱਗ ਪਏ। ਚੱਲੀ ਤ੍ਰੀਮਤ ਦੇ ਤੇੜ ਪੰਨਿਆਂ ਤੀਕਣ ਉੱਚੀ ਇੱਕ ਸੁਥਾਨ ਸੀ। ਗਲ ਉਹਦੇ ਅਸਲੋਂ ਕੁਝ ਨਹੀਂ ਸੀ। ਰੰਗ ਉਹਦਾ ਖੋਰੇ ਧੁੱਪਾਂ ਨਾਲ ਝੁਲਸਿਆ ਹੋਇਆ ਸੀ ਕਿ ਉਂਝ ਹੀ ਕਾਲਾ ਸੀ। ਉਹਦੇ ਸਿਰ ਉੱਤੇ ਵਾਲਾਂ ਦੀਆਂ ਜਲੂਟੀਆਂ ਬੁਝ ਗਈਆਂ ਸਨ, ਜਿਵੇਂ ਉਹ ਜਦੋਂ ਦੀ ਜੰਮੀ ਸੀ ਕਦੇ ਨਹਾਤੀ ਨਹੀਂ ਸੀ, ਕਦੇ ਧੋਤੀ ਨਹੀਂ ਸੀ। ਲੱਤਾਂ ਨੂੰ ਅਜੀਬ ਤਰ੍ਹਾਂ ਮਰੋੜਦੀ ਸੀ। ਭਾਵਾਂ ਨੂੰ ਉਹ ਅਜੀਬ ਤਰ੍ਹਾਂ ਖਿਲਾਰਦੀ ਸੀ। ਤੁਰਦੀ ਵੀ ਦੌੜਦੀ ਲੱਗਦੀ ਸੀ। ਉਹਦੇ ਮੂੰਹ ਵੱਲ ਤੱਕਦਿਆਂ ਉਹਦੇ ਡਰਾਉਣੇ ਹਾਸੇ ਵਿੱਚ ਖਿਲਰੇ ਹੋਏ ਦੰਦਾਂ ਉੱਤੇ ਹੀ ਨਜ਼ਰ ਜਾਂਦੀ ਸੀ। ਉਹਦੇ ਸੁੱਕੇ ਸੜੇ ਪਿੰਡ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਸੀ ਲੱਗਦਾ। ਇੱਕ ਪਿੰਜਰ ਦੌੜਦਾ ਫਿਰਦਾ ਸੀ। ਪੂਰੋ ਤੱਕਦੀ ਤੱਕਦੀ ਖਲੋਤੀ ਰਹੀ। ਝੋਲੀ ਦਰੋੜਦੀ ਆਈ ਤੇ ਖਿਡੌਣੇ ਵੇਚਣ ਵਾਲੀ ਗੁਲੇਲੀ ਦੇ ਛੱਜ ਵਿੱਚੋਂ ਕੰਗੋੜੀਆਂ ਦੀਆਂ ਦੋਵੇਂ ਮੁੱਠਾਂ ਭਰ ਕੇ ਨੱਸ ਗਈ। ਉਹਦੇ
ਉਹਦੇ ਡਰਾਉਣੇ ਤੇ ਚੀਕਣ ਹਾਸੇ ਦੀ ਆਵਾਜ਼ ਦੇਰ ਤੱਕ ਗਲੀ ਵਿੱਚ ਗੂੰਜਦੀ ਰਹੀ। ਚੱਲੀ ਨੱਸ ਗਈ। ਜਨਾਨੀਆਂ ਫਿਰ ਬੂਹੇ ਖੋਲ੍ਹ ਕੇ ਬਾਹਰ ਆ ਗਈਆਂ। ਖਿਡੌਣਿਆਂ ਵਾਲੀ ਗੁਲੇਲੀ ਆਪਣੇ ਉੱਚੇ ਛੱਤ ਨੂੰ ਤੱਕਦੀ ਰਹੀ। ਜਨਾਨੀ ਹੱਸਦੀ ਰਹੀ ਕਿ ਉਹ ਚੱਲੀ ਕੂੰਗੇ ਘੋੜਿਆਂ ਦੀ ਛਣਕਣੀਆਂ ਨਾਲ ਕਿਹਨੂੰ ਖਿਡਾਵੇਗੀ। ਚੱਲੀ ਸਾਰਾ ਦਿਨ ਪੌਂਦੀ ਖੇਤਾਂ ਵਿੱਚ ਲੱਗੀ ਫਿਰਦੀ, ਪੈਲੀਆਂ ਵਿੱਚੋਂ ਹੀ ਕੁਝ ਭੰਨਦੀ ਤੋੜਦੀ ਖਾਂਦੀ। ਕਈ ਵਾਰ ਜਨਾਨੀਆਂ ਇੱਕ ਦੋ ਰੋਟੀਆਂ ਬੈਠੀ ਹੋਈ ਚੱਲੀ ਦੇ ਅੱਗੇ ਸੁੱਟ ਦਿੰਦੀਆਂ, ਉਹ ਚੱਬ ਜਾਂਦੀ। ਕਈ ਵਾਰ ਜਨਾਨੀਆਂ ਕੋਈ ਦਰੋਣਾ ਝੱਗਾ ਉਹਦੇ ਗਲ ਪਵਾ ਦਿੰਦੀਆਂ। ਚੱਲੀ ਖਿੜ ਹੱਸਦੀ ਝੱਗਾ ਪਾਈ ਰੱਖਦੀ, ਫਿਰ ਉਹਦੇ ਬਟਨ ਤੋੜ ਛੱਡਦੀ, ਫਿਰ ਕਿਸੇ ਦਿਨ ਝੱਗੇ ਨੂੰ ਦੰਦਾਂ ਨਾਲ ਪਾੜ ਕੇ ਛੱਡਦੀ। ਲੀਰਾਂ ਉਹਦੇ ਗਲ ਵਿੱਚ ਲਮਕਦੀਆਂ ਰਹਿੰਦੀਆਂ, ਫਿਰ ਚੱਲੀ ਉਹਨਾਂ ਲੀਰਾਂ ਨੂੰ ਵੀ ਭਰੂ ਕੇ ਆਪਣੇ ਨਾਲੋਂ ਲਾ ਛੱਡਦੀ। ਕਦੇ ਆਪਣੇ ਪਿੰਡੇ ਉੱਤੇ ਸਭ ਕੁਝ ਲਾ ਸੁੱਟਦੀ, ਫਿਰ ਜਨਾਨੀਆਂ ਕੋਈ ਪਾਟੀ ਪੁਰਾਣੀ ਸੁੱਥਣ, ਕੋਈ ਪਾਟਾ ਪੁਰਾਣਾ ਝੱਗਾ ਉਹਦੇ ਦੁਆਲੇ ਪਾ ਦਿੰਦੀਆਂ। ਚੱਲੀ ਹੁਣ ਪਿੰਡ ਸੜਕਾਲੇ ਵਿੱਚ ਜਿਵੇਂ ਰਚ ਮਿਚ ਗਈ ਸੀ। ਉਸਨੂੰ ਰੋਜ਼ ਵੇਖਣ ਦੀ ਸਾਰਿਆਂ ਦੀ ਆਦਤ ਪੈ ਗਈ ਸੀ। ਕਈ ਵਾਰ ਪਿੰਡ ਦੇ ਛੋਟੇ ਮੁੰਡੇ ਉਹਦੇ ਮਗਰ ਲੱਗ ਜਾਂਦੇ, ਤੋੜਦਿਆਂ ਮਾਰਦਿਆਂ ਉਹਨੂੰ ਭਜਾਂਦੇ, ਆਪ ਉਹਦੇ ਪਿੱਛੇ ਭੱਜਦੇ। ਫਿਰ ਰਾਹ ਜਾਂਦਾ ਕੋਈ ਸਿਆਣਾ ਬਿਆਣਾ ਮੁੰਡਿਆਂ ਨੂੰ ਝਿੜਕਦਾ, ਮੁੰਡੇ ਉਹਦੇ ਮਗਰੋਂ ਲੈ ਜਾਂਦੇ। ਨਿੱਕੇ ਬਾਲਾਂ ਨੇ ਜਿੱਦਾਂ ਕਰਨੀਆਂ ਛੱਡ ਦਿੱਤੀਆਂ। ਮਾਵਾਂ ਉਸ ਚੱਲੀ ਦਾ ਡਰਾਵਾ ਦਿੰਦੀਆਂ, ਚੱਲੀ ਫੜ ਕੇ ਲੈ ਜਾਵੇਗੀ। ਰੋਂਦੇ ਬਾਲ ਸਹਿਮ ਕੇ ਚੁੱਪ ਕਰ ਜਾਂਦੇ। ਚੱਲੀ ਕਿਸੇ ਡਾਰੇ ਹੇਠਾਂ ਪੈ ਰਹਿੰਦੀ। ਕਈ ਵਾਰ ਕੋਈ ਪਾਣੀ ਦਾ ਪਿਆਲਾ ਉਹਦੇ ਕੋਲ ਧਰ ਜਾਂਦਾ, ਕਈ ਵਾਰ ਕੋਈ ਰੋਟੀ ਦੇ ਟੁਕੜੇ ਉਹਦੇ ਸਿਰਹਾਣੇ ਰੱਖ ਦਿੰਦਾ। ਕਿਸੇ ਤਰਸ ਵਾਲੇ ਨੇ ਇੱਕ ਪਾਟਾ ਝੂਲਾ ਇੱਕ ਡਾਰੇ ਹੇਠਾਂ ਧਰ ਛੱਡਿਆ। ਚੱਲੀ ਨੇਮ ਨਾਲ ਉੱਥੇ ਜਾ ਕੇ ਰਾਤੀਂ ਪੈ ਰਹਿੰਦੀ। ਚੱਲੀ ਬਸ ਭੱਜਦੀ ਸੀ ਤੇ ਹੱਸਦੀ ਸੀ। ਕਿਸੇ ਦੇ ਬਾਲ ਨੂੰ ਕੋਈ ਮਾੜੀ ਚੰਗੀ ਨਹੀਂ ਸੀ ਕਹਿੰਦੀ। ਕਿਸੇ ਦੀ ਚੀਜ਼ ਵਸਤ ਨੂੰ ਕਦੇ ਹੱਥ ਨਹੀਂ ਸੀ ਲਾਉਂਦੀ। ਡਿੱਗੇ ਟੋਟੇ ਬੋਰਿਆਂ ਨੂੰ ਚੁੱਕ ਲੈਂਦੀ, ਪੁੱਜਾਂ ਨੂੰ ਚੱਟ ਲੈਂਦੀ। ਕੁਝ ਹੀ ਦਿਨਾਂ ਵਿੱਚ ਸਾਰਿਆਂ ਨੇ ਤੱਕਿਆ ਕਿ ਪੂਰੋ ਨੇ ਹੈਰਾਨ ਪਰੇਸ਼ਾਨ ਹੋ ਕੇ ਤੱਕਿਆ, ਚੱਲੀ ਦਾ ਨੰਗਾ ਪੇਟ ਇੱਕ ਉਭਾਰ ਵਿੱਚ ਆਉਂਦਾ ਪਿਆ ਸੀ। ਸਾਰੇ ਪਿੰਡ ਦੀਆਂ ਜਨਾਨੀਆਂ ਜਿਵੇਂ ਸ਼ਰਮਾ ਗਈਆਂ ਹੋਣ। ਚੱਲੀ ਨਾ ਕੁਝ ਬੋਲਦੀ ਸੀ, ਨਾ ਦੱਸਦੀ ਸੀ। ਚੱਲੀ ਦਾ ਪਿੰਡਾ ਦਿਨੋਂ ਦਿਨ ਭਰਦਾ ਜਾਂਦਾ ਸੀ। ਚੱਲੀ ਦੀਆਂ ਵੱਖੀਆਂ ਦਿਨੋਂ ਦਿਨ ਕੱਸੀਆਂ ਪਈਆਂ ਜਾਂਦੀਆਂ ਸਨ। ਜਨਾਨੀਆਂ ਦਾ ਜੀਅ ਕਰਦਾ ਉਹ ਚੱਲੀ ਨੂੰ ਟਕ ਰੱਖਣ, ਉਹ ਚੱਲੀ ਨੂੰ ਕਿਸੇ ਭੋਰੇ ਵਿੱਚ ਪਾ ਦੇਣ। ਚੱਲੀ ਦਾ ਧਿਆਨ ਵਿੱਚ ਕੁਝ ਨਹੀਂ ਆਉਂਦਾ ਸੀ। ਚੱਲੀ ਉਵੇਂ ਦੀ ਉਵੇਂ ਹੱਸਦੀ ਰਹਿੰਦੀ ਸੀ। ਚੱਲੀ ਉਵੇਂ ਦੀ ਉਵੇਂ ਭੱਜਦੀ ਰਹਿੰਦੀ ਸੀ। ਇੱਕ ਦਿਨ ਦੋਹਾਂ ਚੋਹਾਂ ਮਰਦਾਂ ਨੇ ਰਲ ਕੇ ਚੱਲੀ ਨੂੰ ਤੁਰਾਂਦਿਆਂ ਪਿੰਡੋਂ ਬਾਹਰ ਜਾ ਕੇ ਛੱਡ ਦਿੱਤਾ। ਉੱਤੋਂ ਡੂੰਘੀਆਂ ਤਰਕਾਲਾਂ ਪੈ ਗਈਆਂ ਸਨ। ਉਸ ਰਾਤ ਚੱਲੀ ਕਿਸੇ ਨੂੰ ਨਾ ਦਿਸੀ। ਸਾਰਿਆਂ ਨੇ ਸੋਚਿਆ ਹੁਣ ਚੱਲੀ ਇਸ ਪਿੰਡ ਤੋਂ ਟੁਰ ਗਈ ਸੀ। ਅੱਖੋਂ ਓਹਲੇ ਤੇ ਦਿਲ ਓਹਲੇ ਚੱਲੀ ਹੁਣ ਹੋਰ ਪਿੰਡ ਤੁਰ ਜਾਵੇਗੀ। ਦੂਸਰੀ ਦਿਹਾੜੀ ਅਜੇ ਅੱਧੀ ਹੀ ਲੰਘੀ ਸੀ। ਚੱਲੀ ਉਂਝ ਦੀ ਉਂਝ ਪਿੰਡ ਦੀਆਂ ਜੂਹਾਂ ਵਿੱਚ ਭੌਂਦੀ ਪਈ ਸੀ। ਚੱਲੀ ਉਂਝ ਦੀ ਉਂਝ ਪਿੰਡ ਦੀਆਂ ਪੈਲੀਆਂ ਵਿੱਚ ਹੱਸਦੀ ਪਈ ਸੀ। ਉਹ ਕਿਹੋ ਜਿਹਾ ਮਰਦ ਹੋਵੇਗਾ, ਉਹ ਕਿਹੋ ਜਿਹਾ ਵਿਹੇਸ਼ੀ ਹੋਵੇਗਾ, ਜਿਨ੍ਹਾਂ ਇਹੋ ਜਿਹੀ ਚੱਲੀ ਤ੍ਰੀਮਤ ਦਾ ਇਹ ਹਾਲ ਕਰ ਦਿੱਤਾ। ਸਾਰੀਆਂ ਔਰਤਾਂ ਤਰਾਸ ਕਰਦੀਆਂ, ਸਾਰਿਆਂ ਦਾ ਜੀਅ ਕੱਚਿਆ ਜਾਂਦਾ। ਜਿਸਦੇ ਪੱਲੇ ਨਾ ਹੁਸਨ ਸੀ, ਨਾ ਜਵਾਨੀ ਸੀ, ਮਾਸ ਦਾ ਇੱਕ ਬੁੱਤ ਵੀ ਹੋਸ਼ ਵਿੱਚ ਨਹੀਂ ਸੀ, ਸਿਰਫ ਜਿਉਂਦੀ ਹੱਡੀਆਂ ਦਾ ਇੱਕ ਪਿੰਜਰ ਸੀ, ਇੱਕ ਚੱਲਾ ਪਿੰਜਰ। ਚੀਲਾਂ ਨੇ ਉਸ ਨੂੰ ਵੀ ਚੁੰਡ ਕੇ ਖਾ ਲਿਆ। ਪਰ ਉਹ ਸੋਚ ਕੇ ਥੱਕ ਜਾਂਦੀ। ਚੱਲੀ ਦਾ ਪੇਟ ਦਿਨੋਂ ਦਿਨ ਵੱਧਦਾ ਜਾਂਦਾ ਸੀ।
ਪਿੰਜਰ ਵਿੱਚ ਪਿੰਜਰ। ਸਵੇਰੇ ਦਾ ਉਹ ਸਾਹ ਹਨੇਰਾ ਸੀ ਜਿਸ ਹਨੇਰੇ ਵਿੱਚ ਪੂਰੋ ਨੇਮ ਨਾਲ ਪੈਲੀਆਂ ਨੂੰ ਜਾਂਦੀ ਸੀ। ਉਹ ਅਜੇ ਬਾਹਰ ਵਾਲੀ ਟੰਡੀ ਪਈ ਸੀ। ਇੱਕ ਦਰਖਤ ਦੇ ਪੈਰਾਂ ਵਿੱਚ ਇੱਕ ਬੰਦੇ ਦਾ ਬੁੱਤ ਉਹਨੂੰ ਡਿੱਗਾ ਪਿਆ ਦਿਸਿਆ। ਉਹ ਤ੍ਰਹਿ ਗਈ, ਪਰ ਪੂਰੋ ਦਾ ਜੇਰਾ ਐਡਾ ਛੋਟਾ ਨਹੀਂ ਸੀ। ਉਹ ਮਲੇਕੜੇ ਪੈਰਾਂ ਨਾਲ ਡਿੱਗੇ ਹੋਏ ਬੁੱਤ ਵੱਲ ਵਧੀ। ਉਸ ਲਈ ਪਛਾਣਨਾ ਔਖਾ ਨਹੀਂ ਸੀ। ਚੱਲੀ ਇੱਕ ਪੱਥਰ ਦੀ ਪੱਥਰ ਉਸ ਦਰਖਤ ਹੇਠਾਂ ਪਈ ਹੋਈ ਸੀ ਤੇ ਉਹਦੇ ਪੈਰਾਂ ਕੋਲ ਇੱਕ ਜੰਮੇ ਬਾਲ ਦਾ ਬੁੱਤ ਸੀ, ਜਿਹਦਾ ਨਾੜੂ ਅਜੇ ਉਹਦੀ ਅਲ ਨਾਲ ਲੱਗਾ ਹੋਇਆ ਸੀ। ਪੂਰੋ ਨੂੰ ਇੱਕ ਲੰਬਾ ਹੌਕਾ ਆਇਆ ਤੇ ਉਸ ਦੀਆਂ ਅੱਖਾਂ ਨੁੱਟੀਆਂ ਗਈਆਂ, ਜਿਵੇਂ ਉਸ ਨੂੰ ਅੱਗੇ ਸੁਰਤ ਹੀ ਨਾ ਰਹੀ। ਉਹਦੀ ਰੀੜ੍ਹ ਦੀ ਹੱਡੀ ਵਿੱਚ ਇੱਕ ਕਾਂਬਾ ਫੇਰ ਗਿਆ ਕਿ ਉਹ ਪਿਛਲੇ ਪੈਰੀਂ ਨੱਸ ਕੇ ਰਸ਼ੀਦੇ ਨੂੰ ਬੁਲਾ ਲਿਆਂਦਾ। ਇੱਕ ਫੱਟੀ ਚਾਦਰ ਦਾ ਪੱਲਾ ਪੂਰੋ ਨੇ ਚੱਲੀ ਦੇ ਪਿੰਡੇ ਉੱਤੇ ਪਾ ਦਿੱਤਾ। ਫਿਰ ਰਸ਼ੀਦੇ ਨੇ ਚੋਲੀ ਦੀ ਨਾੜ ਟੋਹੀ। ਨਾੜ ਵੀ ਟੋਹਣ ਦੀ ਲੋੜ ਨਹੀਂ ਸੀ। ਮੌਤ ਦੀ ਮੋਹਰ ਚੱਲੀ ਦੇ ਮੂੰਹ ਉੱਤੇ ਲੱਗੀ ਹੋਈ ਸੀ। ਵਾਲਾਂ ਦੀ ਇੱਕ ਜੁਲਟੀ ਉਹਦੇ ਮੱਥੇ ਉੱਤੇ ਜੰਮ ਗਈ ਸੀ। ਕੁਦਰਤ ਆਪਣੀ ਪੂਰੀ ਧੜਕਣ ਨਾਲ ਚੱਲੀ ਦੇ ਬਾਲ ਵਿੱਚ ਧੜਕਦੇ ਪਏ ਸੀ। ਬਾਲ ਦੇ ਮੂੰਹ ਵਿੱਚ ਉਹਦਾ ਸੱਜਾ ਅੰਗੂਠਾ ਪਿਆ ਹੋਇਆ ਸੀ। ਯਾ ਅੱਲਾ, ਰਸ਼ੀਦੇ ਦੇ ਮੂੰਹੋਂ ਨਿਕਲਿਆ ਤੇ ਚਾਕੂ ਨਾਲ ਉਹਨੇ ਬਾਲ ਦਾ ਨਾੜੂ ਕੱਪਿਆ। ਪੂਰੋ ਨੇ ਸਿਰ ਦੇ ਪੱਲੇ ਵਿੱਚ ਬਾਲ ਨੂੰ ਲਪੇਟ ਲਿਆ ਤੇ ਦੋਵੇਂ ਜੀਅ ਘਰ ਨੂੰ ਪਰਤ ਗਏ। ਸਵੇਰ ਦੀ ਪੁੰਦ ਵਾਂਗੂ ਸਾਰੇ ਪਿੰਡ ਵਿੱਚ ਇਹ ਖ਼ਬਰ ਫੈਲ ਗਈ। ਆਟਾ ਗੁੰਨਦੀਆਂ ਤੀਵੀਆਂ ਦੇ ਹੱਥ ਪਰਾਤ ਛੁਟਕ ਗਏ। ਪਲਦੇ ਤੰਦੂਰ ਨੂੰ ਛੱਡ ਕੇ ਤੀਵੀਆਂ ਪੂਰੋ ਦੇ ਘਰ ਆ ਕੇ ਬਾਲ ਨੂੰ ਵੇਖ ਜਾਂਦੀਆਂ। ਰੂਹ ਦੇ ਘੋੜੇ ਵਰਗਾ ਚਿੱਟਾ ਅਤੇ ਮਲੂਕ ਬਾਲ ਪੂਰੋ ਦੇ ਨਾ ਧੁਆ ਕੇ ਇੱਕ ਪਹੇੜੀ ਉੱਤੇ ਪਾਇਆ ਹੋਇਆ ਸੀ। ਕਿਸੇ ਦੁੱਧ ਵਿੱਚ ਨਿੱਕੀ ਜਿਹੀ ਟਾਕੀ ਪਿਉਂ ਕੇ ਉਹਨੇ ਉਹਦੇ ਹੋਠਾਂ ਉੱਤੇ ਲਾਈ। ਬਾਲ ਪੂਰੀ ਚੇਤਨਤਾ ਨਾਲ ਦੁੱਧ ਦੀਆਂ ਬੂੰਦਾਂ ਚੂਸੀ ਜਾਂਦਾ ਸੀ। ਜਾਵੇਦ ਆਪਣਾ ਨਿੱਕਾ ਪ੍ਰਾਹੁਣਾ ਨੂੰ ਉੜ ਕੇ ਤੱਕਦਾ ਸੀ। ਰੱਬਾ ਤੇਰਾ ਭਲਾ ਕਰੇ, ਰੱਬ ਤੈਨੂੰ ਬਹੁਤ ਦੇ, ਤੇਰਾ ਬੱਚਾ ਜਿਉਣ ਡਾਢਾ ਕਰਮ ਕੀਤਾ ਏ। ਜਨਾਨੀਆਂ ਆ ਕੇ ਕਹਿੰਦੀਆਂ, ਤਰਸ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਤੇ ਪਰਤ ਜਾਂਦੀਆਂ। ਦੋ ਚੋ ਬੰਦਿਆਂ ਨੇ ਰਲ ਕੇ ਚੱਲੀ ਦੀ ਲਾਸ਼ ਨੂੰ ਟਿਕਾਣੇ ਲਾ ਛੱਡਿਆ। ਤਰਕਾਲਾਂ ਪੈ ਚੱਲੀਆਂ ਸਨ। ਪੂਰੋ ਬਾਲ ਦੇ ਆਰੇ ਪਾਰੇ ਲੱਗੀ ਹੋਈ ਸੀ। ਰਸ਼ੀਦ ਨੇ ਲਾਲਟੇਨ ਦੀ ਬੱਤੀ ਸਾਫ਼ ਕਰਕੇ ਜਦੋਂ ਜਗਾਈ, ਬਾਲ ਨੇ ਦੋਹਾਂ ਮੋਟੀਆਂ ਚੇਤਨਾ ਅੱਖਾਂ ਨਾਲ ਲਾਲਟੇਨ ਵੱਲ ਤੱਕਿਆ। ਅਜੇ ਉਹਦੀ ਕੱਚੀ ਨਜ਼ਰ ਟਿਕਦੀ ਨਹੀਂ ਸੀ। ਫਿਰ ਉਹ ਆਪਣੇ ਧਿਆਨ ਹੋ ਗਿਆ। ਪੂਰੋ ਨੂੰ ਦਲੀਲਾਂ ਆਉਣ ਲੱਗ ਪਈਆਂ। ਚੱਲੀ ਦੇ ਕਲੂਟ ਪਿੰਜਰ ਨੂੰ ਕਿਹੜੇ ਮਰਦ ਨੇ ਹੱਥ ਲਾਇਆ ਹੋਵੇਗਾ। ਖੌਰੇ ਚੱਲੀ ਦੀ ਮਰਜ਼ੀ ਨਾਲ, ਖੌਰੇ ਜੋਰੀ। ਤੇ ਉਸ ਮਰਦ ਨੂੰ ਕਦੇ ਭੁੱਲ ਕੇ ਵੀ ਚੇਤਾ ਨਾ ਆਇਆ ਕਿ ਉਹਨੇ ਚੱਲੀ ਨਾਲ ਕਿਹੜੀ ਹੋਣੀ ਵਰਤਾ ਦਿੱਤੀ। ਕਦੇ ਉਸ ਭੁੱਖੇ ਮਰਦ ਨੂੰ ਆਪਣੇ ਬਾਲ ਦੀ ਵੀ ਯਾਦ ਨਾ ਆਈ, ਜਿਸ ਦੀ ਅਮਾਨਤ ਉਹਨੇ ਚੱਲੀ ਕੋਲ ਰੱਖੀ ਸੀ। ਚੱਲੀ ਨੂੰ ਖੌਰੇ ਪਤਾ ਵੀ ਨਹੀਂ ਹੋਣਾ ਕਿ ਉਹਦੇ ਘਰ ਇੱਕ ਪੁੱਤਰ ਜੰਮੇਗਾ। ਜਣਪੇ ਦੀਆਂ ਪੀੜਾਂ ਉਹਨੇ ਕੀਕਣ ਲਾਈਆਂ ਹੋਈਆਂ। ਉਹਦੇ ਵਾਸਤੇ ਕਿਸੇ ਦਾਈ ਦਾ ਰਹਿਮ ਨਾ ਉੱਠਿਆ। ਰਾਤ ਦੇ ਹਨੇਰੇ ਵਿੱਚ ਉਹ ਚੀਕਦੀ ਰਹੀ ਹੋਵੇਗੀ। ਖੁੱਲ੍ਹੇ ਹਵਾ ਦੇ ਫਰਾਟਿਆਂ ਨਾਲ ਘੁਲਦੀ ਰਹੀ ਹੋਵੇਗੀ। ਠੰਡੀ ਜ਼ਮੀਨ ਦੀ ਮਿੱਟੀ ਉੱਤੇ ਉਹ ਵਿਲਖਦੀ ਰਹੀ ਹੋਵੇਗੀ। ਪਰ ਕੁਦਰਤ ਦੇ ਕਰੜੇ ਕਾਨੂੰਨ ਦਾ ਬੱਧਾ ਸਾਰੀ ਪੀੜ੍ਹੀਆਂ ਲੈ ਕੇ ਉਹਦਾ ਬੱਚਾ ਆਪਣੇ ਆਪ ਬਾਹਰਲੀ ਦੁਨੀਆਂ ਵਿੱਚ ਆਇਆ ਹੋਵੇਗਾ। ਮਿੱਟੀ ਉੱਤੇ ਟਹਿ ਪਿਆ ਹੋਵੇਗਾ ਤੇ ਪੀੜਾਂ ਨਾਲ ਨੁਚੜੀ ਹੋਈ ਚੱਲੀ ਦੀ ਜਾਨ ਟੁੱਟ ਗਈ ਹੋਵੇਗੀ। ਫਿਰ ਪੂਰੋ ਨੂੰ ਦਲੀਲਾਂ ਆਉਂਦੀਆਂ। ਚੱਲੀ ਨੇ ਜਿਉਂ ਕੇ ਵੀ ਕੀ ਲੈਣਾ ਸੀ।
ਉਹਨੇ ਆਪਣੇ ਬਾਲ ਦੀ ਕਿਹੜੀ ਰਾਖ ਕਰਨੀ ਸੀ। ਚੰਗਾ ਹੋਇਆ ਉਹਦੀ ਜਿੰਦ ਛੁੱਟ ਗਈ। ਉਹਦਾ ਬਾਲ ਕਿੱਡਾ ਸੋਹਣਾ ਹੈ। ਵਿੰਗੀਆਂ ਟੇਢੀਆਂ ਹੱਡੀਆਂ ਦੇ ਝੁਲਮੇ ਹੋਏ ਪਿੰਜਰ ਵਿੱਚ ਕਿੰਜ ਏਡਾ ਸੋਹਣਾ ਬਾਲ ਪਲ ਗਿਆ। ਕਿੱਡੀ ਮੋਟੀ ਮੋਟੀ ਇਹਦੀ ਅੱਖਾਂ ਸੀ। ਸਾਰੇ ਨਕਸ਼ ਮਨੁੱਖੀ ਸਨ, ਪਰ ਮਰਦ ਦਾ ਇੱਕ ਨਿੱਕਾ ਜਿਹਾ ਟਾਚਾ ਸੀ। ਖੌਰੇ ਇਹਦਾ ਪਿਓ ਤੱਤਾ ਕਿਹੜਾ ਸੀ। ਦਲੀਲ ਪਈ ਪਈ ਪੂਰੋ ਉਂਘਲਾ ਗਈ। ਜਿਸਨੇ ਤੱਕਿਆ ਇੱਕ ਤਿੱਖੀ ਕੌੜੀ ਉੱਤੇ ਉਸ ਨੂੰ ਸੱਟ ਕੇ ਰਸ਼ੀਦਾ ਨੱਸਿਆ ਜਾਂਦਾ ਸੀ। ਕਿਸੇ ਬਾਗ ਦੀ ਇੱਕ ਨਿੱਕੀ ਕੋਠੜੀ ਵਿੱਚ ਉਸ ਨੂੰ ਪੂਰੇ 3 ਦਿਹਾੜੇ ਰੱਖ ਕੇ ਰਸ਼ੀਦੇ ਨੇ ਉਸ ਨੂੰ ਘਰੋਂ ਕੱਢ ਛੱਡਿਆ। ਪੂਰੋ ਝੋਲੀ ਹੋ ਗਈ, ਗਲੀਆਂ ਵਿੱਚ ਪੈਣ ਲੱਗ ਪਈ। ਉਸ ਦੇ ਡਿੱਠਾ ਵਿੱਚ ਇੱਕ ਬਾਲ ਸੁਰਕਣ ਲੱਗ ਪਿਆ ਤੇ ਫਿਰ ਇੱਕ ਦਿਹਾੜੇ ਇੱਕ ਦਰਖਤ ਦੇ ਸਾਏ ਹੇਠ ਪੂਰੋ ਨੂੰ ਇੱਕ ਬਾਲ ਜੰਮਿਆ, ਜਿਹਦੀ ਸ਼ਕਲ ਨਿਰੀ ਪੂਰੋ ਜਾਵੇਦ ਉੱਤੇ ਸੀ। ਉਹਦਾ ਬਾਲ ਉਹਦੀ ਛਾਤੀ ਨਾਲ ਲੱਗ ਕੇ ਦੁੱਧ ਲਈ ਰੋਂਦਾ ਪਿਆ ਸੀ ਤੇ ਪੂਰੋ ਨੂੰ ਦੁੱਧ ਨਹੀਂ ਸੀ ਆਉਂਦਾ। ਪੂਰੋ ਦੀ ਤ੍ਰੈ ਕੇ ਜਾ ਖੁੱਲੀ। ਸਾਹਮਣੇ ਪੀੜ੍ਹੀ ਉੱਤੇ ਉਹਦਾ ਨਵਾਂ ਬਾਲ ਡਾਢੀਆਂ ਕੇ ਰੋਂਦਾ ਪਿਆ ਸੀ। ਪੂਰੋ ਨੇ ਚੁੱਕ ਕੇ ਛਾਤੀ ਨਾਲ ਲਪੇਟ ਲਿਆ। ਫਿਰ ਡਰ ਕੇ ਆਪਣੇ ਜਾਵੇਦ ਦਾ ਮੂੰਹ ਤੱਕਿਆ, ਜਿਹੜਾ ਨਾਲ ਦੀ ਮੰਜੀ ਉੱਤੇ ਝਟਕ ਹੋਇਆ ਸੌ ਗਿਆ ਸੀ। ਫਿਰ ਪੂਰੋ ਨੇ ਡਰਦਿਆਂ ਚੁੱਲ੍ਹੇ ਕੋਲ ਬੈਠੇ ਹੋਏ ਰਸ਼ੀਦੇ ਵੱਲ ਵੇਖਿਆ। ਰਸ਼ੀਦਾ ਅਜੇ ਤੱਕ ਉਸ ਨੂੰ ਛੱਡ ਕੇ ਨਹੀਂ ਸੀ ਗਿਆ ਤੇ ਨਾ ਉਹਨੂੰ ਉਸ ਨੂੰ ਘਰੋਂ ਕੱਢਿਆ ਸੀ। ਉਹ ਆਪਣੇ ਘਰ ਵਿੱਚ ਸਹੀ ਸਲਾਮਤ ਸੀ। ਰਸ਼ੀਦਾ ਉਹਦਾ ਬੜਾ ਮਿਹਰਬਾਨ ਖਾਵਦਾ ਸੀ ਤੇ ਜਾਵੇਦ ਉਹਨੂੰ ਕੁੰਗੀਰਲੀਆਂ ਵਾਲਾ ਬੜਾ ਸੋਹਣਾ ਪੁੱਤਰ ਸੀ। ਉਹਦੀ ਗਲੀ ਵਾਲੀ ਕੌਮ ਵੀ ਉਹਨੂੰ ਚੋਰੀ ਛੁਪੀ ਖਟ ਖਟ ਕੇ ਮਿਲਦੀ ਸੀ। ਪੂਰੋ ਦੀਆਂ ਆਂਦਰਾਂ ਨੂੰ ਵੱਢਦੀ ਸੀ ਤੇ ਹੁਣ ਉਹਦਾ ਟੱਬਰ ਹੋਰ ਵੱਧ ਗਿਆ ਸੀ। ਉਹਦੇ ਘਰ ਰੱਬ ਨੇ ਆਪੇ ਇੱਕ ਹੋਰ ਪੁੱਤਰ ਘੱਲ ਦਿੱਤਾ ਸੀ। ਪੂਰੋ ਨੇ ਉੱਠ ਕੇ ਨਵੇਂ ਬਾਲ ਦਾ ਮੱਥਾ ਚੁੰਮ ਲਿਆ। ਪੂਰੋ ਨੇ ਉੱਠ ਕੇ ਚਿੱਟੇ ਜੀਰੇ ਦੀ ਤਲੀ ਭਰ ਕੇ ਖਾਧੀ। ਜਾਵੇਦ ਪੂਰੇ ਦਾ ਪੂਰਾ 2 ਵਰ੍ਹੇ ਦੁੱਧ ਪੀਂਦਾ ਰਿਹਾ ਸੀ ਤੇ ਅੱਜ ਦੁੱਧ ਛੁਡਾਇਆ ਪੂਰੋ ਨੂੰ ਬਹੁਤ ਚਿਰ ਨਹੀਂ ਸੀ ਹੋਇਆ। ਉਸਨੇ ਸੁਣਿਆ ਹੋਇਆ ਸੀ ਕਿ ਚਿੱਟਾ ਜੀਰਾ ਛਕਣ ਨਾਲ ਤ੍ਰੀਮਤ ਨੂੰ ਦੁੱਧ ਉਤਰ ਆਉਂਦਾ ਹੈ। ਉਸਨੇ ਨਿੱਕੇ ਬਾਲ ਨੂੰ ਆਪਣੇ ਦੁੱਧ ਅੱਗੇ ਪਾ ਲਿਆ। 3 ਦਿਹਾੜੇ ਲੰਘੇ। ਪੂਰੋ ਨੂੰ ਸੱਚੀ ਮੁੱਚੀ ਦੁੱਧ ਉਤਰ ਆਇਆ। ਪਿੰਡ ਦੀਆਂ ਤ੍ਰੀਮਤਾਂ ਤੱਕ ਹੈਰਾਨ ਹੁੰਦੀਆਂ। ਮੁੰਡਾ ਪੂਰੋ ਦਾ ਨਿੱਕਾ ਪੁੱਤਰ ਬਣ ਕੇ ਪਲਣ ਲੱਗ ਪਿਆ। ਦਾਅਵੇਦਾਰ ਜੁੜੀਆਂ ਹੋਈਆਂ ਪਾਥੀਆਂ ਵਿੱਚੋਂ ਜਿਵੇਂ ਨਿੱਕੀ ਨਿੱਕੀ ਅੱਗ ਉਖੜਦੀ ਹੈ, ਪਿੰਡ ਵਿੱਚ ਘੁਸਰ ਮੁਸਰ ਚੱਲ ਪਈ ਸੀ। ਚੱਲੀ ਹਿੰਦੂ ਔਰਤ ਸੀ। ਉਹਦੇ ਬੱਚੇ ਨੂੰ ਮੁਸਲਮਾਨਾਂ ਨੇ ਲੈ ਲਿਆ ਏ। ਸਾਡੇ ਪਿੰਡ ਦੇ ਵਿਦਿਆਂ ਉਹਨਾਂ ਨੇ ਹਿੰਦੂ ਬੱਚੇ ਨੂੰ ਮੁਸਲਮਾਨ ਬਣਾ ਲਿਆ ਏ। ਬਿੱਲੀ ਜਿਵੇਂ ਆਪਣੇ ਬਲੂੰਗੜੇ ਨੂੰ ਥਾਂ ਚੁੱਕੀ ਫਿਰਦੀ ਹੈ, ਪੂਰੋ ਨਿੱਕੇ ਮੁੰਡੇ ਨੂੰ ਗਲ ਨਾਲ ਲਾ ਕੇ ਪਿਛਲੇ ਅੰਦਰ ਵੜ ਬਹੇ। ਕੰਧਾਂ ਨੂੰ ਚੀਰ ਕੇ ਵੀ ਗੱਲਾਂ ਉਹਦੇ ਕੰਨਾਂ ਵਿੱਚ ਪੈ ਜਾਂਦੀਆਂ। ਪਹਿਲਾਂ ਤਾਂ 1-2 ਹਿੰਦੂ ਘਰਾਂ ਵਿੱਚ ਬੈਠਕਾਂ ਹੁੰਦੀ ਰਹੀਆਂ। ਪੱਕੀ ਗੱਲ ਏ, ਚੱਲੀ ਹਿੰਦੂ ਸੀ। ਕੋਈ ਕਹਿੰਦਾ, ਅਸਾਂ ਆਪ ਸੁਣਿਆ ਹੋਇਆ ਏ, ਉਹ ਲਾਲੇ ਮੂਸੇ ਦੇ ਇੱਕ ਤਗੜੇ ਘਰ ਦੀ ਧੀ ਸੀ। ਚੰਗੀ ਭਲੀ ਨੂੰ ਉਹਦੇ ਸੌਕਣ ਨੇ ਮਾਸਾਣ ਖੁਆ ਦਿੱਤੇ ਸਨ। ਉਦੋਂ ਹੀ ਉਹ ਚੱਲੀ ਹੋ ਗਈ ਸੀ। ਕੋਈ ਕਹਿੰਦਾ, ਸੁਣਿਆ ਏ ਘਰਾਂ ਦੀਆਂ ਨੇ ਬੜੇ ਸੰਗਲ ਮਾਰ ਰੱਖੇ, ਪਰ ਉਹਦੀ ਕਿਸਮਤ ਵਿੱਚ ਖੁਆਰੀ ਲਿਖੀ ਸੀ। ਕੋਈ ਹੋਰ ਕਹਿੰਦਾ, ਐਤੇ ਹੋਈਆਂ ਗੱਲਾਂ ਮੈਂ ਆਪ ਉਹਦੀ ਖੰਬੀ ਬਾਹ ਉੱਤੇ ਓਮ ਖੁਦਿਆ ਹੋਇਆ ਵੇਖਿਆ ਹੈ।
ਕੋਈ ਜਾਣ ਜਿੰਮੀ ਉੱਤੇ ਹੱਥ ਮਾਰ ਕੇ ਕਹਿੰਦਾ, ਹਨੇਰਾ ਹੈ ਯਾਰੋ, ਸਾਡੇ ਵਹਿੰਦਿਆਂ ਵਹਿੰਦਿਆਂ ਮੁਸਲਮਾਨਾਂ ਸਾਡੀਆਂ ਅੱਖਾਂ ਵਿੱਚ ਘੱਟਾ ਪਾ ਗਏ। ਲਾਨਤ ਹੈ ਸਾਡੇ ਤੇ, ਹਿੰਦੂ ਬਾਲ ਉਹਨਾਂ ਨੇ ਮਿੱਟਾਂ ਵਿੱਚੋਂ ਮੁਸਲਮਾਨ ਬਣਾ ਲਿਆ। ਛੋੜੋ ਉਹ ਯਾਰੋ, ਖੋਰੇ ਕਿਹਦੀ ਬਲਾ ਉਹ ਹੈ ਤੇ ਖੋਰੇ ਕਿਹਦੀ ਨਹੀਂ। ਅਸਾਂ ਉਸ ਕੁਤੇਰੇ ਨੂੰ ਕਿੱਥੇ ਬੰਨਣਾ ਹੈ। ਕੋਈ ਜਣਾ ਵਿੱਚੋਂ ਇਹ ਵੀ ਕਹਿ ਦਿੰਦਾ। ਨਲੇਕਾ, ਸਵਾਲ ਐਸਾ ਇਸ ਵੇਲੇ ਧਰਮ ਦਾ ਹੈ। ਇਸੇ ਤਰ੍ਹਾਂ ਕੱਲ੍ਹਾਂ ਨੂੰ ਉਹ ਸਾਰਾ ਪਿੰਡ ਮੁਸਲਮਾਨ ਬਣਾ ਲੈਣਗੇ ਤੇ ਤੂੰ ਉਹਨਾਂ ਦੇ ਮੂੰਹ ਵੇਖਦਾ ਰਹੀਂ। ਇੱਕ ਦੋ ਜਣੇ ਕੋਠੇ ਹੀ ਉੱਚੀ ਉੱਚੀ ਬੋਲ ਪੈਂਦੇ। ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਵੱਜੇ ਹੋਏ ਬੂਹਿਆਂ ਵਿੱਚੋਂ ਉਹ ਕੁੱਟੀ ਗਈ ਹੋਵੇ। ਅਸੀਂ ਮੁੰਡੇ ਨੂੰ ਵਾਪਿਸ ਲੈ ਲਾਂਗੇ, ਵੇਖਾਂਗੇ ਕਿਹੜਾ ਸਾਡਾ ਹੱਥ ਫੜ ਲੈਂਦਾ ਹੈ। ਵਿੱਚੋਂ ਦੋ ਚਾਰ ਛਿੱਲੜਾਂ ਦੀ ਗੱਲ ਹੈ। ਮਹੀਰੀ ਨੂੰ ਚੰਦ ਇਕੱਠਾ ਕਰ ਦਿਆਂਗੇ, ਆਪੇ ਉਹ ਮੁੰਡੇ ਨੂੰ ਪਾਲ ਛੱਡੇਗੀ। ਕੋਈ ਜਾਨ ਜੋਸ਼ ਨਾਲ ਪੋਏ ਦੇ ਅੱਗੋਂ ਸਰਕ ਕੇ ਆਖਦਾ, ਐਡਾ ਕੀ ਗੁਜ਼ਰਿਆ ਹੋਇਆ ਤੇ ਨਹੀਂ, ਸਾਡੇ ਪਿੰਡੇ ਕੋਲੋਂ ਰਲ ਕੇ ਇੱਕ ਮੁੰਡਾ ਨਾ ਪਲੇਗਾ। ਖੋਰੇ ਮੁੰਡਾ ਵੀ ਚੱਲੀ ਵਾਂਗਣ ਗੂੰਗਾ ਬੋਲਾ ਹੀ ਨਿਕਲਦਾ ਹੈ ਕਿ ਵਿੱਚੋਂ ਫਿਰ ਕੋਈ ਜਾਣ ਕੇ ਕਹਿ ਦਿੰਦਾ, ਤਾਂ ਕੀ ਹੈ, ਧਰਮਸ਼ਾਲਾ ਵਿੱਚ ਛੱਡ ਹੋ ਕੇ ਝਾੜੂ ਲਾ ਛੱਡਿਆ ਕਰੇਗਾ, ਦੋ ਟੁੱਕਰ ਹੀ ਖਾਣੇ ਸ। ਫਿਰ ਉਹ ਇੱਕ ਦੂਜੇ ਦੀ ਦਲੇਰੀ ਉੱਤੇ ਥਾਪੀਆਂ ਦਿੰਦੇ ਖੁਸ਼ ਹੁੰਦੇ। ਪਹਿਲਾਂ ਮੀਰੀ ਨੂੰ ਤਾਂ ਪੁੱਛ ਲਵੋ, ਕੋਈ ਜਣਾ ਗੱਲ ਕਰ ਦਿੰਦਾ। ਹੇਖਾਂ ਰੱਖੇਗੀ ਨਾ, ਚਾਂਦੀ ਦੀ ਜੁੱਤੀ ਉਹਦੇ ਸਿਰ ਤੇ ਮਾਰਾਂਗੇ ਤੇ ਤਾਂ ਮੁੰਡੇ ਦੇ ਗੱਲ ਕਰਾਂਗੇ। ਇਉਂ ਮੁੰਡੇ ਦਾ ਕੀ ਹੈ, ਧਰਮਸ਼ਾਲਾ ਤਾਂ ਮਾਲ ਡੰਗਰ ਦਾ ਹੀ ਇੰਨਾ ਕੰਮ ਹੈ, ਮੁਫ਼ਤ ਦਾ ਕੰਮ ਮਿਲ ਜਾਵੇਗਾ। ਕੋ ਅਜੇ ਲੱਥੀ ਨਹੀਂ ਤੇ ਉੱਥੇ ਮੁੰਡਾ ਪਲ ਤੇ ਲਵੇ ਪਹਿਲਾਂ ਉਹਦਾ। ਓਏ ਮਰਦੇ ਕਿਉਂ ਜਾਂਦੇ ਹੋ, ਜੇ ਧਰਮ ਦੇ ਨਾਂ ਉੱਤੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਪਵੇ ਟੱਠੇ ਖੂਹ ਵਿੱਚ। ਤੁਹਾਡੀ ਪੈਲੀ ਦਾ ਪਾਣੀ ਕੋਈ ਆਪਣੀ ਪੈਲੀ ਨੂੰ ਲਾ ਲਵੇ ਤੇ ਤੁਸੀਂ ਲੋਕ ਉਹਦਾ ਸਿਰ ਪਾੜ ਛੱਡਦੇ ਹੋ। ਅੱਜ ਤੁਹਾਡੇ ਹਿੰਦੂਆਂ ਦਾ ਉਹ ਮੁੰਡਾ ਚੁੱਕ ਕੇ ਲੈ ਗਏ ਤਾਂ ਤੁਹਾਡਾ ਮੂੰਹ ਤੋਂ ਉੱਲੀ ਲੱਗ ਗਈ ਹੈ। ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਉਹਦੇ ਵਿੱਚ ਪੱਥਰ ਦੇ ਕੋਲਿਆਂ ਦਾ ਧੂੰ ਰਲ ਗਿਆ ਹੋਵੇ। ਹੁਣ ਰਸ਼ੀਦਾ ਜਦੋਂ ਬਾਹਰੋਂ ਆਪਣੇ ਖੇਤਾਂ ਨੂੰ ਜਾਂਦਾ, ਕੋਲੋਂ ਲੰਘਦਾ ਜਾਂਦਾ ਹਿੰਦੂ ਉਹਦੇ ਵੱਲ ਕੇਰੀਆਂ ਅੱਖਾਂ ਨਾਲ ਤੱਕਦੇ। ਰਸ਼ੀਦਾ ਮੂੰਹ ਧਿਆਨ ਧੁਰੀ ਜਾਂਦਾ। ਇੱਕ ਦੋ ਵਾਰ ਰਸ਼ੀਦੇ ਨੇ ਪੋਲੇ ਪੋਲੇ ਪੂਰੋ ਨੂੰ ਆਖਿਆ ਭਈ ਪਿੰਡ ਦੀ ਹਵਾ ਚੰਗੀ ਨਹੀਂ। ਉਹਨਾਂ ਨੇ ਇਸ ਝਗੜੇ ਵਿੱਚ ਕੀ ਲੈਣਾ ਸੀ। ਗੱਲ ਵਾਧੀ ਘਾਟੀ ਹੋ ਜਾਵੇਗੀ। ਉਹ ਜਾਣੇ ਉਹ ਮੁੰਡਾ ਲੈ ਜਾਣ। ਜੇ ਉਹਨਾਂ ਦੀ ਇਹੋ ਹੀ ਮਰਜ਼ੀ ਹੈ, ਜੋ ਮੁੰਡੇ ਦੀ ਕਿਸਮਤ ਹੈ ਹੋ ਜਾਏਗਾ। ਪੂਰੋ ਕਹਿੰਦੀ ਤੇ ਕੁਛ ਨਾ, ਉਂਝ ਉਹਨੂੰ ਹੌਲ ਪੈਂਦਾ। ਉਹਦੀ ਹੱਡੀਆਂ ਦੇ ਨਿੱਕੇ ਜਿਹੇ ਪਿੰਜਰ ਨੂੰ ਦਿਹੋ ਰਾਤੀ ਗਲ ਲਾ ਲਾ ਕੇ 6 ਮਹੀਨਿਆਂ ਦਾ ਕੀਤਾ ਸੀ। ਹੁਣ ਉਹ ਵੀ ਜਾਵੇਦ ਵਰਗਾ ਗੋਬਲਾ ਗੋਬਲਾ ਨਿਕਲਦਾ ਆਉਂਦਾ ਸੀ। ਉਹਦੀਆਂ ਅੱਖਾਂ ਵਿੱਚ ਪੂਰੋ ਦੀ ਪਛਾਣ ਪੈਂਦੀ ਜਾਂਦੀ ਸੀ। ਜਿੱਧਰ ਜਿੱਧਰ ਪੂਰੋ ਹੁੰਦੀ ਉੱਧਰ ਉੱਧਰ ਉਹਦੀਆਂ ਅੱਖਾਂ ਮੁੜਦੀਆਂ। ਉਹ ਰਸ਼ੀਦੇ ਨੂੰ ਤੱਕ ਤੱਕ ਕੇ ਉਲਰਦਾ ਸੀ। ਫਿਰ ਪੂਰੋ ਸੋਚਦੀ, ਪਹਿਲੇ ਹੀ ਦਿਨ ਹਿੰਦੂਆਂ ਨੂੰ ਕਿਉਂ ਨਾ ਚੇਤਾ ਆਇਆ, ਉਸਨੂੰ ਲੈ ਜਾਂਦੇ, ਪਾਲ ਲੈਂਦੇ, ਉਹਨੂੰ ਮਾਂ ਦੀ ਗੋਦ ਦਿੰਦੇ, ਉਹਨੂੰ ਪਿਓ ਦਾ ਨਿੱਘ ਦਿੰਦੇ। ਪੂਰੋ ਨੇ 6 ਮਹੀਨੇ ਰਾਤੀ ਜਾਗ ਜਾਗ ਕੇ ਕੱਟੀਆਂ ਸਨ। ਉਸਨੇ ਜੀਰਾ ਫੱਕ ਫੱਕ ਕੇ ਆਪਣੀਆਂ ਨਾੜਾਂ ਵਿੱਚੋਂ ਦੁੱਧ ਵਗਾਇਆ ਸੀ। ਉਸਨੂੰ ਉਹਦਾ ਮੈਲਾ ਧੋ ਧੋ ਕੇ ਆਪਣੇ ਨੂੰ ਕਸਾ ਲਏ ਸਨ। ਫਿਰ ਪੂਰੋ ਨੂੰ ਚੇਤੇ ਆਉਂਦਾ, ਉਹਨਾਂ ਆਪ ਮੁੰਡੇ ਨੂੰ ਸ਼ਹਿਦ ਦੀ ਗੁੜ੍ਹਤੀ ਦਿੱਤੀ ਸੀ ਤੇ ਆਪਣੇ ਲਾਗੇ ਦੇ ਮਸਕਲੇ ਘਰਾਂ ਵਿੱਚ ਪੰਜੀਰੀ ਵੰਡੀ ਸੀ ਕਿ ਮੁੰਡੇ ਨੂੰ ਕਦੇ ਵੱਡਿਆਂ ਹੋ ਕੇ ਇਹ ਖਿਆਲ ਨਾ ਆਵੇ ਭਈ ਉਸਦਾ ਕਿਸੇ ਨੇ ਕੀਤਾ ਕੁਝ ਨਾ।
ਇੱਕ ਦਿਨ ਪਿੰਡ ਦੇ ਮੋਰੀ ਹਿੰਦੂਆਂ ਨੇ ਰਸ਼ੀਦਾਂ ਨੂੰ ਬੁਲਾ ਭੇਜਿਆ। ਪੂਰੋ ਦੇ ਹੋਠੋਂ ਉੱਤੇ ਸਿਕੜੀ ਜੰਮ ਗਈ। ਉਹ ਦਲੀਲੇ ਪੈ ਗਈ। ਸਾਰਾ ਝੋਣਾ ਉਸਨੇ ਚੁੱਕਿਆ ਸੀ। ਰਸ਼ੀਦੇ ਨੂੰ ਉਹ ਮਾੜਾ ਚੰਗਾ ਆਖਣਗੇ, ਰਸ਼ੀਦੇ ਦੀ ਉਹ ਬੇਇੱਜ਼ਤੀ ਕਰਨਗੇ। ਪੂਰੋ ਕਹਿ ਰਹੀ ਸੀ ਕਿ ਉਹ ਰਸ਼ੀਦੇ ਦੇ ਨਾਲ ਜਾਏਗੀ। ਉਹ ਉਹਨਾਂ ਦੇ ਸਵਾਲਾਂ ਦੀ ਦੇਣਦਾਰ ਸੀ। ਉਹ ਆਪ ਜਾ ਕੇ ਉਹਨਾਂ ਕੋਲੋਂ ਮੁੰਡੇ ਦੀ ਖੈਰ ਮੰਗ ਲਵੇਗੀ। ਪਰ ਰਸ਼ੀਦਾ ਨਾ ਮੰਨਿਆ ਤੇ ਕੱਲਾ ਆਪ ਜਿੱਥੇ ਉਹਨਾਂ ਲੋਕਾਂ ਬੁਲਾਇਆ ਸੀ ਚਲਾ ਗਿਆ। ਪਿੰਡ ਦੇ ਇੱਕ ਹਿੰਦੂ ਮੋਰੀ ਦੇ ਵਿਹੜੇ ਵਿੱਚ 3-4 ਮੰਜੀਆਂ ਡਿੱਠੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਪਿੰਡ ਦੇ ਸਿਰ ਕਢਵੇਂ ਹਿੰਦੂ ਜੱਟ ਬੈਠੇ ਹੋਏ ਸਨ। ਉਹਨਾਂ ਦਾ ਖਿਆਲ ਸੀ ਰਸ਼ੀਦਾ 2 ਸਾਥੀਆਂ ਨੂੰ ਲੈ ਕੇ ਆਵੇਗਾ ਜਾਂ ਸ਼ਾਇਦ ਨਾ ਹੀ ਆਵੇ। ਫਿਰ ਉਹ ਪੁੱਠੀ ਹਾਥੀ ਰਸ਼ੀਦੇ ਦੇ ਪੇਸ਼ ਆਉਣਗੇ। ਪਰ ਰਸ਼ੀਦਾ ਕੱਲਾ ਮੁਕੱਲਾ ਉੱਥੇ ਲੱਗ ਆਇਆ। ਸਲਾਮ ਦੁਆ ਕਰਦਾ ਉਹਨਾਂ ਦੇ ਸਾਹਮਣੇ ਬਹਿ ਗਿਆ। ਕਿਉਂ ਭਾਈ, ਕੀ ਸਲਾਹ ਹੈ ਤੇਰੀ? ਮੁੰਡਾ ਵਾਪਸ ਦੇਣਾ ਹੈ ਕਿ ਨਹੀਂ? ਹੱਕ ਦੀ ਨੜੀ ਮੂੰਹ ਨਾਲੋਂ ਲਾ ਕੇ ਇਹ ਆਪਣੀ ਭਾਰੀ ਗੋਰੀ ਆਵਾਜ਼ ਵਿੱਚ ਆਖਿਆ। ਮੇਰੀ ਕੀ ਮਜਾਲ ਹੈ, ਅੱਲਾ ਦੀ ਦਾਤ ਹੈ, ਮੈਂ ਕੌਣ ਹਾਂ ਦੇਣ ਵਾਲਾ ਤੇ ਲੈਣ ਵਾਲਾ। ਰਸ਼ੀਦੇ ਨੇ ਇੱਕ ਹੱਥ ਮੱਥੇ ਨਾਲ ਛੁਆ ਕੇ ਫਿਰ ਅਸਮਾਨ ਵੱਲ ਤੱਕਿਆ। ਇਹ ਤਾਂ ਹੋਈਆਂ ਮੋਮੋਠੱਗੀਆਂ ਗੱਲਾਂ। ਸਿੱਧੀ ਤਰ੍ਹਾਂ ਗੱਲ ਕਰ, ਇੱਕ ਨੇ ਤੈਸ਼ ਵਿੱਚ ਆਣ ਕੇ ਕਿਹਾ। ਮੈਂ ਤਾਂ ਅੱਲਾ ਦੇ ਰਹਿਮ ਤੇ ਉਸਨੂੰ ਚੱਕ ਲਿਆਂਦਾ ਹੈ। ਜੇ ਉੱਥੇ 2 ਘੜੀਆਂ ਦੇਰੀ ਨਾਲ ਜਾਂਦਾ ਤੇ ਖੋਰੇ ਕੋਈ ਕੁੱਤਾ ਬਿੱਲਾ ਹੀ ਉਹਨੂੰ ਮੂੰਹ 'ਚ ਪਾ ਲੈਂਦਾ। ਪਰ ਉਹਦੀ ਅੱਲਾ ਵੱਲੋਂ ਵੱਧੀ ਹੋਈ ਸੀ। ਠੀਕ ਹੈ, ਜੇ ਰੱਬ ਵੱਲੋਂ ਧਾਗਾ ਲੰਬਾ ਹੈ ਤਾਂ ਕੋਈ ਤਰੋੜ ਨਹੀਂ ਸਕਦਾ। ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਮਾਂ ਹਿੰਦੂ ਤ੍ਰੀਮਤ ਦੀ ਸੀ ਤੇ ਇੱਕ ਹਿੰਦੂ ਦੇ ਬੱਚੇ ਨੂੰ ਚੁੱਕ ਕੇ ਲੈ ਜਾਣਾ ਅਸੀਂ ਸਹਾਰ ਨਹੀਂ ਸਕਦੇ। ਭਲਿਓ ਲੋਕੋ, ਮੈਨੂੰ ਨਹੀਂ ਪਤਾ ਉਹ ਹਿੰਦੂ ਸੀ ਕਿ ਕੌਣ। ਉਹ ਹਿੰਦੂ ਘਰਾਂ ਤੋਂ ਵੀ ਖਾਂਦੀ ਸੀ, ਮੁਸਲਮਾਨ ਘਰਾਂ ਤੋਂ ਵੀ ਖਾਂਦੀ ਸੀ, ਰਸ਼ੀਦਾ ਕਹਿ ਰਿਹਾ ਸੀ। ਪਰ ਉਹ ਤਾਂ ਸ਼ੁਦੈਣ ਸੀ, ਤੂੰ ਤਾਂ ਸ਼ੁਦਾਈ ਨਹੀਂ। ਵਿੱਚੋਂ ਹੀ ਗੱਲ ਟੋਕ ਕੇ ਕੋਈ ਬੋਲ ਪਿਆ। ਠੀਕ ਹੈ, ਪਰ ਤੁਸੀਂ ਪਹਿਲੇ ਹੀ ਦਿਨ ਉਸ ਮੁੰਡੇ ਨੂੰ ਲੈ ਲੈਂਦੇ, ਪਾਲ ਲੈਂਦੇ। ਮੈਂ ਕਦੇ ਨਾ ਕੀਤੀ ਸੀ? ਮੁੱਠੀ ਕੁ ਜਿੰਨਾ ਉਹ ਪਿੰਜਰ ਸੀ। ਮੇਰੀ ਘਰਵਾਲੀ ਨੇ ਪੋਰੀਆਂ ਕਰਕੇ 6 ਮਹੀਨੇ ਕੱਢੇ ਨੇ। ਹੁਣ ਮੁੰਡਾ ਬਚ ਪਿਆ ਹੈ ਤੇ ਤੁਹਾਨੂੰ ਵੀ ਯਾਦ ਆ ਗਈ ਹੈ। ਅੱਲਾ ਦਾ ਖੌਫ ਖਾਓ। ਰੱਬ ਤਰਸੀ ਤੁਸਾਂ ਪਾਲਣਾ ਹੈ, ਰੱਬ ਤਰਸੀ ਮੈਂ ਪਿਆ ਪਾਲਣਾ ਵਾਂ। ਹੋਰ ਮੈਂ ਵਿੱਚੋਂ ਕੀ ਲੈਣ ਦੇਣਾ ਹੈ? ਰਸ਼ੀਦੇ ਨੇ ਕੁਝ ਇਸ ਤਰ੍ਹਾਂ ਕਿਹਾ ਕਿ 2-3 ਜਣਿਆਂ ਦੇ ਮੂੰਹ ਤੋਂ ਇਹੋ ਹੀ ਖਿਆਲ ਉਗੜਿਆ, ਭਈ ਛੱਡੋ ਜਾਣ ਦਿਓ, ਵਿੱਚੋਂ ਪਾਲਦਾ ਹੈ ਤੇ ਪਿਆ ਪਾਲੇ, ਮੁਫਤ ਦੀ ਬਲਾ ਗੱਲ ਪਈ ਰੱਖੇ। ਦੇਖ, ਅਸੀਂ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ। ਨਾ ਉਹ ਸਾਡਾ ਕੁਝ ਲੱਗਦਾ ਹੈ, ਨਾ ਉਹ ਤੇਰਾ ਕੁਝ ਲੱਗਦਾ ਹੈ। ਇਹ ਤਾਂ ਧਰਮ ਦਾ ਸਵਾਲ ਹੈ, ਸੋ ਧਰਮ ਦੇ ਰਾਹ ਵਿੱਚ ਅੜਨਾ ਨਹੀਂ ਚਾਹੀਦਾ। ਐਵੇਂ ਤੂੰ ਆਪਣੀ ਜਾਨ ਦਾ ਖਤਰਾ ਸਹੇੜੇ ਬਹੇਂਗਾ। ਕਿਸੇ ਨੇ ਕੋਈ ਤੇਰੇ ਨਾਲ ਮਾੜੀ ਚੰਗੀ ਕਰ ਦਿੱਤੀ ਤਾਂ ਅਸੀਂ ਜ਼ਿੰਮੇਵਾਰ ਨਹੀਂ। ਸੋ ਆਪ ਹੀ ਭਲਾ ਪਓ ਤੇ ਮੁੰਡੇ ਨੂੰ ਵਾਪਿਸ ਚ ਦਿਓ। ਜਾਣੇ ਇਹਨਾਂ ਦਿਨਾਂ ਦਾ ਖੁਆਣਾ ਪਿਆਣਾ ਦੇ 4 ਛਿੱਲੜ ਲੈਣੇ ਨੀ ਤਾਂ ਲੈ ਲੈ, ਇੱਕ ਮੋਰੀ ਨੇ ਆਖਿਆ। ਬੇਸ਼ੱਕ ਕਹਿ ਕੇ ਸਾਰੇ ਬੋਲ ਪਏ। ਅੱਲਾ ਅੱਲਾ, ਰਸ਼ੀਦੇ ਨੇ ਦੋਵੇਂ ਹੱਥ ਆਪਣੇ ਕੰਨਾਂ ਨੂੰ ਲਾਏ। ਮਹਿਲ ਖਲੋਤੀ ਹੋਈ ਹੈ, ਨਾਲ ਸਾਡੇ 2-3 ਬੰਦੇ ਜਾਂਦੇ ਨੇ ਤੇ ਮੁੰਡੇ ਨੂੰ ਤੇਰੇ ਘਰੋਂ ਲੈ ਆਉਂਦੇ ਨੇ। ਅਸੀਂ ਆਪ ਸ਼ੁੱਧ ਕਰ ਲਵਾਂਗੇ। ਮੈਂ ਇੱਕ ਵਾਰੀ ਤੁਸਾਂ ਸਾਰਿਆਂ ਦੀ ਮਿੰਨਤ ਕਰਨਾ ਵਾਂ, ਉਸੇ ਸ਼ੋਦੇ ਉੱਤੇ ਰਹਿਮ ਕਰੋ ਤੇ ਜਿੱਥੇ ਹੈ ਟਿਕਿਆ ਰਹਿਣ ਦਿਓ। ਮੇਰੀ ਘਰਵਾਲੀ ਉਹਨੂੰ ਆਪਣੇ ਢਿੱਡ ਦੇ ਜੰਮੇ ਵਾਂਗਣ ਪਈ ਪਾਲਦੀ ਹੈ। ਰਸ਼ੀਦੇ ਨੇ ਦੋਵੇਂ ਹੱਥ ਬੰਨ੍ਹ ਲਏ। ਅਸੀਂ ਤੈਨੂੰ ਸਿੱਧਾ ਰਾਹ ਦੱਸ ਦਿੱਤਾ ਹੈ। ਜੇ ਤੂੰ ਸੁੱਖ ਚਾਹੁੰਦਾ ਹੈ ਤੇ ਭਲਾ ਬਣ ਕੇ ਤੁਰ ਪੈ, ਨਹੀਂ ਤਾਂ ਅਸੀਂ ਜਾਣਦੇ ਹਾਂ ਸਿੱਧੀ ਉਂਗਲੀ ਨਾਲੋਂ ਕਿਉਂ ਨਹੀਂ ਨਿਕਲਦਾ। 2-3 ਜਣੇ ਮੰਜੀਆਂ ਤੋਂ ਉੱਠ ਕੇ ਖਲੋ ਗਏ। ਚਾਦਰ ਦੀ ਬੁੱਕਲ ਮਾਰੀ, ਪਿਛਲੇ ਅੰਦਰੋਂ ਮਹਿਰੇ ਆ ਗਏ। ਰਸ਼ੀਦੇ ਨੂੰ ਖੋਲ੍ਹਣਾ ਪਿਆ ਤੇ ਸਾਰੇ ਰਸ਼ੀਦੇ ਦੇ ਘਰ ਵੱਲ ਤੁਰ ਪਏ। ਪੂਰੋ ਆਪਣੇ ਘਰ ਦੇ ਬੂਹੇ ਕੋਲ ਖਲੋ ਕੇ ਗਲੀ ਦੀਆਂ ਬਿੜਕਾਂ ਪਈ ਲੈਂਦੀ ਸੀ।
ਜਿਉਂ ਹੀ ਉਹਨੇ ਰਸ਼ੀਦੇ ਦਾ ਨੀਵਾਂ ਸਿਰ ਤੱਕਿਆ, ਨਾਲ 3-4 ਬੰਦਿਆਂ ਨੂੰ ਆਉਂਦੇ ਪੈਰ ਵੇਖਿਆ, ਪੂਰੋ ਤੇ ਕਲੇਜਾ ਰਹਿ ਗਿਆ। ਅੱਜ ਪੂਰੋ ਨੂੰ ਆਪਣੇ ਉਹ ਦਿਨ ਅੱਖਾਂ ਅੱਗੇ ਆ ਗਿਆ ਜਿਸ ਦਿਨ ਉਹਦੀ ਮਾਂ ਉਹਦੇ ਨਾਲੋਂ ਟੁੱਟ ਗਈ ਸੀ, ਜਿਸ ਦਿਨ ਉਹਦਾ ਪਿਓ ਉਹਦੇ ਨਾਲੋਂ ਨਿਖੜ ਗਿਆ ਸੀ, ਜਿਸ ਦਿਨ ਉਹਦੀ ਭੈਣ ਭਰਾ ਉਹਦੇ ਕੋਲੋਂ ਵਿਛੜ ਗਏ ਸਨ। ਇਹ ਮੁੰਡਾ ਵੀ ਉਹਦੀ ਬਣ ਚੁੱਕੀ ਆਂਦਰ ਸੀ। ਇਸ ਆਂਦਰ ਦੇ ਟੁੱਟਣ ਵਿੱਚ ਵੀ ਉਹੀ ਹੀ ਪੀੜ ਸੀ। ਪੂਰੋ ਨੇ ਦੌੜ ਕੇ ਮੁੰਡੇ ਨੂੰ ਛਾਤੀ ਨਾਲ ਚਮੋੜ ਲਿਆ। ਰਸ਼ੀਦਾ ਆਪਣੇ ਵਿਹੜੇ ਵਿੱਚ ਆ ਕੇ ਇਉਂ ਖਲੋ ਗਿਆ ਜਿਵੇਂ ਕੋਈ ਗੁਆਚਿਆ ਹੋਇਆ ਬੰਦਾ ਹੋਏ। ਨਾ ਰਸ਼ੀਦੇ ਨੂੰ ਕੁਝ ਕਹਿਣ ਦੀ ਲੋੜ ਸੀ, ਨਾ ਪੂਰੋ ਨੂੰ ਕੁਝ ਪੁੱਛਣ ਦੀ ਲੋੜ ਸੀ। ਮਹੀਰੀ ਵੀ ਪਲਕ ਠੰਬਰ ਗਈ। ਪੂਰੋ ਦੀ ਛਾਤੀ ਨਾਲ ਬੱਚੇ ਨੂੰ ਲਾ ਲੈਣਾ ਉਹਨੂੰ ਬੜਾ ਔਖਾ ਲੱਗਿਆ। ਛੇਤੀ ਹੋ, ਉੱਤੇ ਕੁਵੇਲਾ ਪਿਆ ਹੁੰਦਾ ਹੈ, ਅਸੀਂ ਕੰਮ ਕਾਰ ਲੱਗਣਾ ਹੈ, ਨਾਲ ਦੇ 3 ਬੰਦਿਆਂ ਨੇ ਖੁਰੀਵਿਆ ਹੋ ਕੇ ਆਖਿਆ। ਮਹੀਰੀ ਨੇ ਦੋਵੇਂ ਹੱਥ ਵਧਾ ਕੇ ਪੂਰੋ ਦੇ ਹੱਥਾਂ ਵਿੱਚੋਂ ਬੱਚਾ ਚੁੱਕ ਲਿਆ। ਮੁੰਡੇ ਦੀ ਮੁੱਠ ਪੂਰੋ ਦੇ ਪੱਲੇ ਨੂੰ ਪਈ। ਪੂਰੋ ਨੂੰ ਐਵੇਂ ਹੀ ਲੱਗਾ ਜਿਵੇਂ ਮੁੰਡਾ ਉਹਦੇ ਕਲੇਜੇ ਵਿੱਚ ਪਰ ਕੇ ਇੱਕ ਰੁਗਾ ਪਿਆ ਕੱਢਦਾ ਹੋਵੇ। ਪੂਰੋ ਦਾ ਪੱਲਾ ਨਾਲ ਖਿੱਚਿਆ ਗਿਆ। ਮਹੀਰੀ ਨੇ ਮੁੰਡੇ ਦੀ ਮੁੱਠ ਖਲੋ ਕੇ ਪੱਲਾ ਛੁਡਾ ਦਿੱਤਾ। ਮੁੰਡਾ ਟਿੱਟਿਆ ਪਿਆ, ਸ਼ਾਇਦ ਉੱਪਰੇ ਹੱਥਾਂ ਦੀ ਛੋਹ ਨਾਲ। ਪੂਰੋ ਟੁੱਟੀ ਹੋਈ ਟਾਹਣੀ ਵਾਂਗਣ ਕੰਧ ਦੇ ਆਸਰਾ ਲੈ ਕੇ ਬਹਿ ਗਈ। ਗਲੀ ਦੇ ਮੋੜ ਤੋਂ ਅਜੇ ਵੀ ਮੁੰਡੇ ਦੀ ਰੋਣ ਦੀ ਆਵਾਜ਼ ਆਉਂਦੀ ਪਈ ਸੀ। ਤਰਕਾਲਾਂ ਵੇਲੇ ਤੱਕ ਪੂਰੋ ਦੀ ਛਾਤੀ ਵਿੱਚ ਦੁੱਧ ਸਿਮ ਕੇ ਉਹਦੀ ਕਮੀਜ਼ ਗਿੱਲੀ ਹੋ ਗਈ। ਉਹ ਕਹਿੰਦੀ ਸੀ, ਮੁੰਡਾ ਜ਼ਰੂਰ ਭੁੱਖ ਨਾਲ ਵਿਲਕਦਾ ਹੋਣਾ ਹੈ, ਤਾਂਹੀਓਂ ਉਹਦਾ ਦੁੱਧ ਤ੍ਰਿਪ ਕੇ ਪਿਆ ਵਗਦਾ ਹੈ। ਰਾਤੀਂ ਪੂਰੋ ਹੁਰਾਂ ਦੇ ਨਾਂ ਕਿਸੇ ਪੱਕੀ ਨਾ ਖਾਧੀ। ਜਦੋਂ ਜਾਵੇਦ ਸੁਭਾਕੀ ਜਿਹਾ ਪੁੱਛਦਾ, ਅੱਬਾ ਸਾਡੇ ਕਾਕੇ ਨੂੰ ਕਿੱਥੇ ਲੈ ਗਏ ਨੇ, ਜਾਂ ਅੱਬਾ ਸਾਡਾ ਕਾਕਾ ਕਦੋਂ ਆਵੇਗਾ, ਪੂਰੋ ਤੇ ਰਸ਼ੀਦੇ ਨੀਰੇ ਉਤਰ ਜਿਹੇ ਹੋ ਕੇ ਜਾਵੇਦ ਵੱਲ ਤੱਕਦੇ, ਸ਼ਰਮਿੰਦਾ ਜਿਹੇ ਹੋ ਕੇ ਚੁੱਪ ਕਰ ਜਾਂਦੇ। ਪੂਰੋ ਦੀਆਂ ਅੱਖਾਂ ਅੱਗੇ ਕੰਮੋ ਦਾ ਮੂੰਹ ਆਉਂਦਾ। ਪੂਰੋ ਦੀਆਂ ਅੱਖਾਂ ਅੱਗੇ ਉਹਦੇ ਮੁੰਡੇ ਦਾ ਮੂੰਹ ਆਉਂਦਾ। ਪੂਰੋ ਰਹਿ ਕੇ ਸੋਚਦੀ, ਉਹ ਟੁੱਟੇ ਹੋਏ ਫੁੱਲਾਂ ਨੂੰ ਕਿਉਂ ਗਲ ਨਾਲ ਲਾ ਕੇ ਬਹਿੰਦੀ ਸੀ। ਉਹ ਟੁੱਟੀਆਂ ਹੋਈਆਂ ਕਲੀਆਂ ਨੂੰ ਕਿਉਂ ਪਾਣੀ ਦੇ ਤਰੋਕੇ ਦੇ ਕੇ ਰੱਖਦੀ ਸੀ। ਸਾਰੇ ਹੀ ਉਹਦੇ ਬੇਗਾਨੇ ਸਨ, ਕੋਈ ਵੀ ਉਹਦਾ ਆਪਣਾ ਨਹੀਂ ਸੀ ਬਣਦਾ। ਫਿਰ ਰਹਿ ਕੇ ਉਹਨੂੰ ਰਸ਼ੀਦੇ ਦਾ ਮੂੰਹ ਚੰਗਾ ਲੱਗਦਾ। ਇੱਕ ਉਹ ਹੀ ਉਹਦੇ ਨਾਲ ਤੋੜ ਨਿਭਾ ਰਿਹਾ ਸੀ। ਸਿਰਫ ਉਹ ਉਹਦਾ ਆਪਣਾ ਸੀ, ਉਹਦੇ ਜਾਵੇਦ ਦਾ ਪਿਓ ਸੀ। ਦੂਸਰੀ ਪਲਕ ਤੇ ਤੀਸਰੀ ਪਲਕ ਲੰਘੀ। ਉਸ ਤੋਂ ਅਗਲੇਰੇ ਦਿਨ ਸਾਰੇ ਪਿੰਡ ਵਿੱਚ ਇੱਕੋ ਹੀ ਚਰਚਾ ਸੀ, ਮੁੰਡੇ ਨੇ ਨਹੀਂ ਬਚਣਾ, ਮੁੰਡਾ ਤਾਂ ਮਰਾਂਦਾ ਪਿਆ ਹੋਇਆ ਹੈ। ਮੁੰਡੇ ਦਾ ਤਾਂ ਹਾਲ ਹੀ ਕੋਈ ਨਹੀਂ। ਜਿਹੜਾ ਦੁੱਧ ਦਾ ਘੁੱਟ ਉਹਦੇ ਅੰਦਰ ਲੰਘਦਾ ਹੈ, ਸੰਗਵੇ ਦਾ ਸੰਗਵਾ ਨਿਕਲ ਜਾਂਦਾ ਹੈ। ਪੂਰੋ ਕੰਧਾਂ ਨਾਲ ਲੱਗ ਕੇ ਰੋਂਦੀ। ਪੂਰੋ ਦੀਆਂ ਛਾਤੀਆਂ ਦੁੱਧ ਦੇ ਕੱਠੇ ਨਾਲ ਆਫਰੀਆਂ ਹੋਈਆਂ ਸਨ ਤੇ ਮੁੰਡੇ ਦਾ ਮੂੰਹ ਦੁੱਧ ਤੋਂ ਟੁੱਟਾ ਹੋਇਆ ਸੀ। ਮੁੰਡੇ ਦੇ ਮੂੰਹ ਤੇ ਦੁੱਧ ਦੇ ਵਿਚਕਾਰ ਬੜੀ ਵਿੱਥ ਪੈ ਗਈ ਸੀ। ਮੁੰਡਾ ਦੁੱਧੋਂ ਤੋੜ ਲਿਆ ਨੇ, ਮੁੰਡੇ ਦੀ ਆ ਪੈ ਜਾਣੀ ਏ। ਜੇ ਮੁੰਡਾ ਮਰ ਗਿਆ ਤਾਂ ਪਿੰਡ ਨੇ ਸਾੜ ਸੱਤੀ ਆ ਜਾਣੀ ਏ। ਮੈਂ ਤਾਂ ਆਪਣੇ ਆਦਮੀ ਨੂੰ ਆਖਨੀ ਆਂ, ਭਲੇ ਲੋਕੋ ਬਣ ਕੇ ਜਿੱਥੇ ਮੁੰਡਾ ਜਾਂਦਾ ਹੈ ਉੱਥੇ ਹੀ ਛੱਡ ਕੇ ਆਵੋ। ਅਸੀਂ ਆਪ ਬਾਲ ਬਚਿੰਦਰੇ ਹਾਂ, ਕਿਸੇ ਦੀ ਆ ਭੈੜੀ ਹੁੰਦੀ ਹੈ। ਮੇਰਾ ਮਰਦ ਹੀ ਆਪ ਹੁਦਰਾ ਹੈ। ਮੈਂ ਤੇ ਪਹਿਲਾਂ ਹੀ ਵਰਜ ਰਹੀ ਸਾਂ ਕਿ ਪਰਾਈ ਅੱਗ ਵਿੱਚ ਤੂੰ ਕੀ ਲੈਣਾ ਹੈ। ਕਹਿੰਦੇ ਨੇ ਰਾਤੀਂ ਮਹਿਰ ਨੇ ਠੰਡਾ ਦੁੱਧ ਮੁੰਡੇ ਨੂੰ ਪਿਆ ਛੱਡਿਆ। ਮੁੰਡਾ ਉਸ ਵੇਲੇ ਦਾ ਹੋਰ ਹੋ ਗਿਆ। ਮਾਝਾ ਦੁੱਧ ਪੁਲਾ ਅਲਾਉਂਦਾ ਜਿਹੀ ਬਾਲ ਨੂੰ ਕਿੱਥੇ ਪੁੱਜਦਾ। ਮੁੰਡੇ ਨੂੰ ਉੱਪਰ ਛਲਾ ਆਉਣ ਲੱਗ ਪਿਆ। ਨਹੀਂ, ਮੁੰਡੇ ਨੂੰ ਹਰੇਵਾ ਖਾਧਾ ਹੈ, ਜਦੋਂ ਦਾ ਜੰਮਿਆ ਹੈ ਉਸੇ ਦੇ ਮੂੰਹ ਤੱਕਦਾ ਰਿਹਾ ਹੈ, ਹੁਣ ਉਹ ਕਿੱਥੇ ਪਰਚੇ।
ਵਿਚਾਰਾ ਬੇਜ਼ੁਬਾਨ। ਪਿੰਡ ਦੀਆਂ ਹਿੰਦੂ ਤ੍ਰੀਮਤਾਂ ਦੇ ਮੂੰਹ ਉੱਤੇ ਇਹੋ ਹੀ ਗੱਲ ਸਨ। ਪੂਰੋ ਆਪਦੀਆਂ ਲਹਿੰਦੀਆਂ ਬਿੜਕਾਂ ਲੈਂਦੀਆਂ ਕਨਸੋਆਂ ਸੁਣਦੀ ਉਸਦਾ ਜੀਅ ਕਰਦਾ ਉਹ ਭੱਜੀ ਭੱਜੀ ਧਰਮਸ਼ਾਲਾ ਜਾਵੇ ਤੇ ਉਹਨਾਂ ਨੂੰ ਤਰਲੇ ਪਾਵੇ, ਇਉਂ ਇੱਕ ਜੀ ਦਾ ਘਾਤ ਨਾ ਕਰੋ, ਮੁੰਡਾ ਮੇਰੀ ਝੋਲੀ ਪਾ ਦਿਓ, ਮੁੰਡਾ ਰਾਜੀ ਹੋ ਜਾਏਗਾ। ਪੂਰੋ ਦੇ ਪੈਰ ਦਾ ਹੌਸਲਾ ਨਾ ਪੈਂਦਾ। ਉਸਨੂੰ ਉਮੀਦ ਨਹੀਂ ਸੀ ਕਿ ਮਜ਼ਹਬ ਦੇ ਪੱਥਰ ਵਰਗੇ ਕੰਨ ਉਹਦੀ ਮਿੰਨਤ ਸੁਣ ਲੈਣਗੇ। ਉਸ ਤੋਂ ਵੀ ਅਗਲੇ ਦਿਨ ਤੱਕ ਕੋਈ ਗੱਲ ਨਾ ਵਾਪਰੀ। ਫਿਰ ਅਚਾਨਕ ਰਸ਼ੀਦੇ ਉਰਾਂ ਦੇ ਵਿਹੜੇ ਵਿੱਚ 2-3 ਬੰਦੇ ਆ ਖਲੋਤੇ। ਆ ਲਵੋ ਜਿਹਦੀ ਜਿੰਦ ਤੁਹਾਡੇ ਹੀ ਹਵਾਲੇ ਕਰਨੀ ਆ, ਜੇ ਬਚਦਾ ਹੈ ਤੇ ਬਚਾ ਲਵੋ। ਤੇ ਉਹਨਾਂ ਨੇ ਚਿੱਟੇ ਕੱਪੜਿਆਂ ਵਿੱਚ ਵਲੋਟਿਆ ਹੋਇਆ ਪੀਲਾ ਬੇਸੁਰਤ ਬਾਲ ਰਸ਼ੀਦੀ ਦੀ ਝੋਲੀ ਪਾ ਦਿੱਤਾ। ਇੱਕ ਵਾਰ ਰਸ਼ੀਦੇ ਦਾ ਜੀਅ ਕੀਤਾ ਉਹ ਕੱਸ ਕੇ ਇੱਕ ਚਪੇੜ ਉਹਨਾਂ ਦੇ ਮੂੰਹ ਤੇ ਮਾਰੇ। ਮੇਰੀ 6 ਮਹੀਨਿਆਂ ਦੀ ਟਹਿਲ ਵਾਸਤੇ ਤੁਸੀਂ ਜਾਂਦੇ ਤੇ 4 ਸਿੱਕੇ ਦਿੰਦੇ ਹੋ, ਹੁਣ ਕਬਰਾਂ ਵਿੱਚ ਉਹਦੀਆਂ ਲੱਤਾਂ ਲਟਕਾ ਕੇ ਮੇਰੇ ਹਵਾਲੇ ਕਰਨ ਆਉਂਦੇ ਹੋ। ਜੀਓ, ਜਿੱਥੇ ਮਰਜ਼ੀ ਲੈ ਜਾਓ। ਪੂਰਾ ਦਾ ਹੁਲਾਸਿਆ ਹੋਇਆ ਮੂੰਹ ਵੇਖ ਕੇ ਰਸ਼ੀਦਾ ਸਭ ਕੁਝ ਪੀ ਗਿਆ। ਇੱਕ ਸਾਤੇ ਦੇ ਅੰਦਰ ਅੰਦਰ ਸਾਰੇ ਪਿੰਡ ਨੇ ਵੇਖਿਆ ਮੁੰਡਾ ਪੂਰੋ ਦੇ ਵਿਹੜੇ ਵਿੱਚ ਖੈਰੀ ਮਹਿਰੀ ਪਿਆ ਖੇਡਦਾ ਸੀ। ਰਤੋਵਾਲ। ਰਹੀਮ ਦੀ ਬੁੱਢੀ ਮਾਂ ਦੀਆਂ ਦੋਵਾਂ ਅੱਖਾਂ ਰਹਿੰਦੀਆਂ ਜਾਂਦੀਆਂ ਸਨ। ਰਹੀਮੇ ਦੀ ਇੱਕ ਤ੍ਰੀਮਤ 7 ਮਹੀਨਿਆਂ ਦੀ ਅਲੋਈ ਜਿਹੀ ਕੁੜੀ ਛੱਤ ਕੇ ਮਾਰ ਗਈ ਤੇ ਉਹਦੀ ਦੂਜੀ ਤ੍ਰੀਮਤ ਦੀ ਸੱਸ ਨਾਲ ਬਣਦੀ ਘੱਟ ਸੀ। ਰਹੀਮ ਦੀ ਮਾਂ ਅੱਖੀਆਂ ਨੂੰ ਹੋਰ ਵੀ ਚੁਰਦੀ। ਅਜੇ ਤੱਕ ਉਹਦੇ ਨੈਣੀ ਪ੍ਰੈਣੀ ਨਰੋਏ ਰਹੇ। ਉਹ ਚੌਕੇ ਦੀ ਬੱਤੀ ਕੰਮ ਸੁਆਰਦੀ ਸੀ। ਉਹਨੇ ਲੰਗੋੜ ਕੱਤ ਕੇ ਦਰੀਆਂ ਨਾਲ ਟਰੰਕ ਪਰ ਛੱਡੇ ਸਨ। ਉਹਦੇ ਮਹੀਨ ਕੱਤ ਕੇ ਦੂਤੀਆਂ ਦੇ ਛੁੱਤੀਆਂ ਨਾਲ ਘਰ ਪਰ ਛੱਡਿਆ ਸੀ। ਅਜੇ ਤੱਕ ਉਹ ਆਪਣੇ ਬੁੱਢੇ ਹੱਡਾਂ ਨਾਲ ਦਾਣੇ ਛੱਡ ਲੈਂਦੀ ਸੀ, ਆਟਾ ਪੀ ਲੈਂਦੀ ਸੀ, ਕਪਾਹ ਵੇਲ ਲੈਂਦੀ ਸੀ, ਛਾਂ ਵੇਲੇ ਦੁੱਧ ਦਾ ਰਿੜਕਣਾ ਪਾ ਕੇ ਬਹਿ ਜਾਂਦੀ ਸੀ। ਫਿਰ ਵੀ ਉਹਦੀ ਨੂੰਹ ਕਈ ਨਕਲਾਂ ਲਾਂਦੀ ਸੀ ਤੇ ਉਹ ਸੋਚਦੀ ਸੀ ਜੇ ਉਹ ਅੱਖਾਂ ਤੋਂ ਮੁਹਤਾਜ ਹੋ ਗਈ ਤਾਂ ਉਹਨੂੰ ਕਿਸੇ ਮਿੱਟੀ ਦੇ ਠੁੱਡੇ ਵਿੱਚ ਪਾਣੀ ਵੀ ਨਹੀਂ ਪੁੱਛਣਾ। ਦਿਓ ਰਾਤੀ ਚੁਰਦੀ ਰਹੀਮੇ ਦੀ ਮਾਂ ਨੇ ਇੱਕ ਦਿਹਾੜੇ ਪੂਰੋ ਦਾ ਤਰਲਾ ਲਿਆ ਕਿ ਜੇ ਉਹ ਇੱਕ 15 ਦਿਹਾੜੇ ਉਹਦੇ ਨਾਲ ਚੱਲੇ ਤਾਂ ਉਹ ਆਪਣੇ ਇਲਾਜ ਕਰ ਵੇਖੇ, ਖੋਰੇ ਉਹਦੀ ਸੁਣੀ ਜਾਏ। ਅੰਮਾ, ਉਹ ਸਿਆਣਾ ਕਿੱਥੇ ਰਹਿੰਦਾ ਹੈ? ਪੂਰੋ ਨੇ ਪੁੱਛਿਆ। ਸਿਆਣਾ ਕਿਤੇ ਨਹੀਂ ਪਈ, ਇੱਕ ਬੌਲੀ ਹੈ, ਉਹਨੂੰ ਪੀਰਾਂ ਦੀ ਦੇਣ ਹੈ। ਆਂਦੇ ਨੇ ਉਹਨੂੰ ਪਾਣੀ ਨਾਲ ਰੋਜ਼ ਸਵੇਰੇ ਨਮਾਜ਼ ਪੜ੍ਹ ਕੇ ਅੱਖਾਂ ਧੋਈਏ ਜਾਂ ਦਿਹਾੜੀ ਵਿੱਚ ਅੱਖਾਂ ਵੱਲ ਹੋ ਪੈਂਦੀਆਂ ਨੇ। ਸੁਣਿਆ ਹੈ ਉੱਥੇ ਕਈਆਂ ਦੀਆਂ ਬੰਦ ਹੋਈਆਂ ਅੱਖਾਂ ਵੀ ਖੁੱਲ੍ਹ ਪਈਆਂ ਨੇ। ਬੌਲੀ ਦੀ ਮਿੱਟੀ ਵੀ ਅੱਖਾਂ ਤੇ ਲਾਂਦੇ ਨੇ। ਕਿੱਥੇ ਵੇ ਅੰਮਾ ਉਹ ਬੌਲੀ? ਰੋਤੋਵਾਲ ਪਿੰਡ ਵਿੱਚ ਇੱਕ ਸਾਈਂ ਉੱਥੇ ਰਹਿੰਦਾ ਹੈ। ਆਏ ਗਏ ਮਰੀਜ਼ ਲਈ ਉਸ ਬੌਲੀ ਦੇ ਕੋਲ ਤੰਬੂ ਲਵਾਇਆ ਹੋਇਆ ਹੈ। ਪੂਰੋ ਦੇ ਕੰਨਾਂ ਵਿੱਚ ਜਿਵੇਂ ਕਿਸੇ ਨੇ ਤੀਲਾ ਚੁਭਾ ਦਿੱਤਾ ਹੋਵੇ। ਰੋਤੋਵਾਲ ਛੋਤੇਆਣੀ ਦੀਆਂ ਪੈਲੀਆਂ ਕੋਲ ਖਲੋ ਕੇ ਜਿਸ ਰੋਤੋਵਾਲ ਨੂੰ ਜਾਂਦੀ ਕੱਚੀ ਸੜਕ ਦਾ ਪੂਰੋ ਮੂੰਹ ਵੇਂਹਦੀ ਹੁੰਦੀ ਸੀ, ਜਿਸ ਸੜਕ ਉੱਤੇ ਕਿਸੇ ਨੇ ਪੂਰੋ ਨੂੰ ਲੈਣ ਵਾਸਤੇ ਪੀੜੀ ਹੋਈ ਘੋੜੀ ਤੇ ਚਾੜ ਕੇ ਆਉਣਾ ਸੀ, ਜਿਸ ਸੜਕ ਉੱਤੇ ਪਿੰਡ ਦੇ 4 ਕਹਾਰਾਂ ਨੂੰ ਪੂਰੋ ਦਾ ਡੋਲਾ ਲੈ ਕੇ ਲੰਘਦਾ ਸੀ, ਰੋਤੋਵਾਲ। ਪੂਰੋ ਦੇ ਪੈਰਾਂ ਨਾਲ ਕਦੇ ਉਹ ਰਾਹ ਦਾ ਮੇਲ ਹੋਇਆ। ਪੂਰੋ ਨੇ ਅੱਖਾਂ ਨਾਲ ਕਦੇ ਉਹ ਪਿੰਡ ਨਾ ਤੱਕਿਆ। ਪੂਰੋ ਨੂੰ ਇੱਕ ਭੁੱਲਾ ਹੋਇਆ ਨਾ ਚੇਤੇ ਆਇਆ। ਰਾਮਚੰਦ। ਪੂਰੋ ਦੇ ਅੰਦਰੋਂ ਇੱਕ ਧੂੰਆਂ ਉੱਠਿਆ ਤੇ ਉਹ ਜਿਵੇਂ ਸਾਰੀ ਦੀ ਸਾਰੀ ਉਲਾਂਭਿਆਂ ਨਾਲ ਭਰ ਗਈ।
ਇੱਕ ਵਾਰ ਉਸ ਜਣੇ ਦਾ ਮੂੰਹ ਤਾਂ ਵੇਖਾਂ ਕਿਹੋ ਜਿਹਾ ਹੈ, ਇੱਕ ਵਾਰ ਉਹਦਾ ਪਿੰਡ ਤੇ ਵੇਖਾਂ ਕਿਹੋ ਜਿਹਾ ਹੈ। ਅੱਛਾ ਅੰਮਾ, ਮੈਂ ਤੇਰੇ ਨਾਲ ਚੱਲਾਂਗੀ। ਪੂਰੋ ਦੇ ਮੂੰਹੋਂ ਅਛੋਪਲੇ ਜਿਹੇ ਨਿਕਲ ਗਿਆ। ਫਿਰ ਪੂਰੋ ਸ਼ਰਮਿੰਦੀ ਜਿਹੀ ਹੋ ਕੇ ਉਹਦੇ ਮੂੰਹ ਵੱਲ ਤੱਕਣ ਲੱਗ ਪਈ। ਸਾਈ ਬੱਚੇ ਜੀਨੀ ਦੁੱਧੀ ਦੇ ਪੁੱਤਰ ਵਾਰ ਨਾ ਆਵੀਂ। ਰਹੀਮ ਦੀ ਮਾਂ ਨੇ ਅੰਦਰੋਂ ਅਸੀਸਾਂ ਨਿਕਲੀਆਂ। ਖੋਰੇ ਉਹਦੇ ਜੀਅ ਵਿੱਚ ਵਲੇਲ ਆਇਆ, ਕਦੇ ਉਹਦੀ ਆਪਣੀ ਨੂੰਹ ਵੀ ਐਡੀ ਕੁ ਮਿੱਠੀ ਬੋਲ ਸਕਦੀ ਹੈ। ਅੰਮਾ, ਜਾਵੇਦ ਦੇ ਅੱਬਾ ਨੂੰ ਤਾਂ ਮਨਾਈਏ। ਮੈਂ ਨਹੀਂ ਕਹਿਣਾ, ਪੂਰੋ ਨੇ ਇੱਕ ਲਾਜ ਨਾਲ ਆਖਿਆ। ਲੈ ਹੱਖਾਂ, ਉਹ ਮੇਰਾ ਪੁੱਤਰ ਹੈ, ਕਦੇ ਇਨਕਾਰੀ ਹੋ ਸਕਦਾ ਹੈ। ਮੇਰੀ ਖਾਤਰ 4 ਦਿਹਾੜੇ ਔਖਾ ਸੌਖਾ ਕੱਟ ਲਵੇਗਾ। ਬੜੇ ਦਈਏ ਨਾਲ ਹਰੀਮੇ ਦੀ ਮਾਂ ਨੇ ਆਖਿਆ। ਪੂਰੋ ਚੰਗੀ ਭਲੀ ਜਾਣਦੀ ਸੀ ਰਸ਼ੀਦਾ ਕਦੇ ਉਹਦੀ ਗੱਲ ਨਹੀਂ ਟਾਲਦਾ, ਪਰ ਰਸ਼ੀਦੇ ਦੇ ਸਾਹਮਣੇ ਰੋਤੋਵਾਲ ਦਾ ਨਾਂ ਲੈਣਾ ਨੀ ਪੂਰੋ ਨੂੰ ਔਖਾ ਸੀ। ਉਸ ਰਾਤ ਪੂਰੋ ਦੁਚਿੱਤਿਆਂ ਵਿੱਚ ਪੈ ਗਈ। ਉਹ ਮੇਰਾ ਕੌਣ ਹੁੰਦਾ ਹੈ? ਮੈਂ ਤੇ ਅੱਖ ਪੱਟ ਕੇ ਵੀ ਨਹੀਂ ਉਹਦੇ ਵੱਲ ਤੱਕਣਾ। ਪਰਾਇਆ ਮਰਦ, ਮੈਨੂੰ ਉਹਦੇ ਪਿੰਡ ਨਾਲ ਕੀ? ਪਿੰਡ ਵਿੱਚ ਰਹਿੰਦਾ ਹੈ ਤੇ ਪਿਆ ਹੋਵੇ। ਅੰਮਾ ਆਪਣਾ ਇਲਾਜ ਕਰੇਗੀ, ਫਿਰ ਅਸੀਂ ਮੁੜ ਆਵਾਂਗੇ। ਤਤੀਆਂ ਤੇਰਾ ਹੀ ਅੰਦਰੋਂ ਉਹਦੀਆਂ ਵਲੇਲਾਂ ਉੱਠਦੀਆਂ ਨੇ। ਉਹਨੂੰ ਤੇ ਤੂੰ ਇੱਕ ਭੈੜੇ ਸੁਪਨੇ ਵਾਂਕਰ ਵੀ ਚੇਤੇ ਨਹੀਂ ਹੋਣੀ। ਪੂਰੋ ਸੋਚਦੀ, ਉਸ ਪਿੰਡ ਵਿੱਚ ਜਾ ਕੇ ਰਾਤ ਪੈਂਦਿਆਂ ਹੀ ਉਹਦੇ ਅੰਦਰੋਂ ਜਿਵੇਂ ਕੋਈ ਸੁੱਤਿਆ ਹੋਇਆ ਕਬਰਾਂ ਨੂੰ ਪੁੱਟੇਗਾ। ਉਹਦੇ ਅੰਦਰੋਂ ਜਿਵੇਂ ਕੋਈ ਮੁਰਦਿਆਂ ਨੂੰ ਜਗਾਏਗਾ। ਇਹਨਾਂ ਖਫਨਾਂ ਨੂੰ ਲਾ ਕੇ ਕੀ ਲੈਣਾ ਸੀ? ਉਹ ਰੋਤੇਵਾਲ ਨੂੰ ਨਾ ਜਾਏ, ਉਹ ਰੋਤੇਵਾਲ ਦੇ ਰਾਹ ਵੀ ਨਾ ਲੰਘੇ। ਪੂਰੋ ਦੀ ਜ਼ਬਾਨੋਂ ਨਾ ਨਿਕਲੀ, ਨਾ ਹਾਂ ਨਿਕਲੀ। ਜਾਵੇਦ ਪਿਓ ਦਾ ਵਸਾ ਨਹੀਂ ਸੀ ਖਾਂਦਾ। ਰਸ਼ੀਦੇ ਨੂੰ ਉਹਨੂੰ ਨਾਲ ਲੈ ਕੇ ਤੋਰਿਆ। ਦੋਹਾਂ ਤ੍ਰੀਮਤਾਂ ਨੂੰ ਅੱਪੜਨ ਵਾਸਤੇ ਰਹੀਮੇ ਉਰਾਂ ਦਾ ਇੱਕ ਪੁਰਾਣਾ ਕੰਮੀ ਉਹਨਾਂ ਦੇ ਨਾਲ ਤੁਰਿਆ। ਪੂਰੋ ਛੋਟੇ ਜਾਤਕ ਨੂੰ ਨਾਲ ਲੈ ਕੇ ਗਈ। ਉਹਨਾਂ ਦਾ ਕੰਮੀ ਯੱਕੇ ਤੇ ਅਗਲੇ ਫੱਟੇ ਤੇ ਯੱਕੇ ਵਾਲੇ ਦੇ ਨਾਲ ਬਹਿ ਗਿਆ। ਆਪਣਾ ਸਾਰਾ ਨਿੱਕੜ ਸੁੱਕੜ ਕੇ ਪਿੱਛਾ ਪਰ ਕੇ ਪੂਰੋ ਦੇ ਅੰਮਾ ਆਮੋ ਸਾਹਮਣੀਆਂ ਫੱਟੀਆਂ ਉੱਤੇ ਬਹਿ ਗਈਆਂ। ਚੱਕੇ ਤੋਂ ਪਹਿਲਾਂ ਹਿਚਕੋਲੀਆਂ ਨਾਲ ਹੀ ਪੂਰੋ ਦਾ ਜਾਤਕ ਉਸ ਦੀ ਝੋਲੀ ਵਿੱਚ ਸੌ ਗਿਆ। ਅੱਗੇ ਬੈਠੇ ਹੋਏ ਕੰਮੀ ਨੇ ਉਸ ਦਾ ਜਾਤਕ ਚੁੱਕ ਲਿਆ। ਯੱਗ ਰੋਤੋਵਾਲ ਦੇ ਰਾਹੇ ਪੈ ਗਿਆ। ਘੋੜੇ ਦੀਆਂ ਖੂਰੋਂ ਦੀ ਆਵਾਜ਼ ਜਿਵੇਂ ਪੂਰੋ ਦੇ ਸਿਰ ਦੀਆਂ ਨਾੜਾਂ ਵਿੱਚ ਵੱਜਦੀ ਸੀ। ਉਸਨੇ ਆਪਣਾ ਮੱਥਾ ਯੱਕੇ ਦੀ ਬਾਹੀ ਨਾਲ ਲਾ ਲਿਆ ਤੇ ਉਹ ਉਗਲ ਗਈ। ਪੀੜੀ ਹੋਈ ਢੋਲੀ ਵਿੱਚ ਪੂਰੋ ਜਾਂਦੀ ਤੇ ਡੱਬੇ ਵਾਲਾ ਇੱਕ ਗੱਦਾ ਸਿਰ ਨਾਲ ਲਾ ਕੇ ਪਈ ਹੋਈ ਸੀ। ਚੂੜੇ ਦਾ ਭਾਰ ਨਾਲ ਉਸ ਦੀਆਂ ਬਾਹਾਂ ਨਹੀਂ ਸਨ ਉੱਠਦੀਆਂ। ਹਵਾ ਦੇ ਇੱਕ ਬੁੱਲੇ ਨਾਲ ਡੋਲੀ ਦਾ ਕੱਪੜਾ ਜ਼ਰਾ ਕੁ ਸਿਰਕਿਆ। ਨਿੰਮੇ ਜਿਹੇ ਚਾਨਣ ਵਿੱਚ ਉਸਨੇ ਤੱਕਿਆ। ਉਸਦੇ ਹੱਥਾਂ ਉੱਤੇ ਮਹਿੰਦੀ ਦੇ ਠੱਪੇ ਪੈ ਗਏ ਸਨ। ਕਿੱਡੀ ਖਾਰੀ ਮਹਿੰਦੀ ਸੀ। ਉਸਦੀਆਂ ਸਹੇਲੀਆਂ ਨੇ ਕੋਡੀ ਥੱਪ ਦਿੱਤੀਆਂ ਸੀ। ਭੈੜੇ ਕਹਾੜ ਤੁਰਦੇ ਵੀ ਕਿਸੇ ਤਰ੍ਹਾਂ ਨੇ। ਡੋਲੀ ਵਿੱਚ ਬੈਠੀ ਦੇ ਪਾਸੇ ਅੰਬ ਗਏ ਸਨ। ਡੋਲੀ ਨੂੰ ਕਿੱਡੇ ਹਚਕੋਲੇ ਪਏ ਆਉਂਦੇ ਨੇ। ਉਸ ਦੇ ਗੁੰਦੇ ਹੋਏ ਸਿਰ ਤੋਂ ਉਸਦਾ ਪੱਲਾ ਟਿਲਕ ਗਿਆ। ਉਸਨੇ ਹੱਥ ਉੱਚਾ ਕਰਕੇ ਪੱਲਾ ਠੀਕ ਕੀਤਾ। ਕਲੀਰਿਆਂ ਦੀ ਛਣ ਨਾਲ ਸਾਰੀ ਡੋਲੀ ਵਿੱਚ ਇੱਕ ਖੜਾਕ ਹੋਈ। ਉਸਦੇ ਜੀਅ ਨੂੰ ਖੋ ਪਈ ਪੈਂਦੀ ਸੀ। ਕੱਲ੍ਹ ਦਾ ਉਹਦੇ ਕੋਲੋਂ ਕੋਈ ਕੁਝ ਖਾਧਾ ਨਹੀਂ ਸੀ ਗਿਆ। ਉਸਦੀ ਮਾਂ ਨੇ ਮੱਠੀਆਂ ਦਾ ਇੱਕ ਡੋਲੂ ਉਹਦੀ ਝੋਲੀ ਵਿੱਚ ਧਰਿਆ ਸੀ। ਉਸਦਾ ਜੀਅ ਕੀਤਾ ਮੱਠੀ ਦਾ ਇੱਕ ਟੋਟਾ ਲੈ ਕੇ ਮੂੰਹ ਵਿੱਚ ਪਾਵੇ। ਉਹਦਾ ਕਲੇਜਾ ਨਹੀਂ ਸੀ ਖੋਲ੍ਹਦਾ। ਪੂਰੋ ਨੂੰ ਮੁੰਡੇ ਤੋਂ ਫੜ ਕੇ ਅੰਮਾ ਹਿਲਾਂਦੀ ਪਈ ਸੀ। ਉੱਤੋਂ ਸਿਖਰ ਦੁਪਹਿਰਾਂ ਹੋ ਗਈਆਂ ਨੇ, ਕੋਈ ਕਰਾਹੀ ਮੂੰਹ ਵਿੱਚ ਪਾ ਲੈ।
ਯੱਕੇ ਵਾਲੇ ਨੇ ਯੱਕਾ ਖੁਲਵਾਇਆ ਹੋਇਆ ਸੀ। ਰਾਹ ਦੇ ਇੱਕ ਨਿੱਕੇ ਪਿੰਡ ਕੋਲ ਠਹਿਰ ਕੇ ਸਾਰਿਆਂ ਨੇ ਪਾਣੀ ਪੀਤਾ। ਪੂਰੋ ਤ੍ਰਹਿ ਕੇ ਜਾਗ ਪਈ। ਨਾ ਕੋਈ ਡੋਲੀ ਸੀ, ਨਾ ਕਲੀਰੇ ਸਨ, ਨਾ ਮਹਿੰਦੀ ਸੀ, ਨਾ ਚੂੜਾ ਸੀ, ਤੇ ਉਹ ਸਖਮ ਸਖਣੀ ਯੱਕੇ ਦੇ ਪਿਛਲੇ ਫੱਟੇ ਤੇ ਅੰਮਾ ਦੇ ਸਾਹਮਣੇ ਬੈਠੀ ਹੋਈ ਸੀ। ਘਿਓ ਦਾ ਹੱਥ ਲਾ ਕੇ ਪੂਰੋ ਨੇ ਪਰੌਂਠੇ ਬਣਾ ਕੇ ਰਾਹ ਵਾਸਤੇ ਆਪਣੇ ਨਾਲ ਧਰੇ ਹੋਏ ਸਨ। ਅੰਮਾ ਨੇ ਉਹ ਗਟ ਖੋਲ੍ਹੀ, ਕੰਮੀ ਨੂੰ 4 ਪਰੌਂਠੇ ਦਿੱਤੇ, ਯੱਕੇ ਵਾਲੇ ਨੂੰ ਦਿੱਤੇ, ਆਪ ਲਿੱਤੇ, ਪੂਰੋ ਦੇ ਅੱਗੇ ਧਰੇ। ਪੂਰੋ ਦੇ ਸੰਗ ਵਿੱਚ ਗਰਾਹੀ ਨਹੀਂ ਸੀ ਲੰਘਦੀ, ਤੇ ਤਲੇ ਹੋਏ ਪਰੌਂਠੇ ਦਾ ਘਿਓ ਪੂਰੋ ਦੇ ਜੀਅ ਨੂੰ ਕਚਿਆਉਂਦਾ ਪਿਆ ਸੀ। ਥੋੜਾ ਹੀ ਪੈਂਡਾ ਰਹਿ ਗਿਆ ਹੈ, ਜਪਦੇ ਜਪਦੇ ਮੁੱਕ ਜਾਏਗਾ। ਰਾਤੀ ਕੋੜੀ ਨੂੰ ਸਾਹ ਦੁਆ ਕੇ ਫਿਰ ਮੈਂ ਸਵੇਰੇ ਪਿਛਾ ਪਰਤਣਾ ਹੈ, ਯੱਕੇ ਵਾਲਾ ਕਹਿ ਰਿਹਾ ਸੀ। ਫਿਰ ਉਂਝ ਦੀਆਂ ਉਂਝ ਸਾਰੀ ਸਵਾਰੀਆਂ ਯੱਕੇ ਵਿੱਚ ਬਹਿ ਗਈਆਂ। ਪੂਰੋ ਨੇ ਆਪਣਾ ਮੱਥਾ ਯੱਕੇ ਦੀ ਬਾਹੀ ਨਾਲ ਲਾ ਲਿਆ। ਉਹ ਪਹਿਲੀ ਰਾਤ ਜਾਗ ਕੇ ਆਉਣ ਦਾ ਨਿੱਕ ਸੁੱਖ ਬੁਣਦੀ ਰਹੀ ਸੀ। ਉਸਨੂੰ ਰਾਤ ਦਾ ਉਨੀਂਦਰਾ ਸੀ। ਡੋਲੀ ਫੇਰ ਹਿਚਕੋਲੇ ਖਾਣ ਲੱਗ ਪਈ। ਰੋਤੇਵਾਲ ਦਾ ਰਾਹ ਮੁੱਕਣ ਵਿੱਚ ਨਹੀਂ ਸੀ ਆਉਂਦਾ। ਇੱਕੋ ਵਰਗੀ ਵੱਜੀਆਂ ਅਤੇ ਤੁੱਤੀਆਂ ਦੀ ਆਵਾਜ਼ ਬੜੀ ਉੱਚੀ ਹੋ ਗਈ ਸੀ। ਡੋਲੀ ਦੇ ਦੁਆਲੇ ਵਾਜੇ ਹੀ ਵਾਜੇ ਪਏ ਵੱਜਦੇ ਸਨ। ਪੂਰੋ ਨੇ ਜਾਤਾ ਰੋਤੇਵਾਲ ਆ ਪਹੁੰਚਿਆ ਸੀ। ਵਾਜੇ ਹੋਰ ਉੱਚੇ ਹੋ ਗਏ। ਕੁੜੀਆਂ ਗਾਉਣ ਪਾਈਆਂ ਗੁੰਦੀਆਂ ਸਨ। ਇੱਕ ਜਨਾਨੀ ਨੇ ਉਹਦਾ ਕੁੰਡ ਉੱਚਾ ਕੀਤਾ। ਫਿਰ ਕਿਸੇ ਨੇ ਇੱਕ ਨਿੱਕਾ ਜਿਹਾ ਬਾਲ ਉਹਦੀ ਝੋਲੀ ਵਿੱਚ ਪਾ ਦਿੱਤਾ। ਬਾਲ ਉਹਦੀ ਉੱਪਰੀ ਝੋਲੀ ਵਿੱਚ ਰੋਂਦਾ ਸੀ। ਜਨਾਨੀਆਂ ਖਿੜ-ਖਿੜ ਹੱਸਦੀਆਂ ਸਨ। ਉਹ ਬਾਲ ਦਾ ਸਗਨ ਕਰਦੀਆਂ ਸਨ। ਅੰਮਾ ਉਹਦੇ ਮੁੰਡੇ ਨੂੰ ਹਿਲਾਂਦੀ ਸੀ ਪਈ। ਅਜੇ ਤੈਨੂੰ ਕਿੱਡੀ ਨੀਂਦਰ ਆਈ ਹੈ? ਮੁੰਡਾ ਪਿਆ ਰੋਂਦਾ ਹੈ। ਪੂਰੋ ਫਿਰ ਤ੍ਰਹਿ ਕੇ ਜਾਗੀ। ਯੱਕੇ ਦੇ ਪਿਛਲੇ ਫੱਟੇ ਤੇ ਬੈਠੀ ਹੋਈ ਅੰਮਾ ਉਹਦੇ ਨਾਲ ਗੱਲ ਪਈ ਕਰਦੀ ਸੀ। ਕਿਤਨੀ ਵੱਡੀ ਸਾਡੇ ਕੋਲ ਦੀ ਜੀਵ ਲੰਘ ਗਈ ਹੈ। ਮਾਰ ਵਾਜੇ ਤੇ ਵਾਜੇ ਪਏ ਵੱਜਦੇ ਹਨ, ਤੈਨੂੰ ਜਾਗ ਨਹੀਂ ਆਈ? ਕੰਮੀ ਪਿਆ ਆਖਦਾ ਸੀ। ਤੈਨੂੰ ਸੁੱਤੀ ਪਈ ਨੂੰ ਉਹਨਾਂ ਜਦ ਤੱਕ ਫੜਾਇਆ, ਉਹ ਵੀ ਤੂੰ ਫੜ ਲਿਆ, ਫਿਰ ਵੀ ਤੇਰੀ ਨੀਂਦਰ ਨਹੀਂ ਖੁੱਲ੍ਹੀ। ਅੰਮਾ ਕਹਿੰਦੀ ਕਹਿੰਦੀ ਹੱਸ ਪਈ। ਯੱਕਾ ਰੋਤੋਵਾਲ ਦੇ ਨੇੜੇ ਅੱਪੜ ਗਿਆ ਸੀ। ਜਦੋਂ ਬੌਲੀਓਂ ਦੇ ਲਾਂਘੇ ਜਾ ਕੇ ਸਾਰੇ ਜਣੇ ਯੱਕੇ ਵਿੱਚ ਲੱਥੇ, ਸਾਹਮਣੇ ਹੀ ਸਾਈ ਦਾ ਕੋਠਾ ਸੀ। ਤੰਬੂਆਂ ਦੀ ਥਾਂ ਹੁਣ ਸਾਈ ਨੇ 2-3 ਨਿੱਕੇ ਕੱਚੇ ਕੋਠੇ ਪੁਆ ਲਏ ਸਨ, ਜਿਨ੍ਹਾਂ ਵਿੱਚ ਦੂਰੋਂ ਪਾਰੋਂ ਆਏ ਗਏ ਮੁਸਾਫਰ ਰਹਿੰਦੇ ਸਨ। ਬੋਲੀ ਦਾ ਪਾਣੀ ਅੱਖਾਂ ਨੂੰ ਲਾਂਦੇ ਸਨ, ਮੁਰਾਦਾਂ ਮੰਗਦੇ ਸਨ। ਸਾਈ ਨੇ ਇਹਨਾਂ ਨਵੇਂ ਮੁਸਾਫਰਾਂ ਨੂੰ ਇੱਕ ਕੋਠੜੀ ਦੁਆ ਦਿੱਤੀ। ਕਾਮੇ ਨੇ ਸਾਰੀ ਗੰਢ ਪੋਟਲੀ ਕੋਠੜੇ ਵਿੱਚ ਰੱਖ ਕੇ ਅੰਮਾ ਨੂੰ ਲੈ ਕੇ ਸਾਈ ਕੋਲ ਚਲਿਆ ਗਿਆ। ਪੂਰੋ ਨੇ ਕੋਠੜੀ ਵਿੱਚ ਪਈ ਹੋਈ ਵਾਣ ਦੀ ਇੱਕ ਮੰਜੀ ਉੱਤੇ ਖੇਸੀ ਸੁੱਟ ਕੇ ਮੁੰਡੇ ਨੂੰ ਪਾ ਦਿੱਤਾ ਤੇ ਕੋਠੜੀ ਦੇ ਬੂਹੇ ਵਿੱਚ ਖਲੋ ਕੇ ਸਾਹਮਣੀਆਂ ਪੈਲੀਆਂ ਤੋਂ ਪਾਰ ਪਿੰਡ ਦੇ ਘਰਾਂ ਵੱਲ ਤੱਕਣ ਲੱਗ ਪਈ। ਮੈਂ ਰੋਤੇਵਾਲ ਆ ਗਈ। ਮੈਨੂੰ ਕਿਸੇ ਬੁਲਾ ਨਾ ਭੇਜਿਆ। ਮੈਨੂੰ ਇੱਕ ਵੀ ਬੰਦਾ ਲੈਣ ਨਾ ਗਿਆ। ਕਿਸੇ ਇੱਕ ਵੀ ਤੂਤੀ ਨਾ ਵਜਾਈ। ਕਿਸੇ ਇੱਕ ਵੀ ਗਾਉਣ ਨਾ ਗਾਵੇ। ਕਿਸੇ ਇੱਕ ਵੀ ਚੂੜੀ ਮੇਰੇ ਹੱਥ ਵਿੱਚ ਨਾ ਪਾਈ। ਇੱਕ ਵੀ ਕੋਡੀ ਮੇਰੀਆਂ ਬਾਹਾਂ ਨਾਲ ਨਹੀਂ ਛੜਕੀ। ਮਹਿੰਦੀ ਦਾ ਇੱਕ ਪੱਤਾ ਵੀ ਮੇਰੇ ਹੱਥ ਤੇ ਨਾ ਲੱਗਿਆ। ਪਿੰਡੋਂ ਬਾਹਰਲੀ ਬੌਲੀ ਦੀ ਚੁੱਪ-ਚਾਪ ਪੂਰੋ ਨੂੰ ਖਾਂਦੀ ਪਈ ਸੀ। ਉਸਦਾ ਜੀਅ ਕਰੇ ਉਹ ਇਸ ਪਿੰਡੋਂ ਭੱਜ ਜਾਏ, ਉਹ ਇੱਥੋਂ ਨੱਸ ਜਾਏ। ਰਹਿ ਕੇ ਉਸਨੂੰ ਇੱਕ ਚੀਚੀ ਆਉਂਦੀ ਸੀ, ਕਿਹੜੇ ਨਿਘੱਤਰ ਲੋਕ ਨੇ ਇਸ ਪਿੰਡ ਦੇ। ਕੋਈ ਉਹਨੂੰ ਕਹਿੰਦਾ ਨਹੀਂ ਬਹਿ ਜਾ, ਕੋਈ ਉਹਨੂੰ ਕਹਿੰਦਾ ਨਹੀਂ ਰੱਖ ਸਾਈਂ ਦੀ, ਕੋਈ ਉਹਨੂੰ ਕਹਿੰਦਾ ਨਹੀਂ। ਪੂਰੋ ਫਿਰ ਕੁਛ ਸੰਭਲੀ। ਉਸਨੂੰ ਲੱਗਾ ਉਹ ਚੱਲੀ ਹੁੰਦੀ ਜਾਂਦੀ ਸੀ। ਕਿਤੇ ਉਹ ਸ਼ੁਦੈਣ ਵਾਂਗਰ ਪਿੰਡ ਦੀਆਂ ਗਲੀਆਂ ਵਿੱਚ ਨਾ ਨੱਸਣ ਲੱਗ ਪਵੇ। ਕਿਤੇ ਉਹ ਆਪਣੇ ਕੱਪੜੇ ਨਾ ਪਾੜ ਸੁੱਟੇ। ਕਿਤੇ ਉਹ ਉੱਚੀ ਉੱਚੀ ਨਾ ਬੋਲਣ ਲੱਗ ਪਏ।
ਅੰਮਾ ਨੂੰ ਸਾਈਂ ਨੇ ਦੱਸਿਆ, ਪੂਰੋ ਤੇਰਾ ਦਿਹਾੜਾ ਉਹਨਾਂ ਨੇ ਉੱਥੇ ਰਹਿਣਾ ਸੀ। ਉਹਨਾਂ ਦਾ ਕੰਮੀ ਦੂਜੇ ਦਿਹਾੜੇ ਪਿੱਛਾ ਸਕਣ ਵਾਲੇ ਪਰਤ ਗਿਆ। ਆਟਾ ਦਾਲ ਉਹਨਾਂ ਨੇ ਨਾਲ ਲੈ ਆਂਦਾ ਸੀ। ਪੂਰੋ ਤੇ ਅੰਮਾ ਆਪਣੀ ਰੋਟੀ ਆਪੇ ਪਕਾਉਂਦੀਆਂ ਸਨ। ਉਂਝ ਕੋਈ ਚਾਹਵੇ ਤਾਂ ਸਾਈਂ ਦੀ ਦਰਗਾਹ ਵਿੱਚੋਂ ਵੀ ਰੋਟੀ ਖਾ ਸਕਦਾ ਸੀ। ਪੂਰੋ ਨੇ ਪਿੰਡ ਵੱਲ ਮੂੰਹ ਨਾ ਕੀਤਾ। ਪਿੰਡ ਦੀ ਕੋਈ ਗੱਲ ਵੀ ਉਹ ਕਿਹਦੇ ਕੋਲ ਪੁੱਛਦੀ ਤੇ ਨਾਲੇ ਕੀ ਪੁੱਛਦੀ। ਦਿਹਾੜੇ ਉੱਤੇ ਦਿਹਾੜਾ ਲੰਘਦਾ ਜਾਂਦਾ ਸੀ। ਪਿੰਡ ਵਿੱਚ ਉਹ ਜਾਂਦੀ ਵੀ ਕਿਹੜੇ ਭੱਜ। ਕਿਸੇ ਸ਼ੈ ਦੀ ਲੋੜ ਹੁੰਦੀ ਤਾਂ ਸਾਈਂ ਦਾ ਸ਼ਾਕਰ ਸਭ ਵਾਸਤੇ ਉੱਥੇ ਲਿਆ ਦਿੰਦੇ ਸਨ। ਪੂਰੋ ਨੂੰ ਇਹ ਸੋਚ ਕੇ ਹੌਲ ਪੈਂਦਾ ਸੀ ਕਿ ਉਹ ਪਿੰਡ ਦੀਆਂ ਬਰੂਹਾਂ ਕੋਲ ਪਰਤ ਜਾਏਗੀ, ਪਰ ਪਿੰਡ ਨੂੰ ਤੱਕ ਨਾ ਸਕੇਗੀ। ਪੂਰੋ ਦਾ ਇਹ ਜੀ ਆਉਂਦਾ ਸੀ, ਕਿਵੇਂ ਨਾ ਕਿਵੇਂ ਉਹ ਜਾ ਕੇ ਸਾਰਾ ਪਿੰਡ ਤੱਕ ਆਵੇ, ਉਹਦਾ ਘਰ ਵੀ ਤੱਕ ਆਵੇ, ਉਹਨੂੰ ਵੀ ਤੱਕ ਆਵੇ, ਪਰ ਉਹਨੂੰ ਆਪ ਨੂੰ ਕੋਈ ਨਾ ਜਾਣੇ। ਫਿਰ ਪੂਰੋ ਸੋਚਦੀ, ਉਹਨੂੰ ਕਿਵੇਂ ਪਤਾ ਲੱਗੇਗਾ ਕਿ ਉਹਦਾ ਘਰ ਕਿਹੜਾ ਹੈ। ਉਹ ਕਿਸੇ ਨੂੰ ਪੁੱਛੇ ਵੀ ਕਿਵੇਂ, ਫਿਰ ਘਰ ਨੂੰ ਅੰਦਰੋਂ ਵੇਖੇ ਵੀ ਕਿਵੇਂ। ਫਿਰ ਪੂਰੋ ਸੋਚਦੀ, ਉਹਨੇ ਘਰ ਨੂੰ ਤੱਕ ਕੇ ਵੀ ਕੀ ਲੈਣਾ ਸੀ। ਉਹਦਾ ਉਸ ਘਰ ਨਾਲ ਸੰਬੰਧ ਹੀ ਕੀ ਸੀ। ਕਿਉਂ ਉਹਨੂੰ ਇਹੋ ਜਿਹੀਆਂ ਬਲੇਲਾਂ ਉੱਠਦੀਆਂ ਨੇ। ਪੂਰੋ ਦਾ ਜੀ ਥਾਵੇਂ ਨਾ ਪੈਂਦਾ। ਦਿਹਾੜ ਉੱਤੇ ਦਿਹਾੜ ਲੱਗਦਾ ਜਾਂਦਾ ਸੀ। ਬੈਠੀ ਬੈਠੀ ਪੂਰੋ ਦੇ ਮੂੰਹ ਬੁਲਾ ਹੋਈ ਇੱਕ ਗੌਣ ਨਿਕਲ ਪਿਆ। ਜਹੇ ਆਏ ਤਹੇ ਟੁਰ ਚੱਲੇ, ਸਾਡੇ ਆਇਆਂ ਦਾ ਕਦਰ ਨਹੀਂ। ਹਾਏ ਰੱਬਾ, ਸਾਡੇ ਆਇਆਂ ਦਾ ਵੀ ਸਬਰ ਪਵੀਂ। ਕਿਤਨੀ ਵਾਰ ਉਸਦੇ ਅਥਰੂ ਭਰੇ ਤੇ ਕਿਤਨੀ ਵਾਰ ਉਸਨੇ ਅਥਰੂ ਪੀਤੇ। ਮੁੰਡੇ ਨੂੰ ਅੰਮਾ ਕੋਲ ਪਾ ਕੇ ਪੂਰੋ ਪਹਿਲੀਆਂ ਤੋਂ ਹੋ ਆਂਦੀ। ਉਹ ਸੋਚਦੀ, ਇੱਕ ਵਾਰ ਤੱਕ ਕੇ ਪਛਾਣ ਤੇ ਲਵੇ। ਫਿਰ ਉਹ ਸੋਚਦੀ, ਇਤਨੇ ਵਰ੍ਹੇ ਹੋ ਗਏ ਨੇ, ਕੀ ਪਤਾ ਕਿਹੋ ਜਿਹੀ ਨੁਹਾਰ ਹੋ ਗਈ ਹੋਵੇ। ਭਾਵੇਂ ਮੇਰੇ ਕੋਲੋਂ ਦੀ ਲੰਘ ਜਾਏ, ਮੈਨੂੰ ਏਡੀ ਕਿਹੜੀ ਪਛਾਣ ਪਈ ਹੋਈ ਹੈ। ਪਹਿਲੀਆਂ ਵਿੱਚ ਕੰਮ ਕਰਦੇ ਕਮੀਆਂ ਕੋਲੋਂ ਕਦੇ ਕਦੇ ਪੂਰੋ ਪੁੱਛ ਛੱਡਦੀ, ਵੀਰਾ ਇਹ ਕਿਹਦੀਆਂ ਪਹਿਲੀਆਂ ਨੇ, 2 ਗਾਜਰਾਂ ਲੈਣੀਆਂ ਸਨ। ਅਸੀਂ ਤੇ ਮੁਸਾਫਰ ਹਾਂ। ਕਾਮੇ ਕਦੇ ਕਿਸੇ ਦਾ ਨਾਂ ਲੈਂਦਾ, ਕਦੇ ਕਿਸੇ ਦਾ। ਰਾਮਚੰਦ ਦਾ ਨਾਂ ਕੋਈ ਨਾ ਲੈਂਦਾ। ਅਗਲੇ ਦਿਹਾੜੇ ਕਿਸੇ ਨੇ ਸੱਚੀ ਮੁੱਚੀ ਰਾਮਚੰਦ ਦਾ ਨਾਂ ਲੈ ਦਿੱਤਾ। ਪੂਰੋ ਦੇ ਪੈਰ ਜਿਵੇਂ ਪੋਏ ਵਿੱਚ ਗੱਡੇ ਹੋਏ ਸਨ। ਪੂਰੋ ਦੇ ਚਕਰਾਂਦੇ ਸਿਰ ਨੂੰ ਲੱਗਾ, ਉਹ ਉਸੇ ਮਿੱਟੀ ਤੇ ਢਹਿ ਪਵੇ, ਉਹ ਉਸੀ ਮਿੱਟੀ ਤੇ ਮਿੱਟੀ ਹੋ ਜਾਏਗੀ। ਪੂਰੋ ਉਸ ਕਿੱਕਰ ਦੇ ਹੇਠਾਂ ਖੱਲੀ ਦੀ ਖੱਲੀ ਰਹੀ। ਉਹਦੀਆਂ ਲੱਤਾਂ ਵਿੱਚ ਜਿਵੇਂ ਕਿਸੇ ਨੇ ਅਗਾਸ ਪਰੋ ਲਿਆ ਹੋਵੇ। ਉਹਦੇ ਪੈਰ ਜਿਵੇਂ ਜੰਮ ਕੇ ਬਰਫ਼ ਦੇ ਢੇਲੇ ਹੋ ਗਏ ਹੋਣ। ਉਸ ਮਿੱਟੀ ਨੇ ਜਿਵੇਂ ਪੂਰੋ ਨੂੰ ਘੁੱਟ ਕੇ ਫੜ ਲਿਆ ਹੋਵੇ। ਪੂਰੋ ਨੂੰ ਜਾਪਿਆ, ਉਹ ਖਲੋਤੀ ਦੀ ਖਲੋਤੀ ਅਨਾਰ ਦਾ ਇੱਕ ਬੂਟਾ ਬਣ ਕੇ ਉੱਥੇ ਉੱਗ ਪਈ ਸੀ, ਜਿਹਦੇ ਮੂੰਹ ਅਨਾਰਾਂ ਨੂੰ ਜਦੋਂ ਵੀ ਕੋਈ ਤੋੜਨ ਲੱਗਦਾ, ਉਹ ਕਾਲੀਆਂ ਚੁਆਤੀਆਂ ਹੋ ਕੇ ਢਹਿ ਪੈਂਦੀ। ਉਹਦੇ ਸੂਹੇ ਅਨਾਰ ਨੂੰ ਜਦੋਂ ਵੀ ਰਾਮਚੰਦ ਤੋੜਦਾ, ਅਨਾਰ ਦਾ ਲਾਲ ਦਾਣਾ ਲਹੂ ਦੇ ਟੇਪੇ ਬਣ ਕੇ ਉਹਦੇ ਝੱਗੇ ਉੱਤੇ ਡਿੱਗ ਪੈਂਦਾ ਤੇ ਉਹਨੂੰ ਅਨਾਰ ਦੇ ਬੂਟੇ ਵਿੱਚ ਇੱਕ ਆਵਾਜ਼ ਆਉਂਦੀ, ਮੈਂ ਬੂਟਾ ਉੱਗੀ ਹੋਈ ਹਾਂ, ਮੈਂ ਬੇਮੁਰਾਦੀ ਮੋਈ ਹਾਂ। ਕਾਮੇ ਨੇ ਵੱਡੇ ਹੋਏ ਛੋਲਿਆਂ ਦਾ ਗੱਠਾ ਬਣਾ ਕੇ ਸਿਰ ਉੱਤੇ ਚਾ ਲਿਆ। ਪੂਰੋ ਦੀ ਸੁਰਤ ਥਾਵੇਂ ਆਈ। ਉਸਨੂੰ ਚੇਤੇ ਆਇਆ, ਜਿਹੜੀ ਸ਼ਹਿਜ਼ਾਦੀ ਅਨਾਰ ਦਾ ਬੂਟਾ ਬਣ ਕੇ ਉੱਗ ਪਈ ਸੀ, ਉਹਦੀ ਕਹਾਣੀ ਉਸਨੇ ਨਿੱਕਿਆਂ ਹੁੰਦਿਆਂ ਸੁਣੀ ਹੋਈ ਸੀ। ਉਹ ਅਜੇ ਤੱਕ ਨਾ ਸ਼ਹਿਜ਼ਾਦੀ ਬਣੀ ਸੀ, ਨਾ ਅਨਾਰ ਦਾ ਬੂਟਾ। ਮਾਲਕ ਲਗਾ ਆਉਂਦੇ ਨੇ, ਕਹਿੰਦਿਆਂ ਕਹਿੰਦਿਆਂ ਕਾਮਾ ਛੋਲਿਆਂ ਦਾ ਗੱਠਾ ਲੈ ਕੇ ਖੂਹ ਵੱਲ ਹੋ ਗਿਆ। ਪੂਰੋ ਦੀਆਂ ਅੱਖਾਂ ਵਿੱਚ ਅਥਰੂ ਢਹੀ ਗਏ। ਰਾਮਚੰਦ ਜਦੋਂ ਪੂਰੋ ਦੇ ਕੋਲੋਂ ਦੀ ਲੰਘਿਆ, ਉਹਦੀਆਂ ਅੱਖਾਂ ਪੂਰੋ ਦੇ ਮੂੰਹ ਵੱਲ ਮੁੜੀਆਂ, ਜਿਹਦੇ ਉੱਤੇ ਅਥਰੂਆਂ ਦੀ ਝਲਾਰ ਪਈ ਵਗਦੀ ਸੀ।
ਪੂਰੋ ਨੂੰ ਨਾ ਕਿੱਕਰ ਦੇ ਓਲੇ ਹੋ ਜਾਣਾ ਯਾਦ ਸੀ, ਨਾ ਆਪਣੇ ਪੱਲੇ ਨਾਲ ਅੱਥਰੂ ਪੂੰਝ ਲੈਣੇ। ਸ਼ਾਇਦ ਅੱਥਰੂਆਂ ਦੇ ਵਹਿਣ ਵਿੱਚ ਉਹਨੂੰ ਰਾਮਚੰਦ ਦਾ ਮੂੰਹ ਵੀ ਨਹੀਂ ਸੀ ਦਿਸਦਾ ਪਿਆ। ਤੂੰ ਕੌਣ ਹੈ ਬੀਬੀ? ਤੈਨੂੰ ਕੀ ਹੋਇਆ ਹੈ? ਰਾਮਚੰਦ ਨੇ ਪੈਰ ਪੂਰੋ ਦੇ ਅੱਗੇ ਖਲੋ ਗਏ। ਪੂਰੋ ਕੂ ਵੀ ਨਾ ਸਕੀ। ਤੈਨੂੰ ਕੋਈ ਤਕਲੀਫ ਹੈ ਬੀਬੀ? ਪੂਰੋ ਦੇ ਕੰਨਾਂ ਵਿੱਚ ਫਿਰ ਰਾਮਚੰਦ ਦੀ ਆਵਾਜ਼ ਆਈ। ਪੂਰੋ ਦੀ ਜ਼ਬਾਨ ਜਿਵੇਂ ਕਿਸੇ ਨੇ ਪਿਛਾਂਹ ਨੂੰ ਖਿੱਚੀ ਹੋਈ ਸੀ। ਉਹ ਬੁੱਤ ਦੀ ਬੁੱਤ ਖਲੋਤੀ ਰਹੀ। ਉਸ ਦੇ ਅੰਦਰੋਂ ਗੱਚਾ ਤੇ ਗੱਚ ਡੁੱਲੇ। ਉਸ ਦੇ ਮੂੰਹੋਂ ਇੱਕ ਹਰਫ ਨਾ ਬੋਲਿਆ ਗਿਆ। ਰਾਮਚੰਦ ਠੰਬਰ ਗਿਆ। ਉਹਨੇ ਇੱਧਰ ਉੱਧਰ ਵੇਖਿਆ, ਸ਼ਾਇਦ ਉਹ ਕਿਸੇ ਕਾਮੇ ਨੂੰ ਮਦਦ ਲਈ ਬੁਲਾਉਂਦਾ, ਪਰ ਪੂਰੋ ਦੇ ਪੈਰਾਂ ਵਿੱਚ ਜਿੰਦ ਮੁੜੀ ਤੇ ਪੂਰੋ ਚੁੱਪ ਦੀ ਚੁੱਪ ਗੁੰਮ ਪੈਲੀਆਂ ਵਿੱਚੋਂ ਬਾਹਰ ਚਲੀ ਗਈ। ਪੂਰੋ ਬੁੱਤ ਦੀ ਬੁੱਤ ਆਪਣੀ ਕੋਠੜੀ ਵਿੱਚ ਆ ਕੇ ਪੈ ਗਈ। ਉਸੇ ਸ਼ਾਮ ਸਕੜਾਲਿਓਂ ਉਹਨਾਂ ਦਾ ਕਾਮਾ ਆ ਗਿਆ ਸੀ। ਅਗਲੀ ਪਲਕ ਉਹਨਾਂ ਸਾਰਿਆਂ ਨੇ ਪਿੰਡ ਪਰਤ ਜਾਣਾ ਸੀ।